ਜੀ, ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਦੋਸਤ ਵੀ ਆ ਜਾਣ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਉਹਨੂੰ ਅਸੀਂ ਜਿਹੜਾ ਹੈ ਉਹ ਸ਼ੁਰੂ ਕਰ ਸਕੀਏ। ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ ਮੈਂ ਕੁਝ ਗੱਲਾਂ ਆਪਣੇ ਦੋਸਤਾਂ ਦੇ ਨਾਲ ਸਾਂਝੀਆਂ ਕਰਦਾ ਜਾਵਾਂ ਕਿ ਅਸੀਂ ਇਸ ਕਲੱਬ ਦੇ ਜਿਹੜੇ ਮਕਸਦ ਸੀ ਸਾਡਾ ਇੱਕ ਪੰਜਾਬ ਨੂੰ ਲੈ ਕੇ ਅਸੀਂ ਉਹਦੇ ਏਰੀਆ ਦੇ ਹਵਾਲੇ ਨਾਲ ਗੱਲਬਾਤ ਕਰੀਏ ਤੇ ਉਹਦਾ ਇੱਕ ਪੰਜਾਬੀ ਉਹਦੀ ਆਪਣੀ ਜ਼ੁਬਾਨ ਨੂੰ ਇਨਰਿਚ ਕਰਨ ਵਾਸਤੇ ਪੰਜਾਬੀ ਦੇ ਵਿੱਚ ਹੀ ਇਹਦਾ ਇੱਕ ਸਾਇੰਟੀਫਿਕ ਜਾਂ ਜਿਹਨੂੰ ਅਸੀਂ ਰੈਫਰੈਂਸ ਕਹਿੰਦੇ ਆ ਜਾਂ ਜਿਹਨੂੰ ਅਸੀਂ ਕਹਿੰਦੇ ਆ ਕਿ ਇੱਕ ਤਾਰੀਖ ਦਾ ਜਿਹੜਾ ਅੱਜ ਕੱਲ੍ਹ ਜਿਹੜੀ ਮੈਥਡੋਲੋਜੀ ਉਹਦੇ ਹਵਾਲੇ ਨਾਲ ਇੱਕ ਬਿਹਤਰੀਨ ਕਿਸਮ ਦਾ ਆਰਕਾਈਵ ਜਿਹੜਾ ਨਾ ਉਹ ਬਣ ਸਕੇ ਤਾਂ ਕਿ ਦੁਨੀਆ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਜ਼ੁਬਾਨਾਂ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ ਆਰਕਾਈਵ ਨੇ ਉੱਥੇ ਪੰਜਾਬੀ ਦੇ ਵਿੱਚ ਵੀ ਇੱਕ ਬਹੁਤ ਅੱਛਾ ਆਰਕਾਈਵ ਜਿਹੜਾ ਉਹ ਮੌਜੂਦ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਸਟੂਡੈਂਟਸ ਜਿਹਦੇ ਵਿੱਚ ਇੰਟੈਲੈਕਚੁਅਲ ਜਿਹਦੇ ਵਿੱਚ ਸਾਰੇ ਕਰਨ ਵਾਲੇ ਉਹਨੂੰ ਵੇਖ ਸਕਣ ਉੱਥੋਂ ਆਪਣੇ ਰੈਫਰੈਂਸ ਲੈ ਸਕਣ ਉਹਨੂੰ ਸਾਈਟ ਕਰ ਸਕਣ ਤੇ ਨਾਲ ਦੀ ਨਾਲ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਅੱਛਾ ਮੈਸੇਜ ਵੀ ਜਾਏ ਕਿ ਅਸਾਂ ਆਪਣੀ ਜ਼ੁਬਾਨ ਦੇ ਵਿੱਚ ਵੀ ਇੱਕ ਤਾਰੀਖ ਜਿਹੜੀ ਹੈ ਨਾ ਉਹਨੂੰ ਇਕੱਠਾ ਕਰਨ ਦਾ ਆਰ ਕੀਤਾ ਸੋ ਅਸੀਂ ਇਹਨੂੰ ਇੱਕ ਡਿਜੀਟਲ ਜਿਹੜਾ ਵਰਡ ਦਾ ਹੁਣ ਅੱਜ ਕੱਲ੍ਹ ਕਰੋਨਾ ਕੋਵਿਡ ਦੇ ਦਿਨਾਂ ਚੱਲ ਰਿਹਾ ਇਕੁਅਲੀ ਚੱਲਣ ਵਾਸਤੇ ਵੀ ਅਸੀਂ ਇਹ ਆਰ ਕੀਤਾ ਸੋ ਅਸੀਂ ਇਹ ਸਿਲਸਿਲਾ ਅੱਗੇ ਲੈ ਕੇ ਚੱਲ ਰਹੇ ਹਾਂ ਜਿਹਦੇ ਵਿੱਚ ਅਸੀਂ ਡਿਫਰੈਂਟ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਸੋ ਹਿਸਟਰੀ ਲੈਕਚਰ ਸੀਰੀਜ਼ ਸਾਡਾ ਮੇਜਰ ਜਿਹੜੇ ਨੇ ਨਾ ਹੋ ਚੁੱਕੇ ਨੇ ਸੋ ਹਰ ਦਿਨ ਦੇ ਨਾਲ ਸਾਡੇ ਨਾਲ ਇੱਕ ਸੀਨੀਅਰ ਦੋਸਤ ਦਾ ਇੱਕ ਸੋਹਣੇ ਟੌਪਿਕ ਦਾ ਇਜ਼ਾਫਾ ਹੁੰਦਾ ਜਾ ਰਿਹਾ ਅੱਜ ਵੀ ਜਿਸ ਤਰ੍ਹਾਂ ਸਾਰੇ ਦੋਸਤਾਂ ਨੇ ਵੇਖਿਆ ਹੋਏਗਾ ਕਿ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ दोस्त और मैं मेरे तो बहुत प्यारे दोस्त ने लेकिन मैं अगर उन्होंने काम के हवाले नाल गल करा तो बहुत खूबसूरत शायर पंजाबी दे और शायरी जिन्हों असी कह सकते हैं कि जिहदे बहुत बमकसद जिहदे हर चीज़ बहुत सोहने तरीके नाल 3 किताबां उन्हां दी आ चुकियां ने ते उस तो वक् उन्हां दी बहुत खूबसूरत जिहड़ी है ना पंजाब नूं लैके पंजाब दे उत्ते बहुत सारे बहुत सारियां किताबां दे लिटरेचर दे हवाले नाल ਜਿਹੜਾ ਹੈ ਉਹ ਨਿਊਜ਼ਪੇਪਰ ਦੇ ਵਿੱਚ ਅੰਗਰੇਜ਼ੀ ਨਿਊਜ਼ਪੇਪਰ ਦੇ ਵਿੱਚ ਲਿਖਦੇ ਨੇ ਫਿਰ ਉਹਨਾਂ ਨੇ ਬੱਚਿਆਂ ਦੀ ਜਿਹੜੀ ਇੱਕ ਇਹਨਾਂ ਨੇ ਕਿਤਾਬ ਸੀ ਉਹਦੇ ਵਿੱਚ ਉਹਨਾਂ ਨੇ ਉਹਨੂੰ ਐਡਿਟ ਕੀਤਾ ਔਰ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਪੰਜਾਬੀ ਦੇ ਇੱਥੇ ਕੰਮ ਹੁੰਦੇ ਨੇ ਮੈਂ ਉਹਨਾਂ ਦੀ ਪ੍ਰੋਫਾਈਲ ਉੱਪਰ ਲਿਖ ਕੇ ਵੀ ਲਾਈ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਪ੍ਰੋਫਾਈਲ ਜਿਹੜੀਆਂ ਇਹਨਾਂ ਦੀਆਂ ਜਿਹੜੇ ਇੱਥੇ ਸਾਡੇ ਕੰਮ ਹੁੰਦੇ ਨੇ ਲਿਟਰੇਚਰ ਪੰਜਾਬੀ ਦੇ ਹਵਾਲੇ ਨਾਲ ਪੰਜਾਬ ਦੇ ਹਵਾਲੇ ਨਾਲ ਹਿਸਟਰੀ ਦੇ ਹਵਾਲੇ ਨਾਲ ਉਹਨਾਂ 'ਚ ਜਿਹੜੇ ਅੱਜ ਸਾਡੇ ਨਾਲ ਸਾਡੇ ਮਹਿਮਾਨ ਮਹਿਮੂਦ ਅਵਾਨ ਸਾਹਿਬ ਨੇ ਉਹਨਾਂ ਦਾ ਇੱਕ ਖਾਸ ਹਿੱਸਾ ਰਿਹਾ ਉਹ ਚਾਹੇ ਸਾਡਾ ਲੈਲਪੁਰ ਪੰਜਾਬੀ ਲਿਟਰੇਰੀ ਫੈਸਟੀਵਲ ਹੋਵੇ ਚਾਹੇ ਹੋਰ ਪੰਜਾਬ 'ਚ ਚੱਲਣ ਵਾਲੀਆਂ ਤਰੀਕਾਂ ਹੋਣ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈ ਮਹਿਮੂਦ ਅਵਾਨ ਸਾਹਿਬ ਦਾ ਇੱਕ ਬਹੁਤ ਵੱਡਾ ਹਿੱਸਾ ਰਹਿੰਦਾ ਹੈ ਲਾਹੌਰ ਵੀ ਔਰ ਮੁਖਤਲਿਫ ਉਹਨਾਂ ਦੇ ਜਿਹੜਾ ਹੈ ਵੀ ਇੱਥੇ ਪੰਜਾਬੀਆਂ ਦਾ ਸਰਕਲ ਉਹਦੇ ਵਿੱਚ ਬੜਾ ਇਨ ਰਹਿੰਦੇ ਨੇ ਸੋ ਅਸੀਂ ਅੱਜ ਉਹਨਾਂ ਦੇ ਕੋਲੋਂ ਵਰਲਡ ਵਾਰ ਦੇ ਹਵਾਲੇ ਨਾਲ ਜਿਹੜੇ ਉਹਨਾਂ ਦੀ ਵਰਲਡ ਵਾਰ ਦੇ ਉੱਪਰ ਜਿਹੜੇ ਉਹਨਾਂ ਦੀ ਸਟੱਡੀ ਸੀ ਕਾਫੀ ਉਹਨਾਂ ਦੇ ਆਰਟੀਕਲ ਵੀ ਇੱਥੇ ਆ ਚੁੱਕੇ ਨੇ ਸੋ ਅੱਜ ਮੇਰੇ ਨਾਲ ਨੇ ਅਸੀਂ ਹੁਣ ਟਾਈਮ ਜ਼ਾਇਆ ਕੀਤੇ ਬਿਨਾਂ ਉਹਨਾਂ ਦੇ ਨਾਲ ਜਿਹੜੀ ਆਪਣੀ ਗੱਲਬਾਤ ਸ਼ੁਰੂ ਕਰਨੇ ਆ ਜੀ ਮਹਿਮੂਦ ਅਵਾਨ ਸਾਹਿਬ ਜੀ ਆਇਆਂ ਨੂੰ ਲੈਲਪੁਰ ਜੰਗ ਹਿਸਟੋਰੀਅਨ ਕਲੱਬ ਵਿੱਚ ਸਰ ਬਹੁਤ ਮਿਹਰਬਾਨੀ ਤੋਹੀਦ ਬੜੀ ਮਿਹਰਬਾਨੀ ਤੁਹਾਡੀ ਕਾਲਰ ਦੀ ਸਾਰੇ ਸੱਜਣਾ ਯਾਰਾਂ ਦੀ ਤੇ ਕੀ ਹਾਲ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਆਏ ਅੱਜ ਔਰ ਇੱਕ ਬਹੁਤ ਖੂਬਸੂਰਤ ਟਾਪਿਕ ਦਾ ਇਜ਼ਾਫਾ ਸਾਡੇ ਇਸ ਆਰਕਾਈਵ 'ਚ ਹੋਏਗਾ ਔਰ ਇਸ ਤੋਂ ਵਕਤ ਸਾਨੂੰ ਖੁਸ਼ੀ ਹੈ ਕਿ ਅੱਜ ਸਾਡਾ ਇੱਕ ਬਹੁਤ ਪਿਆਰਾ ਯਾਰ ਔਰ ਬਹੁਤ ਸੀਨੀਅਰ ਬੰਦਾ ਹੈ ਸਾਡੇ ਨਾਲ ਹੈ ਬੜੀ ਮੁਹੱਬਤ ਬਿਲਕੁਲ ਜੀ ਇਹ ਡੇਰੇ ਦੇ ਜਿਸਾਂ ਅਸੀਂ ਆਪਣੇ ਉਹ ਸੁਣ ਸਕੇ ਸੇ ਚਾਹਦੇ ਹਾਂ ਦਾਰੇ ਤੇ ਬਹਿਣ ਦਾ ਮੌਕਾ ਲੱਭ ਰਿਹਾ ਤੇ ਅਸੀਂ ਇਹਨੂੰ ਦਾਰੇ ਵਾਲੀ ਚਲਾਉਂਦੇ ਹਾਂ ਬੜੀ ਮਿਹਰਬਾਨੀ ਸ਼ੁਰੂ ਕਰੀਏ ਜੀ ਜੀ ਸਰ ਤੁਸੀਂ ਸ਼ੁਰੂ ਕਰੋ ਅਸੀਂ ਮਿਲਨੇ ਤੁਹਾਨੂੰ ਆਪਣੀ ਬਾਅਦ ਚ ਕੁਝ ਕੁਐਸਚਨ ਹੋ ਰਹਾ ਬਿਲਕੁਲ ਠੀਕ ਹੈ ਜੀ ਸਲਾਮ ਜੀ ਤੇ ਸਤਿ ਸ੍ਰੀ ਅਕਾਲ ਪ੍ਰਣਾਮ ਨਮਸਤੇ ਸਾਰੇ ਜਿਹੜੇ ਯਾਰ ਬੇਲੀ ਸੱਜਣ ਸਾਡੇ ਨਾਲ ਇਕੱਠੇ ਹੋਏ ਨੇ ਅੱਜ ਅੱਜ ਦਾ ਜਿਹੜਾ ਟਾਪਿਕ ਹੈ ਉਹ ਤੁਸੀਂ ਪੜ੍ਹੀ ਕਿੱਦਾਂ ਹੋਣਾ ਜੀ ਮੇਨ ਫੋਕਸ ਜਿਹੜਾ ਉਸਦਾ ਉਹ ਮਿਲਟਰਾਈਜੇਸ਼ਨ ਦੇ ਐਸਪੈਕਟ ਨਾਲ ਹੈ ਔਰ ਉਹਦੇ ਤਿੰਨ ਸੈਕਸ਼ਨਸ ਕੀਤੇ ਨੇ ਪ੍ਰਾਇਮਰੀਲੀ ਮੈਂ ਅਸੀਂ 40 ਮਿੰਟ ਕੋਸ਼ਿਸ਼ ਕਰਸਾਂ ਵੀ ਉਹਨਾਂ ਮੁਕਾ ਗਏ ਪਹਿਲਾ ਸੈਕਸ਼ਨ ਤਾਂ ਹੈ ਕਿ ਪੰਜਾਬ ਦਾ ਜਿਹੜਾ ਕਲੋਨੀਅਲ ਐਕਸਪੀਰੀਅੰਸ ਹੈ ਕਲੋਨੀਗਿਰੀ ਜਿਸ ਤਰ੍ਹਾਂ ਅਸੀਂ ਆਖਦੇ ਹਾਂ ਉਹ ਐਕਸਪੀਰੀਅੰਸ ਕੀ ਰਿਹਾ ਪੰਜਾਬ ਦਾ ਕਿਉਂਕਿ ਪੰਜਾਬ ਦਾ ਜਿਹੜਾ ਤਜਰਬਾ ਹੈ ਕਲੋਨੀਅਲਿਜ਼ਮ ਦਾ ਉਹ ਥੋੜ੍ਹਾ ਵੱਖਰਾ ਬਾਕੀ ਹਿੰਦੁਸਤਾਨ ਤੋਂ
ਉਹਦੇ ਉੱਤੇ ਥੋੜੀ ਜਿਹੀ ਗੱਲ ਕਰਾਂਗੇ ਕਿ ਉਹ ਰਿਲੇਸ਼ਨਸ਼ਿਪ ਕੀ ਹੈ ਸਾਡਾ ਪੰਜਾਬ ਦੇ ਨਾਲ ਤੇ ਗੋਰਿਆਂ ਦਾ ਤਾਂ ਸਾਡੇ ਨਾਲ। ਉਸ ਤੋਂ ਬਾਅਦ ਅਸੀਂ ਮੂਵ ਕਰਸਾਂ ਜੀ ਵਰਲਡ ਵਾਰ 1 ਤੋਂ ਕਿ ਪਹਿਲੀ ਜੰਗ ਦੇ ਵਿੱਚ, ਕਿਉਂਕਿ ਪਹਿਲੀ ਜੰਗ ਬੜਾ ਇੱਕ ਇੰਪੋਰਟੈਂਟ ਪੁਆਇੰਟ ਹੈ, ਇੱਕ ਸਟਾਰਟਿੰਗ ਪੁਆਇੰਟ ਹੈ ਉਸ ਪਿਨਕਲ ਦਾ, ਉਹ ਜਿਹੜਾ ਰਿਲੇਸ਼ਨਸ਼ਿਪ ਰਿਹਾ ਇਲੀਟ ਦਾ ਵੀ ਔਰ ਈਵਨ ਆਮ ਕਾਮਨ ਜਿਹੜਾ ਪੰਜਾਬੀ ਹੈ ਉਹਦਾ ਵੀ, ਜ਼ਿਆਦਾਤਰ ਪੰਜਾਬੀ ਜਿਹੜਾ। ਉਸ ਦੇ ਉੱਤੇ ਗੱਲ ਕਰਸਾਂ ਕਿ ਵਰਲਡ ਵਾਰ 1 ਦੀ ਰਿਕਰੂਟਮੈਂਟ ਕੀ ਰਹੀ ਹੈ। ਉਸ ਟਾਈਮ ਤੋਂ ਜਿਹੜਾ ਸਿਵਲ ਮਿਲਟਰੀ ਅਲਾਈਅੰਸ ਸ਼ੁਰੂ ਹੋਇਆ, ਸਪੈਸ਼ਲੀ ਪੀਜ਼ਨਸ ਦਾ ਲੈ ਕੇ ਤੇ ਇਲੀਟ ਦਾ ਜਾਗੀਰਦਾਰਾਂ ਦਾ ਲੈ ਕੇ, ਤੇ ਉਹਦਾ ਸਿਵਲ ਬਿਊਰੋਕ੍ਰੇਸੀ ਦੇ ਨਾਲ ਉਹਦਾ ਕੀ ਇੰਪੈਕਟ ਹੋਇਆ, ਔਰ ਸਪੈਸ਼ਲੀ ਉਹ ਅਜੇ ਤੱਕ ਅਸੀਂ ਪਾਕਿਸਤਾਨ ਵਿੱਚ ਵੇਖਦੇ ਹਾਂ ਕਿ ਉਹ ਕਿਸ ਤਰੀਕੇ ਨਾਲ ਉਹ ਇੰਜੇ ਅਜੇ ਤੱਕ ਪਾਵਰਫੁਲ ਹੈ, ਜਿਹੜਾ ਕਿ ਸ਼ੁਰੂ 1914 ਦੇ ਰਿਕਰੂਟਮੈਂਟ ਤੋਂ ਹੋਇਆ। ਤੀਜਾ ਅਸੀਂ ਕੰਮ ਕਰਾਂਗੇ ਕਿ ਉਸ ਤੋਂ ਬਾਅਦ ਉਹ ਜਿਹੜੀ ਰਿਕਰੂਟਮੈਂਟ ਹੈ ਪਹਿਲੀ ਜੰਗ ਦੀ, ਵੱਡੀ ਲਾਮ ਜਿਸ ਤਰ੍ਹਾਂ ਅਸੀਂ ਯਾਦ ਹਾਂ, ਪਹਿਲੀ ਵੱਡੀ ਲਾਮ, ਉਸ ਰਿਕਰੂਟਮੈਂਟ ਦੇ ਹਿਸਾਬ ਨਾਲ ਲੱਭਿਆ ਕਿ ਪੰਜਾਬੀਆਂ, ਸਪੈਸ਼ਲੀ ਉਹ ਜਿਹੜੇ ਰਿਕਰੂਟ ਹੈ, ਜਿਹੜੇ ਫੌਜੀ ਹੈ, ਸਿਪਾਹੀ ਹੈ, ਜਿਹਨਾਂ ਅਸੀਂ ਸਿਪਾਹੀ ਆਦੇ ਹਾਂ, ਆਪਣੀ ਮੇਰੀ ਜਿਹੜੀ ਕੋਲੋਕਲ ਐਕਸੈਂਟ ਹੈ ਉਹਦੇ ਵਿੱਚ। ਉਸ ਤੋਂ ਬਾਅਦ ਜਿਹੜਾ ਆਖਰੀ ਪੁਆਇੰਟ ਹੈ ਜੀ, ਉਹਦੇ ਵਿੱਚ ਅਸੀਂ ਉਸ ਦੁੱਖ ਦੀ, ਉਸ ਫੋਕਲੋਰ ਦੀ, ਉਹਨਾਂ ਵੈਣਾਂ ਦੀ ਗੱਲ ਕਰਸਾਂ ਕਿ ਜਿਹੜੀ ਵੱਡੀ ਲਾਮ ਪਹਿਲੀ ਔਰ ਕਿਸੇ ਹੱਦ ਤੱਕ ਦੂਜੀ ਨਾਲ ਵੀ ਮਿਲਦੀ, ਉਹਦੇ ਵਿੱਚ ਜਿਹੜੀ ਸਾਡੀ ਓਰਲ ਹਿਸਟਰੀ ਹੈ, ਜਿਹੜੀ ਓਰਲ ਫੋਕਲੋਰ ਹੈ, ਜਿਹੜੀ ਓਰਲ ਪੋਇਟਰੀ ਹੈ, ਜਿਹੜੀ ਔਰਤ ਦੀ ਆਵਾਜ਼ ਹੈ, ਜਿਹੜੇ ਰੋਣ ਵਹਿਣ ਹਨ ਉਸ ਟਾਈਮ ਦੇ, ਜਿਹੜੇ ਬਾਹਰ ਗਏ ਲੜਨ ਵਾਸਤੇ ਗੋਰੇ ਵਾਸਤੇ, ਉਹ ਐਕਸਪੀਰੀਅੰਸ ਕੀ ਰਿਹਾ, ਕਿ ਯਾਨੀ ਜਿਹੜੀ ਫੋਕਲੋਰ ਹੈ ਸਾਡੀ, ਉਸ ਇਸ ਰਿਕਰੂਟਮੈਂਟਾਂ ਔਰ ਇਸ ਫੌਜੀ ਨੌਕਰੀਆਂ ਕਿਵੇਂ ਵੇਖਿਆ। ਸੋ ਉਹ ਸਾਡਾ ਆਖਰੀ ਪੁਆਇੰਟ ਹੋਏਗਾ। ਸੋ ਇਹਦੇ ਵਿੱਚ ਅਸੀਂ 10-12 ਮਿੰਟ ਚ ਸਾਂ ਇਕੱਠਾ ਕਰਸਾਂ। ਪਹਿਲੀ ਗੱਲ ਤੇ ਹੈ ਕਿ ਮੇਰਾ ਆਪਣਾ ਇੰਟਰਸਟ ਇਸ ਵਿੱਚ ਕਿੱਥੋਂ ਸ਼ੁਰੂ ਹੋਇਆ, ਕਿਉਂਕਿ ਮੈਂ ਆਪ ਮੇਰਾ ਬੈਕਗਰਾਉਂਡ ਸਾਂ ਪਤਾ, ਉਹ ਮੈਂ ਕੋਈ ਹਿਸਟੋਰੀਅਨ ਨਹੀਂ ਹਾਂ, ਟ੍ਰੇਨਡ ਹਿਸਟੋਰੀਅਨ। ਇਹਦਾ ਮੇਰਾ ਇੰਟਰਸਟ ਸ਼ੁਰੂ ਹੋਇਆ ਜਿਸ ਟਾਈਮ ਤੇ ਸੈਂਟਨਰੀ 100 ਸਾਲ ਪਹਿਲੀ ਜੰਗ ਦੇ ਹੋਣ ਵਾਲੇ, ਤੇ ਮੇਰਾ ਪੜਦਾਦਾ ਜਿਹੜਾ ਉਸ ਵਰਲਡ ਵਾਰ 1 ਦੇ ਵਿੱਚ ਮੈਸੋਪੋਟੇਮੀਆ, ਜਿਹੜਾ ਇਰਾਕ ਯਮਨ ਹੈ, ਜਿਹੜਾ ਇਲਾਕਾ ਸਾਰਿਆਂ ਮੈਸੋਪੋਟੇਮੀਆ ਦੇ ਸੀਰੀਆ ਵਾਲਿਆਂ, ਉਹਦੇ ਵਿੱਚ ਵਰਲਡ ਵਾਰ 1 ਵਿੱਚ ਸੁਬਦਾਰ ਹੈ। ਔਰ ਮੇਰਾ ਦਾਦਾ ਜਿਹੜਾ ਉਹ ਪ੍ਰਿਜ਼ਨਰ ਆਫ ਵਾਰ ਰਿਹਾ ਬਰਮਾ ਦੇ ਵਿੱਚ ਵਰਲਡ ਵਾਰ 2 ਦੇ ਵਿੱਚ। ਇਹ ਜਿਹੜਾ ਸਾਰਾ ਐਕਸਪੀਰੀਅੰਸ ਹੈ ਨਾ ਜੀ, ਮੈਂ ਇਲਾਕਾ ਜਿੱਥੇ ਮੇਰੀ ਜੰਪ ਵਾਲੇ ਉਹ ਪਧਰਾੜ ਦੀ ਹੈ, ਜਿਹੜੇ ਲੋਕ ਜਾਣਦੇ ਨੇ ਵੈਸਟ ਪੰਜਾਬ ਵਾਲੇ ਤੇ ਸਾਰੇ, ਪਧਰਾੜ ਸੂਣ ਸਕੇਸਰ ਖੁਸ਼ਾਬ ਵਿੱਚ ਜਿਹੜਾ ਪਹਿਲੇ ਸ਼ਾਹਪੁਰ ਡਿਸਟ੍ਰਿਕਟ ਹੈ, ਔਰ ਜਿਹੜਾ ਧਨ ਪੋਟੋਹਾਰ ਦਾ ਇਲਾਕਾ, ਕਿਉਂਕਿ ਅਸੀਂ ਐਜਤੇ ਹਾਂ ਪਧਰਾੜ ਵਾਲੇ ਧਨ ਦੇ ਨਾਲ ਔਰ ਸੂਣ ਦੇ ਨਾਲ, ਜਿਹੜੀ ਸਭ ਤੋਂ ਜ਼ਿਆਦਾ ਰਿਕਰੂਟਮੈਂਟ ਹੋਈ ਹੈ ਵਰਲਡ ਵਾਰ 1 ਵਿੱਚ ਜਾਂ ਫੌਜ ਦੀ ਉਸ ਟਾਈਮ ਤੇ ਔਰ ਉਸ ਤੋਂ ਬਾਅਦ ਵੀ, ਉਹ ਧਨ ਪੋਟੋਹਾਰ ਦੇ ਏਰੀਏ ਦੇ ਵਿੱਚ ਹੋਈ ਹੈ। ਜਿਸ ਤਰ੍ਹਾਂ ਅਸੀਂ ਓਵਰਆਲ ਸਾਲਟ ਰੇਂਜ ਆ ਗਏ ਨੇ, ਕਿ ਜਿਹੜਾ ਸਾਰਾ ਸਾਲਟ ਰੇਂਜ ਦਾ ਇਲਾਕਾ ਜਿਹੜਾ ਰਗਡ ਮਾਊਂਟੇਨ ਹੈ, ਵੈਸਟ ਪੰਜਾਬ ਵਿੱਚ ਰਿਕਰੂਟਮੈਂਟ ਜਿਹੜੀ ਫੌਜ ਦੀ ਉਦੋਂ ਹੁੰਦੀ ਹੈ ਗੋਰੇ ਦੇ ਜ਼ਮਾਨੇ 'ਚ, ਉਹ ਵੀ ਜ਼ਿਆਦਾ ਇੱਥੋਂ ਹੁੰਦੀ ਹੈ। ਔਰ ਉਸ ਤੋਂ ਬਾਅਦ ਜਦੋਂ ਹੁਣ ਵੀ ਪਾਕਿਸਤਾਨੀ ਕੰਟੈਕਸਟ ਦੇ ਵਿੱਚ ਵੀ ਤੁਸੀਂ ਵੇਖ ਲਓਗੇ ਕਿ ਚਕਵਾਲ ਤੋਂ ਗਿਣ ਕੇ, ਪਿੰਡੀ ਤੋਂ ਗਿਣ ਕੇ ਔਰ ਅਟਕ ਤੱਕ ਸਾਰੀ ਰਿਕਰੂਟਮੈਂਟ ਹੱਬ ਜਿਹੜਾ ਉਹ ਇੱਥੋਂ ਦਾ ਇਸ ਦਾ। ਤੇ ਮੇਰਾ ਕਿਉਂਕਿ ਉਸ ਇਲਾਕੇ ਦੇ ਸੈਂਟਰ ਨਾਲ ਤਾਲੁਕ ਹੈ, ਉਹ ਮੇਰੇ ਪੜਦਾਦੇ ਦਾ ਜਿਹੜਾ ਐਕਸਪੀਰੀਅੰਸ ਹੈ ਕਿਸੇ ਹੱਦ ਤੱਕ ਜਿਹੜਾ ਸਾਡਾ ਘਰ ਦੀਆਂ ਗੱਲਾਂ ਚੋਂ ਸਾਲਾ ਬੈਸੋ ਉਹ ਇੰਟਰਸਟ ਹੈ ਬੇਸਿਕਲੀ ਉਹਨਾਂ ਵੇਖਣ ਦਾ, ਕਿਸ ਤਰ੍ਹਾਂ ਹੁਣ ਇੰਟਰਨੈਸ਼ਨਲ ਕੰਟੈਕਸਟ 'ਚ ਵੇਖੀਏ ਕਿ ਕਿਵੇਂ ਗਏ। ਸੋ ਉਹ ਮੈਂ ਕੁਝ ਜ਼ਿਆਦਾ ਉਹਦੇ 'ਤੇ ਐਕਸਪਲੇਨ ਕਰਿਆ ਸਾਂ। ਪਹਿਲੀ ਗੱਲ ਜਿਹੜੀ ਮੈਂ ਆਖਿਆ ਕਿ ਪੰਜਾਬ ਦਾ ਜਿਹੜਾ ਕਲੋਨੀਅਲ ਐਕਸਪੀਰੀਅੰਸ ਉਹ ਇੰਡੀਆ ਜਾਂ ਹਿੰਦੁਸਤਾਨ ਜਾਂ ਹਿੰਦ ਦੇ ਕਲੋਨੀਅਲ ਐਕਸਪੀਰੀਅੰਸ ਤੋਂ ਵੱਖਰਾ ਕਿਵੇਂ ਹੈ ਥੋੜਾ ਜਿਹਾ, ਇਹ ਇੰਪੋਰਟੈਂਟ ਹੈ, ਇਹ ਸਟਾਰਟਿੰਗ ਪੁਆਇੰਟ ਹੈ ਸਾਡੀ ਅੱਜ ਦੀ ਡਿਸਕਸ਼ਨ ਦਾ। ਔਰ ਉਸ ਵਿੱਚ ਮਿਲਟਰੀ ਮੇਨ ਐਸਪੈਕਟ ਹੈ, ਜਿਹੜੀ ਮਿਲਟਰੀ ਰਿਕਰੂਟਮੈਂਟ ਹੈ ਉਹ। ਲੇਕਿਨ ਉਸ ਤੋਂ ਪਹਿਲੇ ਕੰਟੈਕਚੁਅਲਾਈਜ਼ ਕਰਨਾ ਜ਼ਰੂਰੀ ਹੈ ਹਿਸਟਰੀ ਦੇ ਵਿੱਚ ਕਿ ਕਦੀ ਵੀ ਪੰਜਾਬ ਜਿਹੜਾ ਉਹ ਹਿੰਦੁਸਤਾਨ ਦਾ ਐਸ ਸੱਚ ਪਾਰਟ ਨਹੀਂ ਰਿਹਾ ਸਾਡੀ ਕਲਾਸਿਕਸ ਦੇ ਵਿੱਚ। ਪੰਜਾਬ ਆਪ ਇੱਕ ਦੇਸ਼ ਹੈ। ਇਸ ਤੋਂ ਅਸੀਂ ਜਿਹੜੇ ਗੱਲ ਕਰਨੇ ਆ ਨਾ ਜੀ ਪੰਜਾਬ ਦੀ, ਅਸੀਂ ਉਸਾਂ ਦੇਸ਼ ਪੰਜਾਬ ਇਸੇ ਤੋਂ ਆਦੇ ਕਿ ਪੰਜਾਬ ਜਿਹੜਾ ਉਹ ਆਪ ਇੱਕ ਯੂਨੀਕ ਐਂਟੀਟੀ ਹੈ। ਜਿਹੜੀ ਹੜੱਪਨ ਸਿਵਲਾਈਜੇਸ਼ਨ ਹੈ ਉਹ ਗੰਗਾ ਜਮਨਾ ਸਿਵਲਾਈਜੇਸ਼ਨ ਤੋਂ ਵੱਖਰੀ ਹੈ, ਇਹ ਸਾਡਾ ਮੰਨਣਾ, ਔਰ ਸਾਡੇ ਪੁਰਖਿਆਂ ਦਾ ਵੀ ਇਹੀ ਮੰਨਣਾ। ਕਿਉਂਕਿ ਜਦੋਂ ਵਾਰਿਸ ਸ਼ਾਹ ਦੀ ਅਗਰ ਤੁਸੀਂ ਪੜ੍ਹੋ ਹੀਰ, ਤੇ ਵਾਰਿਸ ਸ਼ਾਹ ਅੱਜ ਤੋਂ ਇਤਨੇ 100 ਸਾਲ ਪਹਿਲੇ ਆਦਾ ਉਹਦੀ ਇੱਕ ਲਾਈਨ ਹੈ ਜਿਹੜਾ ਹਿੰਦ ਤੇ ਪੰਜਾਬ ਆ ਵੱਖਰਾ ਕਰ ਰਿਹਾ। ਲਾਈਨ ਹੈ ਉਹਦੀ ਕਿ ਕਜਲਾ ਨੈਣਾ ਦੀ ਧਾਰ ਵਿੱਚ ਫਬ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਉਹ ਕਹਿੰਦਾ ਕਿ ਹੀਰ ਦੀ ਨੈਣਾ ਚ ਇੰਜ ਕਜਲਾ ਫਬ ਰਿਹਾ ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦਾ ਲਸ਼ਕਰ ਚੜ੍ਹ ਦੌੜਿਆ ਹੋਵੇ, ਕਟਕ ਲਸ਼ਕਰ ਹੈ। ਇੱਕ ਹੋਰ ਲਾਈਨ ਵਿੱਚ ਵਾਰਿਸ ਸ਼ਾਹ ਆਖਦਾ ਕਿ ਨਾਦਰ ਸ਼ਾਹ ਤੋਂ ਹਿੰਦ ਪੰਜਾਬ ਥਿਰਕੇ, ਮੇਰੇ ਬਾਪ ਦਾ ਤੁਧ ਭੁਚਾਲ ਕੀਤੋ। ਇੱਥੇ ਵੀ ਉਹ ਹਿੰਦ ਤੇ ਪੰਜਾਬ ਨੂੰ ਵੱਖਰਾ ਕਰਕੇ ਵੇਖ ਰਿਹਾ ਕਿ ਨਾਦਰ ਸ਼ਾਹ ਨੇ ਜਿਸ ਹਿਸਾਬ ਨਾਲ ਪੰਜਾਬ ਤੇ ਹਿੰਦ ਨੂੰ ਟਰੀਟ ਕੀਤਾ, ਉਹਦੇ ਵਿੱਚ ਵੀ ਹਿੰਦ ਤੇ ਪੰਜਾਬ ਨੂੰ ਵੱਖਰਾ ਵੇਖ ਰਿਹਾ।
फिर शाह मुहम्मद ते साढ़े सामने ही है कि वो उन्होंने फौजियों ਨੂੰ ਕੀ ਕਹਿ ਰਿਹਾ ਜਿਹੜੇ ਪੰਜਾਬੀਆਂ ਨਾਲ ਲੜਨ ਆਏ ਨੇ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਅੰਤ ਨੂੰ ਜਿੱਤ ਕੇ ਹਾਰੀਆਂ ਨੇ। ਸੋ ਇਹ ਜਿਹੜਾ ਡਿਫਰੈਂਸ ਹੈ ਨਾ ਹਿੰਦੁਸਤਾਨ ਦਾ ਤੇ ਦੇਸ਼ ਪੰਜਾਬ ਦਾ, ਉਹ ਹੀ ਡਿਫਰੈਂਸ ਅੱਗੇ ਕਲੋਨੀਅਲਿਜ਼ਮ ਦਾ ਜਿਹੜਾ ਐਕਸਪੀਰੀਅੰਸ ਹੈ ਸਾਡਾ, ਉਹਦੇ ਵਿੱਚ ਸਾਨੂੰ ਨਜ਼ਰ ਆਉਂਦਾ। ਸੋ ਇਹ ਡਿਸਟਿੰਕਸ਼ਨ ਕਰਕੇ ਜੀ ਅੱਗੇ ਮੈਂ ਚੱਲਦਾ। ਜਿਹੜਾ ਜਿਸ ਤਰੀਕੇ ਨਾਲ ਪੰਜਾਬੀਆਂ ਵੇਖਿਆ ਗੋਰੇ ਨੂੰ, ਔਰ ਇਹ 1849 ਤੋਂ ਬਾਅਦ ਦੀ ਅਸੀਂ ਗੱਲ ਕਰ ਰਹੇ ਹਾਂ ਹੁਣ, ਜਿਹੜਾ ਮੇਰਾ ਟਾਪਿਕ ਹੈ ਪ੍ਰਾਇਮਰੀਲੀ, ਕਿ ਜਦੋਂ ਪੰਜਾਬ ਦੀ ਐਨੈਕਸੇਸ਼ਨ ਹੋ ਵੈਂਦੀ ਹੈ ਔਰ ਉਸ ਤੋਂ ਬਾਅਦ 1857 ਦੇ ਵਿੱਚ ਜਿਹੜਾ ਜੋ ਕੁਝ ਬੰਗਾਲ ਵਿੱਚ ਪ੍ਰਾਇਮਰੀਲੀ ਹੋਇਆ ਔਰ ਬਾਕੀ ਫੈਲਿਆ ਉਹਨਾਂ ਇਲਾਕਿਆਂ 'ਚ ਐਕਸਕਿਊਜ਼ ਮੀ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਤਾਲੁਕ ਨਹੀਂ ਹੈ ਐਜ਼ ਸੱਚ, 1857 ਤੋਂ ਬਾਅਦ ਚੇਂਜ ਹੋਈ ਹੈ ਸਾਈਕੀ ਔਰ ਰਿਲੇਸ਼ਨਸ਼ਿਪ ਵੀ ਗੋਰੇ ਦੇ ਨਾਲ ਔਰ ਸਾਡੇ ਪੰਜਾਬ ਦੇ ਨਾਲ ਸਪੈਸ਼ਲੀ ਉਹਨਾਂ ਦਾ। 1857 ਤੋਂ ਪਹਿਲੇ ਪੰਜਾਬ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਗੋਰਾ ਕਿ ਪੰਜਾਬ ਦੀ ਯੂਟੀਲਾਈਜੇਸ਼ਨ ਕੀ ਹੈ, ਔਰ ਉਸ ਯੂਟੀਲਾਈਜੇਸ਼ਨ ਦੀ ਜਿਹੜੀ ਮੈਨੀਫੈਸਟੇਸ਼ਨ ਹੋਈ ਹੈ, ਜਿਹੜੀ ਪਿਨਕਲ ਹੋਇਆ, ਉਹ 1857 ਤੋਂ ਬਾਅਦ ਹੋਇਆ। ਔਰ 1857 ਤੋਂ ਬਾਅਦ ਉਹ ਕਿਵੇਂ ਹੋਇਆ, ਜਿਹੜਾ ਇਹਦਾ ਕਨਕਲੂਜਨ ਮੈਂ ਬਾਅਦ ਚੋਂ ਕੱਢਾਂਗਾ, ਲੇਕਿਨ ਇਹਨੂੰ ਕੰਟੈਕਚੁਅਲਾਈਜ਼ ਕਰਨਾ ਜ਼ਰੂਰੀ ਹੈ ਕਿ ਜਿਹੜੀ 1857 ਦੀ ਜੰਗ ਹੈ ਉਹ ਪੰਜਾਬ ਦੀ ਆਜ਼ਾਦੀ ਦੀ ਜੰਗ ਨਹੀਂ ਹੈ। ਇਹ ਮਤਲਬ ਜਿੰਨਾ ਕੁਝ ਮੈਂ ਪੜ੍ਹਿਆ, ਜਿੰਨੀ ਫੋਕਲੋਰ ਮੈਂ ਪੜ੍ਹੀ ਹੈ, ਜੋ ਰੈਜ਼ਿਸਟੈਂਸ ਇੱਥੇ ਪੰਜਾਬ ਵਿੱਚ ਵੀ ਹੋਈ ਹੈ ਸਾਡੀ, ਉਹ ਵੀ ਲੋਕਲ ਰੈਜ਼ਿਸਟੈਂਸ ਹੈ, ਉਹਦਾ ਤਾਲੁਕ ਵੀ ਜਿਹੜਾ ਉਹ ਲੋਕਲ ਹੈ। ਸੋ ਇਹ ਜਿਹੜੀ ਸਾਡੀ ਆਪਣੀ ਪੰਜਾਬ ਦੀ ਰੈਜ਼ਿਸਟੈਂਸ ਹੈ, ਸਾਡੀ ਰਾਏ ਦੀ ਰੈਜ਼ਿਸਟੈਂਸ ਜਿਹੜੀ ਹੈ, ਉਹ ਲੋਕਲ ਫਨਾਮੇਨਨ ਨੂੰ ਗਿਣਦਾ ਮੈਂ ਆਪਣੇ ਤੌਰ ਤੇ ਉਹਨੂੰ। ਉਹ ਕੋਈ ਬਹਾਦਰ ਸ਼ਾਹ ਜ਼ਫਰ ਵਾਸਤੇ ਜਾਂ ਮੁਗਲ ਸਲਤਨਤ ਵਾਸਤੇ ਰੈਜ਼ਿਸਟੈਂਸ ਨਹੀਂ ਸੀ, ਉਹ ਇੱਕ ਲੋਕਲ, ਇੱਕ ਜੰਗਲੀ ਦੀ ਇੰਡੀਪੈਂਡੈਂਸ ਦਾ ਕੁਐਸਚਨ ਸੀ ਕਿ ਮੇਰੀ ਜਿਹੜੀ ਇੰਡੀਪੈਂਡੈਂਸ ਹੈ, ਮੇਰੀ ਜਿਹੜੀ ਲੋਕੈਲਿਟੀ ਹੈ, ਮੇਰੇ ਵਿੱਚ ਆ ਕੇ ਬਾਹਰ ਦਾ ਬੰਦਾ ਮੈਨੂੰ ਕਿਉਂ ਤੜੀਆਂ ਲਾ ਰਿਹਾ, ਮੈਨੂੰ ਰੋਕਣ ਦੀ, ਮੈਨੂੰ ਡੱਕਣ ਦੀ ਕਿਉਂ ਕੋਸ਼ਿਸ਼ ਕਰ ਰਿਹਾ, ਮੇਰੇ ਬੰਦੇ ਕਿਉਂ ਚੁੱਕ ਰਿਹਾ। ਉਹ ਰੈਜ਼ਿਸਟੈਂਸ ਦਾ ਕੰਟੈਕਸਟ ਜਿਹੜਾ ਉਹ ਲੋਕਲ ਹੈ, ਉਹਨੂੰ 1857 ਦੀ ਜੰਗ ਆਜ਼ਾਦੀ ਜਾਂ ਮਿਊਟਨੀ ਜਾਂ ਜੋ ਵੀ ਉਹਨੂੰ ਆਖੋ, ਉਹਦੇ ਨਾਲ ਜੋੜਨਾ ਮੁਨਾਸਿਬ ਨਹੀਂ ਹੈ ਐਜ਼ ਸੱਚ। ਇਹ ਮੈਂ ਇਸ ਤਰ੍ਹਾਂ ਸਮਝਦਾ ਹਾਂ। ਔਰ ਜਿਹੜੀ ਫੋਕਲੋਰ ਜਿਹੜੀਆਂ ਵਾਰਾਂ ਅਸਾਂ ਪੜ੍ਹੀਆਂ ਨੇ, ਉਹਦੇ ਵਿੱਚ ਕੋਈ ਕਿਸੇ ਮੁਗਲ ਬਾਦਸ਼ਾਹ ਦਾ ਜਾਂ ਬਹਾਦਰ ਸ਼ਾਹ ਜ਼ਫਰ ਦਾ ਜਾਂ ਸਲਤਨਤ ਦਾ ਜ਼ਿਕਰ ਨਹੀਂ ਹੈ। ਉਹ ਲੋਕਲ ਰੈਜ਼ਿਸਟੈਂਸ ਹੈ, ਇੱਕ ਲੋਕ ਨਾਬਰ ਹੈ ਜਿਹੜਾ ਕਿ ਕਿਸੇ ਦੀ ਬੰਦਬਾਸ਼ੀ ਨਹੀਂ ਮੰਨਣਾ ਚਾਹੁੰਦਾ, ਉਹਦੇ ਨਾਲ ਲੜ ਰਿਹਾ, ਉਹ ਕੋਈ ਵੀ ਹੋਏ। ਉਹ ਫਿਰ ਤੁਹਾਨੂੰ ਵੀ ਪਤਾ ਕਿ ਉਹ ਕਿਸ ਨਾਲ ਜਿਹੜਾ ਵੀ ਬਹਿੰਦਾ ਸੀ ਲਾਹੌਰ ਦਰਬਾਰ, ਉਹਦੇ ਨਾਲ ਲੜਾਈ ਹੁੰਦੀ ਸੀ। ਸੋ ਇੱਕ ਤੇ ਇਹ ਪੁਆਇੰਟ ਹੈ। ਬਟ ਐਨੀਵੇ 1857 ਤੋਂ ਬਾਅਦ ਜਿਹੜੀਆਂ ਫੌਜੀ ਯੂਨਿਟਸ ਕ੍ਰੀਏਟ ਹੋਈਆਂ ਨੇ, ਉਹਦੇ ਵਿੱਚ ਪੰਜਾਬੀਆਂ ਦਾ ਵਧਾ ਵੱਧਦਾ ਗਿਆ। ਔਰ ਕਿਉਂ ਹੋਇਆ, ਜਿਹੜੀ ਮੈਂ ਇਹਨੂੰ ਸਮਾਪਤੀ ਕਰਾਂਗੇ ਉਹ ਮੈਂ ਬਾਅਦ ਚ ਆਵਾਂਗਾ ਕਿ ਉਸ ਸਾਰਿਆਂ ਦਾ ਫਾਇਦਾ ਜਾਂ ਨੁਕਸਾਨ ਕੀ ਹੋਇਆ। ਲੇਕਿਨ ਇਸ ਤੋਂ ਪਹਿਲੇ ਕਿ ਅਸੀਂ ਨੰਬਰ ਵਿੱਚ ਜਾਈਏ, ਔਰ ਇਹੀ ਵਜ੍ਹਾ ਕਿ ਪੰਜਾਬ ਨੂੰ ਸੋਰਡ ਆਰਮ ਆਫ ਦਾ ਰਾਜ ਆਖਿਆ ਗਿਆ। ਜਿਹੜਾ ਕਨਸੈਪਟ ਸੀ ਨਾ ਜੀ ਪੰਜਾਬੀਆਂ ਦੀ ਭਰਤੀ ਦਾ, 4-5 ਬੰਦੇ ਬੜੇ ਮੇਜਰ ਨੇ ਜਿਨ੍ਹਾਂ ਨੇ ਪੰਜਾਬੀਆਂ ਦੇ ਨੂੰ ਭਰਤੀ ਕਰਨ ਦਾ ਸੋਚਿਆ 1849 ਤੋਂ ਬਾਅਦ। ਔਰ ਪਹਿਲੇ ਮੈਂ ਨੰਬਰ ਤੋਂ ਸ਼ੁਰੂ ਕਰਾਂਗਾ ਤਾਂ ਕਿ ਅਸੀਂ ਉਸ ਤੋਂ ਬਾਅਦ ਮੈਂ ਮਾਰਸ਼ਲ ਰੇਸ ਥਿਊਰੀ ਦੇ ਆਉਣਾ ਕਿ 1857 ਦੇ ਵਿੱਚ ਆਰਮੀ ਜਿਹੜੀਆਂ ਸਨ ਉਹ ਪ੍ਰੈਜ਼ੀਡੈਂਸੀ ਦੀਆਂ ਆਰਮੀ ਸਨ, ਬ੍ਰਿਟਿਸ਼ ਇੰਡੀਆ ਆਰਮੀ ਨਹੀਂ ਸੀ। ਹਰ ਪ੍ਰੈਜ਼ੀਡੈਂਸੀ ਦੀ ਆਪਣੀ ਫੌਜ, ਉਹ ਇੱਕ ਸਿੰਗਲ ਫੌਜ ਨਹੀਂ ਸੀ ਜਿਹਨੂੰ ਕਿ ਬ੍ਰਿਟਿਸ਼ ਆਰਮੀ ਸੀ ਜਾਂ ਬ੍ਰਿਟਿਸ਼ ਇੰਡੀਅਨ ਆਰਮੀ ਜਿਹਨੂੰ ਆਖਿਆ ਗਿਆ ਬਾਅਦ ਚੋਂ। ਉਦੋਂ ਬੰਗਾਲ ਰੈਜੀਮੈਂਟ ਸੀ, ਬੰਗਾਲ ਪ੍ਰੈਜ਼ੀਡੈਂਸੀ ਦੀ, ਮਦਰਾਸ ਪ੍ਰੈਜ਼ੀਡੈਂਸੀ ਔਰ ਬੰਬੇ ਦੀ। ਔਰ 41 ਮੈਂ ਜਿਹੜੇ ਨੰਬਰ ਮੇਰੇ ਕੋਲ ਹੈ ਨੇ ਕਿ 1857 ਦੇ ਵਿੱਚ 41 ਕੈਵਲਰੀ ਸਵਾਰ ਜਿਹੜੇ ਕਿ ਘੋੜਸਵਾਰ ਸਨ, 41 ਰੈਜੀਮੈਂਟ ਸਨ ਬੰਗਾਲ ਦੀਆਂ, 118 ਫੌਜ ਸਨ ਪੈਦਲ ਇਨਫੈਂਟਰੀ ਰੈਜੀਮੈਂਟਸ ਜਿਹੜੀਆਂ ਨੇ ਉਹ। ਮਦਰਾਸ ਦੀਆਂ ਐਵੇਂ 13 ਤੇ 61 ਔਰ ਕੈਵਲਰੀ ਦੀਆਂ 8 ਤੇ 32। ਸੋ ਟੋਟਲ ਜਿਹੜੀ ਨੇਟਿਵ ਆਰਮੀ ਜਿਹਨੂੰ ਆਖਦਾ ਗੋਰਾ 1857 ਦੇ ਵਿੱਚ, ਉਹਦੇ ਵਿੱਚ ਕੋਈ ਪੰਜਾਬ ਦੀ ਰੈਜੀਮੈਂਟ ਨਹੀਂ, ਕੋਈ ਪੰਜਾਬ ਦੀ ਆਪਣੀ ਪ੍ਰੈਜ਼ੀਡੈਂਸੀ ਦੇ ਐਸੀ ਨਹੀਂ। 62 ਕੈਵਲਰੀ ਰੈਜੀਮੈਂਟਸ ਨੇ ਔਰ 211 ਜਿਹੜੀਆਂ ਉਹ ਇਨਫੈਂਟਰੀ ਰੈਜੀਮੈਂਟਸ ਨੇ। ਹੁਣ 1857 ਚ ਜਦੋਂ ਕਹਾਣੀ ਸ਼ੁਰੂ ਹੋਈ ਹੈ ਔਰ ਰਿਵੋਲਟ ਜਦੋਂ ਹੋਇਆ ਫੌਜੀਆਂ ਦੇ ਵਿੱਚ, ਔਰ ਪ੍ਰਾਇਮਰੀਲੀ ਉਹ ਬੰਗਾਲ ਦਾ ਜਿਹੜਾ ਰਿਵੋਲਟ ਹੈ, ਉਸ ਤੋਂ ਬਾਅਦ ਪੰਜਾਬੀਆਂ ਦੀ ਭਰਤੀ ਸ਼ੁਰੂ ਹੋਈ ਹੈ। ਔਰ ਅਸੀਂ ਹੁਣ ਉਸ ਨੰਬਰ ਤੇ ਆਉਂਦੇ ਹਾਂ। ਹੁਣ 1857 ਤੋਂ ਜਦੋਂ ਅਸੀਂ 1861 ਤੇ ਆਉਂਦੇ ਹਾਂ ਔਰ ਉਹ ਭਰਤੀ ਉਹਨੇ ਪੰਜਾਬੀਆਂ ਦੀ ਕਰਨੀ ਕਿਉਂ ਸ਼ੁਰੂ ਕੀਤੀ ਹੈ, ਉਹ ਮਾਰਸ਼ਲ ਰੇਸ ਥਿਊਰੀ ਦਾ ਜਿਹੜਾ ਵਿਕਟੋਰੀਅਨ ਕਨਸੈਪਟ ਹੈ ਸੀ, ਉਹਦੀ ਬੇਸਿਸ ਦੇ ਉੱਤੇ ਪੰਜਾਬੀ ਭਰਤੀ ਹੋਣੇ ਸ਼ੁਰੂ ਹੋਏ ਨੇ। ਉਹਨੂੰ ਥੋੜਾ ਜਿਹਾ ਅਸੀਂ ਡੀਕਨਸਟਰਕਟ ਕਰਾਂਗੇ, ਲੇਕਿਨ ਨੰਬਰ ਦੇਣੇ ਜ਼ਰੂਰੀ ਨੇ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਇਹ ਜਿਹੜਾ ਸਾਡਾ ਐਕਸਪੀਰੀਅੰਸ ਡਿਰਾਈਵ ਵੀ ਹੋ ਰਿਹਾ ਥਰੂ ਮਿਲਟਰੀ ਰਿਕਰੂਟਮੈਂਟ, ਉਹ ਕਿਵੇਂ ਹੋ ਰਿਹਾ। 1851 ਦੀ 1861 ਦੀ ਜਿਹੜੇ ਨੰਬਰਸ ਨੇ, ਉਹਦੇ ਵਿੱਚ ਹਿੰਦੁਸਤਾਨੀ ਰੈਜੀਮੈਂਟਸ ਨੇ 28, ਪੰਜਾਬੀ ਰੈਜੀਮੈਂਟਸ ਇਨਕਲੂਡਿੰਗ ਸਿੱਖਾਂ ਨੇ ਵੀ ਹੁਣ ਨੌਕਰੀ ਸ਼ੁਰੂ ਕਰ ਦਿੱਤੀ ਸੀ,
ਲਾਹੌਰ ਦਰਬਾਰ ਦੇ ਡਿੱਗਣ ਤੋਂ ਬਾਅਦ ਅਗਲੇ ਵੇਖ ਲਓ ਕਿ ਕਿੰਨੇ ਸਾਲ ਹੋ ਜਾਂਦੇ ਨੇ 20-25 ਸਾਲ ਵਿੱਚ ਰਿਕਰੂਟਮੈਂਟ ਉਹਨਾਂ ਨੂੰ ਵੀ ਟਰਸਟ ਆ ਗਿਆ ਸੀ ਕਿ ਉਹਨਾਂ ਨੇ ਸਿੱਖ ਰਿਕਰੂਟ ਕਰਨੇ ਸ਼ੁਰੂ ਕਰ ਦਿੱਤੇ। ਔਰ ਕਿਉਂ? ਅਗੇਨ ਮਾਰਸ਼ਲ ਰੇਸ ਥਿਊਰੀ। ਔਰ ਪੰਜਾਬੀ ਮੁਸਲਮਾਨ ਜਿਹਨੂੰ ਕਿ ਮੁਹੰਮਡਨਸ ਕਹਿੰਦੇ ਨੇ, ਪੰਜਾਬੀ ਮੁਸਲਮਾਨਾਂ ਦੀ ਰਿਕਰੂਟਮੈਂਟ ਵੀ ਸ਼ੁਰੂ ਹੋ ਗਈ ਹੈ, ਡੋਗਰਿਆਂ ਦੀ ਰਿਕਰੂਟਮੈਂਟ ਵੀ ਹੋਈ ਹੈ। ਉਦੋਂ ਉਹਨਾਂ ਨੇ ਪੰਜਾਬ ਫਰੰਟੀਅਰ ਫੋਰਸ ਕੱਢੀ ਹੈ, ਜਿਹਦੀ ਕਿ 10 ਪੰਜਾਬ ਫਰੰਟੀਅਰ ਫੋਰਸ ਦੀਆਂ ਰੈਜੀਮੈਂਟਸ ਬਣਾਈਆਂ ਗਈਆਂ ਨੇ 1861 ਦੇ ਵਿੱਚ, ਔਰ 5 ਗੋਰਖਾ ਰੈਜੀਮੈਂਟਸ ਬਣਾਈਆਂ ਨੇ। ਸੋ 1857 ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਰੁਖ ਮੋੜਿਆ ਪੰਜਾਬ ਵਾਲੇ ਪਾਸੇ। ਔਰ ਉਹ ਕਿਉਂ ਮੋੜਿਆ? ਉਸ ਦਾ ਉਹਦੇ ਵਿੱਚ ਇੱਕ ਇੰਟਰਸਟਿੰਗ ਥਿਊਰੀਜ਼ ਨੇ ਔਰ ਉਹ ਜਿਹੜੀ ਥਿਊਰੀ ਅਸਾਂ ਸੁਣੀ ਹੈ ਸਾਰੀ ਮਾਰਸ਼ਲ ਰੇਸਿਸ ਦੀ, ਜਿਹੜੀ ਕਿ ਬੜੀ ਕਾਸਟਿਸਟ ਥਿਊਰੀ ਹੈ ਪ੍ਰਾਇਮਰੀਲੀ, ਜਿਹਦੀ ਬੇਸ ਦੇ ਉੱਤੇ ਬਰਥੀ ਹੋਈ ਹੈ। ਪਹਿਲਾ ਬੰਦਾ ਜਿਹਨੇ ਮਾਰਸ਼ਲ ਰੇਸ ਥਿਊਰੀ ਦਿੱਤੀ ਹੈ ਉਹਦਾ ਨਾਮ, ਜਿਹੜਾ ਰਿਸਰਚ ਜਿਹੜੀ ਮੈਂ ਕੀਤੀ ਹੈ, ਜਿਹੜੀਆਂ ਕਿਤਾਬਾਂ ਮੈਂ ਪੜ੍ਹੀਆਂ ਨੇ, ਉਹਦੇ ਵਿੱਚ ਉਹ ਜੌਨ ਮੈਲਕਮ ਦਾ ਹੁੰਦਾ, ਜਿਹੜਾ ਕਿ ਕਰਨਲ ਹੈ। ਉਹਦੀ ਕਿਤਾਬ ਹੈ 1812 ਦੀ। ਉਹਦੇ ਵਿੱਚ ਉਹ ਕਿਤਾਬ ਅਗਰ ਕੁਝ ਲੋਕਾਂ ਨੇ ਪੜ੍ਹੀ ਹੋਣੀ, ਸਕੈਚਿਸ ਆਫ ਸਿੱਖਸ ਇਨ ਪੰਜਾਬ। ਉਹਦਾ ਇੱਕ ਬੇਸਿਕਲੀ ਇੱਕ ਪੇਪਰ ਹੈ, ਇੱਕ ਥੀਸਿਸ ਹੈ, ਕੋਈ 78-80 ਸਫੇ ਦਾ। ਉਹਦੇ ਵਿੱਚ ਪਹਿਲੀ ਵਾਰ ਉਹਨੇ ਰੇਸ ਸਿੱਖਸ ਨੂੰ ਐਜ਼ ਏ ਸੈਪਰੇਟ ਰੇਸ ਦੇ ਤੌਰ ਤੇ ਗਿਣਿਆ, ਔਰ ਉਹਨਾਂ ਦੀ ਜਿਹੜੀ ਮਾਰਸ਼ਲ ਕੁਆਲਿਟੀਜ਼ ਹੈ ਸਨ, ਉਹਨਾਂ ਕੁਆਲਿਟੀਜ਼ ਦਾ ਉਹਨੇ ਮੈਂਸ਼ਨ ਕੀਤਾ। ਨਾਲ ਉਹਨੇ ਮੁਹੰਮਡਨ ਜਿਹੜੇ ਉਹਨਾਂ ਨੂੰ ਵੀ ਐਜ਼ ਏ ਸੈਪਰੇਟ ਰੇਸ ਗਿਣਿਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਗੋਰਾ ਉਸ ਟਾਈਮ ਤੇ ਰੇਸ ਨੂੰ ਕਿਵੇਂ ਵੇਖ ਰਿਹਾ ਸੀ। ਸੋ 1812 ਦੇ ਵਿੱਚ ਪਹਿਲੀ ਵਾਰ ਉਹਨੇ ਇਹ, ਜਿਹਨੂੰ ਕਿ ਪੰਜਾਬ ਨੂੰ ਉਹਨਾਂ ਨੇ ਕੰਟਰੀ ਆਫ ਸਿੱਖਸ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੰਟਰੀ ਆਫ ਸਿੱਖਸ ਹੈ। ਇਹਦੇ ਵਿੱਚ ਹੁਣ ਬਜ਼ਾਇਰ ਕਿਤਨੀਆਂ ਨਸਲਾਂ ਸਨ, ਮੈਜੋਰਿਟੀ ਤੇ ਮੁਸਲਮਾਨ ਸਨ, ਲੇਕਿਨ ਕਿਉਂਕਿ ਮਾਰਸ਼ੀਐਲਿਟੀ ਔਰ ਹਕੂਮਤ ਔਰ ਜਿਹੜੀ ਖਾਲਸਾ ਔਰ ਪੰਜਾਬੀ ਆਰਮੀ ਉਹਨੂੰ ਆਖਦੇ, ਲੇਕਿਨ ਪ੍ਰੈਕਟੀਕਲੀ ਮੈਜੋਰਿਟੀ ਤੇ ਖਾਲਸਾ ਹੀ ਸਨ। ਜਿਹੜੀ ਖਾਲਸਾ ਆਰਮੀ ਹੈ ਉਹਨੂੰ ਵੇਖ ਕੇ ਉਹਨੂੰ ਕੰਟਰੀ ਆਫ ਸਿੱਖਸ ਵੀ ਆਖਣਾ ਸ਼ੁਰੂ ਕਰ ਦਿੱਤਾ, ਕਿਉਂਕਿ ਅਗੇਨ ਜਦੋਂ ਕੋਈ ਬੰਦਾ ਕੰਕਰ ਕਰਨ ਆ ਰਿਹਾ ਤੇ ਉਹ ਉਸੇ ਹਿਸਾਬ ਨਾਲ, ਜਿਵੇਂ ਮੁਗਲ ਮੁਸਲਮਾਨ ਬਣ ਗਏ ਨੇ, ਉਹਨਾਂ ਦੀ ਕੋਈ ਰੇਸ ਨਾ ਕਾਸਟ ਕੁਝ ਨਹੀਂ ਰਹੀ, ਨਾ ਉਹ ਸਾਊਥ ਸੈਂਟਰਲ ਏਸ਼ੀਅਨ ਰਹੇ ਨੇ, ਇਸੇ ਹਿਸਾਬ ਨਾਲ ਚੀਜ਼ਾਂ ਜਿਵੇਂ ਡਿਵਾਈਡ ਐਂਡ ਰੂਲ ਵਾਲੀ ਕਹਾਣੀ ਕੀਤੀ, ਇਸ ਤਰ੍ਹਾਂ ਉਹਨਾਂ ਨੇ ਵੀ ਸੈਪਰੇਟ ਹੋ ਕੇ ਵੇਖਣਾ ਸ਼ੁਰੂ ਕਰ ਦਿੱਤਾ। 1812 ਤੋਂ ਬਾਅਦ ਜਿਹੜਾ ਮੇਜਰ ਆਦਮੀ ਹੈ ਉਹ ਫਰੈਡਰਿਕ ਸਲੀ ਰਾਬਰਟਸ, ਜਿਹਨੂੰ ਕਿ ਬਾਬ ਬਹਾਦਰ ਰੱਖਦੇ ਹੁੰਦੇ ਆ, ਲੋਕਲ ਫੌਜੀ, ਨੇਟਿਵ ਫੌਜੀ। ਇਹ ਮਦਰਾਸ ਆਰਮੀ ਦੇ ਚੀਫ ਹੈ 1880 ਤੋਂ ਗਿਣ ਕੇ 1885 ਤੱਕ। ਔਰ ਉਸ ਤੋਂ ਬਾਅਦ ਇੰਡੀਅਨ ਆਰਮੀ ਜਦੋਂ ਮਰਜ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਸ਼ਨਰ ਤੋਂ ਪਹਿਲੇ ਦੀ, ਉਹਨੂੰ ਜਿਹੜਾ ਮਾਰਸ਼ਲ ਰੇਸ ਥਿਊਰੀ ਦਾ ਕਨਸੈਪਟਸ ਨੂੰ ਆਪਰੇਸ਼ਨਲਾਈਜ਼, ਜਿਹਨੂੰ ਅਸੀਂ ਅੰਗਰੇਜ਼ੀ ਚਾਹਦੇ ਹਾਂ, ਯਾਨੀ ਉਹਨੂੰ ਦਾ ਜਦੋਂ ਪੈਰਾਏ ਚ ਲੈ ਕੇ ਆਇਆ, ਜਾਂ ਉਹ ਰਾਬਰਟਸ ਲੈ ਕੇ ਆਇਆ। ਔਰ ਰਾਬਰਟਸ ਦੀ ਇੱਕ ਮੈਂ ਕੋਟੇਸ਼ਨ ਸੁਣਾਉਣੀ ਜ਼ਰੂਰੀ ਹੈ ਕਿ 1890 ਦੇ 8 ਫਰਵਰੀ ਦੇ ਮਿੰਟਸ ਦਾ ਨੋਟਸ ਨੇ, ਉਹਦੇ ਵਿੱਚ ਉਹਦੀ ਇੱਕ ਕੋਟੇਸ਼ਨ। ਉਹ ਕਹਿੰਦਾ ਜੀ, ਉਹ ਮੈਂ ਅੰਗਰੇਜ਼ੀ ਪੜਾਂਗਾ। I have no hesitation myself in stating that except Gorkhas, Dogras, Sikhs, the pick of Punjabi Mohammedans, Hindustanis of the Jat and Rangad caste, and certain classes of Pathan, there are no native soldiers in our service whom we could venture with safety to place in the field against Russians. ਹੁਣ ਉਹ ਕਹਿ ਰਿਹਾ ਕਿ ਜਦੋਂ ਅਸੀਂ ਫੌਜ ਨੂੰ ਖੜੀ ਕਰ ਰਹੇ ਹਾਂ ਤਾਂ ਫੌਜ ਉਹ ਕਿਉਂ ਖੜੀ ਕਰ ਰਿਹਾ? ਉਹਨਾਂ ਨੂੰ ਹਮੇਸ਼ਾ ਹੀ ਡਰ ਲੱਗਾ ਰਿਹਾ ਉਹਨਾਂ ਨੂੰ ਕਿ ਰਸ਼ੀਆ ਸਾਨੂੰ ਅਫਗਾਨਿਸਤਾਨ ਦੇ ਥਰੂ ਸਾਡੇ ਤੇ ਹਮਲਾ ਕਰੇਗਾ। ਉਹ ਕਹਿ ਰਿਹਾ ਕਿ ਭਾਈ ਇਹ ਜਿਹੜੇ ਮਦਰਾਸੀ ਤੇ ਇਹ ਜਿਹੜੇ ਬੰਗਾਲੀ ਫੌਜ ਅਸਾਂ ਖੜੀ ਕੀਤੀ ਹੈ ਪ੍ਰੈਜ਼ੀਡੈਂਸੀਆਂ ਦੀ, ਮੈਂ ਪੂਰੇ ਤਜਰਬੇ ਨਾਲ ਕਹਿ ਰਿਹਾ ਕਿ ਇਹ ਮੁਕਾਬਲਾ ਨਹੀਂ ਕਰ ਸਕਦੇ ਰਸ਼ੀਅਨ ਦਾ। ਸਾਨੂੰ ਇਹ ਜਿਹੜੇ ਨੇ, ਇਹ ਜਿਹੜੀਆਂ ਕਾਸਟ ਨੇ, ਮਾਰਸ਼ਲ ਰੇਸਿਸ ਨੇ, ਇਹਨਾਂ ਦੇ ਵਿੱਚੋਂ ਹਾਇਰ ਕਰਨਾ ਅਗਰ ਅਸਾਂ ਵਾਕਈ ਫੌਜ ਖੜੀ ਕਰਨੀ ਹੈ। ਔਰ ਬ੍ਰਿਟਿਸ਼ ਮਿਲਟਰੀ ਦਾ ਹਮੇਸ਼ਾ ਬਿਲੀਵ ਰਿਹਾ that some Indians are inherently more warlike than others, while southern and eastern Indians had become effete through racial degeneracy. ਉਹ ਕਹਿੰਦਾ ਕਿ ਸਾਊਥ ਈਸਟ ਇੰਡੀਅਨ ਜਿਹੜੇ ਨੇ, ਇਹਨਾਂ 'ਚ ਰੇਸ਼ਲ ਡੀਜਨਰੇਸੀ ਹੋ ਗਈ ਹੈ, ਇਹਨਾਂ ਦੇ ਵਿੱਚ ਉਹ ਜਿਹੜੀ ਮਾਰਸ਼ਲ ਰੇਸ ਕੁਆਲਿਟੀਜ਼ ਨੇ ਉਹ ਨਹੀਂ ਰਹੀਆਂ। ਹੁਣ ਸਿਰਫ ਜਿਹੜੇ ਨਾਰਥ ਇੰਡੀਅਨ ਔਰ ਇਹ ਜਿਹੜੀ ਬੈਲਟ ਹੈ ਸਿੱਖਾਂ ਦੀ, ਕੁਝ ਡੋਗਰੇ, ਕੁਝ ਮੁਹੰਮਡਨਸ ਜਿਹੜੇ ਨੇ, ਇਹਨਾਂ ਦੀ ਜਿਹੜੀ ਬੈਲਟ ਹੈ ਇਹਦੇ ਵਿੱਚੋਂ ਅਸਾਂ ਹਾਇਰ ਕਰਨਾ। ਇਹ ਪ੍ਰਾਇਮਰੀਲੀ ਥਿਊਰੀ ਜਿਹੜੀ ਫਰੈਡਰਿਕ ਰਾਬਰਟਸ ਦੀ ਸੀ। ਉਸ ਤੋਂ ਬਾਅਦ ਕਿਚਨਰ ਆ ਗਿਆ। ਕਿਚਨਰ ਬਹੁਤ ਮਸ਼ਹੂਰ ਆਦਮੀ ਜਿਹਨੇ ਪੜ੍ਹਿਆ ਸਾਰੇ, ਜਿਹਦੀ ਵਜ੍ਹਾ ਤੋਂ ਵਾਇਸਰਾਏ ਨੂੰ ਰਿਜ਼ਾਈਨ ਵੀ ਕਰਨਾ ਪੈ ਗਿਆ। ਸੋ ਜਿਹੜਾ ਪਹਿਲਾ ਇੱਕ ਕਿਸਮ ਦਾ ਫੀਲਡ ਮਾਰਸ਼ਲ ਸੀ ਬ੍ਰਿਟਿਸ਼ ਇੰਡੀਅਨ ਫੌਜ ਦਾ, ਕਿਚਨਰ ਸੀ। ਕਿਚਨਰ ਪ੍ਰੋਡਿਜੀ ਸੀ ਬੇਸਿਕਲੀ ਰਾਬਰਟਸ ਦਾ। ਉਹਨੇ ਉਸੇ ਮਾਰਸ਼ਲ ਰੇਸ ਥਿਊਰੀ ਨੂੰ ਅੱਗੇ ਕੀਤਾ ਔਰ ਉਹਨੇ ਰੀਆਰਗਨਾਈਜ਼ ਕੀਤੀ ਹੈ ਬ੍ਰਿਟਿਸ਼ ਆਰਮੀ, ਜਿਹਦੇ ਵਿੱਚ ਪੰਜਾਬੀਆਂ ਦਾ ਹਿੱਸਾ ਜਿਹੜਾ ਉਹ ਵੱਧਦਾ ਗਿਆ ਔਰ ਉਹ ਚੱਲਦਾ ਗਿਆ ਐਂਡ ਵਰਲਡ ਵਾਰ 1 ਔਰ ਉਸ ਤੱਕ ਉਹਦਾ ਇੱਕ ਆਪਣਾ ਇੱਕ ਰੋਲ ਹੈ ਵਰਲਡ ਵਾਰ 1 ਦਾ ਹੋਇਆ। 3 ਮੇਜਰ ਐਲੀਮੈਂਟਸ ਸਨ ਫੌਜ ਬਣਾਉਣ ਦੇ ਬ੍ਰਿਟਿਸ਼ ਇੰਡੀਆ ਦੇ। ਡਿਫੈਂਸ ਆਫ ਨਾਰਥ ਵੈਸਟ ਫਰੰਟੀਅਰ ਆਫ ਇੰਡੀਆ ਰਸ਼ੀਆ ਦੇ ਖਿਲਾਫ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ। ਹੁਣ ਇੰਟਰਨਲ ਸਿਕਿਉਰਿਟੀ ਜਿਹੜੀ ਸੀ ਉਹ ਵੀ ਉਹਨਾਂ ਦਾ ਹੀ ਕੰਮ ਸੀ, ਉਸੇ ਫੌਜ ਦੇ ਜ਼ਿੰਮੇ, ਪੁਲਿਸ ਦੇ ਥਰੂ ਨਹੀਂ ਕੀਤਾ ਕੰਮ ਨੇ, ਉਹ ਫੌਜ ਦੇ ਥਰੂ ਪ੍ਰਾਇਮਰੀਲੀ ਕੀਤਾ। ਔਰ ਤੁਸੀਂ ਵੇਖ ਲਓ ਕਿ ਕੀ ਰੀਪਰਕਸ਼ਨਸ ਨੇ ਅਜੇ ਤੱਕ ਸਾਡੇ ਰੀਜਨ ਦੇ ਵਿੱਚ।
और तीजी सी जी कि World War I असां वेख्या और World War II वेख्या, और जो चाइना भी भेजे ने उन्होंने सिख फौजी भी भेजे ने और अफगानिस्तान भी भेजे ने उन्होंने, वो सी कि इंपीरियल परपज़ ਜਿਹੜੇ ओवरसीज ने उन्होंने भी असां ब्रिटिश इंडियन आर्मी के थ्रू फोर्स करना। अच्छा, रॉबर्ट्स की एक होर कोटेशन जी वो बड़ी इंटरेस्टिंग है, जिस वो हुण कास्ट लैवल तक जा रहा, एक तो रेस तो थी होगी, हुण वो कास्टां तक जा रहा। ਉਹਦੀ quotation है कि since the members of these tribes, most prominently the Gakhars, Janjuas, Awans and Rajput Tiwanas, classified broadly by the military authorities as Punjabi Muslims, ਇਹ ਹੁਣ ਰੌਬਰਟਸ ਦੀ ਨੂੰ ਰੀਫਰੇਜ਼ ਕਰ ਰਿਹਾ। ਇਹਨਾਂ ਦੀ ਜਿਹੜਾ ਟਰੈਕ ਰਿਕਾਰਡ ਹੈ ਉਹਨੂੰ ਅੱਗੇ ਵੇਖਦੇ ਆ, ਸਾਨੂੰ ਇਹ ਬੰਦੇ ਚਾਹੀਦੇ ਨੇ ਹੁਣ ਆਪਣੀ ਫੌਜ ਦੇ ਵਿੱਚ, ਐਂਡ ਦੈਟ ਇਜ਼ ਹਾਊ ਇਟ ਆਲ ਸਟਾਰਟਡ। ਇਹਦਾ ਹੁਣ ਇੰਪੈਕਟ ਕੀ ਹੋਇਆ ਸਾਡੇ ਉੱਤੇ? ਇਹਦਾ ਹੁਣ ਇੰਪੈਕਟ ਇਹ ਹੋਇਆ कि और जेडे नॉन पंजाबी राइटर्स ने बहुत सारे वो मंदे है, स्पैशली रजत मजमदार और जेडे बंगाली राइटर्स ने, बंगाली इंटैलीजेंसी है, वो है कहता कि पंजाब दा जदों रिलेशनशिप डिवेलप होया, मिलिटरी रिलेशनशिप गोरियां दे नाल और फौज दे नाल, उहदे नाल पंजाब नूं फायदा होया और वो उहनूं मोनेटाइज करदा। स्पैशली रजत दी किताब है, रजत जेडे अपने स्टैटिस्टिक्स और डेटा जिन्हों असीं IT दी वर्ड कहने कि डेटा इज द किंग, ਉਹ ਉਹਨੂੰ ਯੂਜ਼ ਕਰਦੇ ਆ, ਕਹਿੰਦਾ ਕਿ ਪੰਜਾਬ ਨੂੰ ਫੌਜੀ ਭਰਤੀ ਦੀ ਵਜ੍ਹਾ ਤੋਂ ਪੰਜਾਬ ਨੂੰ ਜਿੰਨਾ ਫਾਇਦਾ ਹੋਇਆ, ਇਹਦੀ ਸਾਰੀ ਡਿਵੈਲਪਮੈਂਟ ਹੋਈ ਹੈ, ਇਹ ਪੰਜਾਬ ਜਿਸ ਤਰ੍ਹਾਂ ਦੀ ਹੋਈ ਹੈ ਉਸ ਤਰ੍ਹਾਂ ਦੀ ਕਿਤੇ ਹੋਰ ਨਹੀਂ ਹੋਈ। ਉਹਦੀਆਂ ਦੋ ਚਾਰ ਜਿਹਨੂੰ ਮੈਂ ਸਮਰਾਈਜ਼ ਕੀਤਾ ਔਰ ਉਹ ਬੜਾ ਇੰਟਰਸਟਿੰਗ ਹੈ, ਔਰ ਜਦੋਂ ਅਸੀਂ World War I ਦੀ ਰਿਕਰੂਟਮੈਂਟ ਤੇ ਜਾਵਾਂਗੇ ਤੇ ਉਹ ਕਹਿੰਦਾ ਜੀ ਪੋਸਟ 87 ਇੰਟਰਡਿਪੈਂਡੈਂਟ ਰਿਲੇਸ਼ਨਸ਼ਿਪ ਕ੍ਰੀਏਟ ਹੋਇਆ ਕਿ ਪੰਜਾਬ ਦਾ ਔਰ ਗੋਰੇ ਦਾ ਇੰਟਰਡਿਪੈਂਡੈਂਟ, क्योंकि कुछ हज़ार ब्रिटिश फौजियां, ये सारे स्कॉलर्स का मनना है, कुछ हज़ार ब्रिटिश फौजियां की वजह तो ते पंजाब की मैसिव रिक्रूटमेंट की वजह तो पंजाब एटलीस्ट 50% हो गया, असीं नंबर देवांगे जो 1914 की वर्ल्ड वार बाद और 1819 तक आउंदे पंजाब ब्रिटिश इंडिया दे विच जिहड़ी पंजाब उस टाइम दा ब्रिटिश पंजाब जिहड़ा उसकी जिहड़ी रिक्रूटमेंट है of at least around 50% हो गई है पूरी ब्रिटिश इंडियन आर्मी दे विच, और अराउंड अद्धे अगर नॉन सर्विस भी पा लो, नॉन कंबैटेंट्स भी पा लो, ते अद्धे जिहड़ी अद्धी फौज है वो पंजाबियां दी फौज है, जो पंजाबी है सारे ਉਹਦੇ ਵਿੱਚ ਆਈ ਮਾਰਸ਼ਲ ਰੇਸਿਸ ਵਾਲੇ ਜਿੱਥੋਂ ਰਿਕਰੂਟਮੈਂਟ ਹੋਈ ਹੈ। ਸੋ ਉਹ ਕਹਿੰਦਾ ਜੀ ਕਿ ਦੀ ਵਜ੍ਹਾ ਤੋਂ ਇੱਕ ਇੰਟਰਡਿਪੈਂਡੈਂਟ ਰਿਲੇਸ਼ਨਸ਼ਿਪ ਕ੍ਰੀਏਟ ਹੋਇਆ, started between the colonial state and dominant elements within Punjab, लेकिन डोमिनेंट एलिमेंट सिर्फ नहीं है, क्योंकि जी सिपाही फौजी भर्ती वो सारी पीजेंट्स दी, वो किसानां दी, जेडे साडे परदादे दादे है वो तो भुखे किसान है, वटे वाली जमीनां ही साडियां उत्थे हल वेंदे पे, कोई शै लभदी नहीं आई, भुखे वो पहले टिवाणियां दे थले लगे हुए, उस तो बाद उन्हें आख्या जी फौजियां दी नौकरी करिए। ਉਹਦੇ ਕੋਲ ਡਾਇਨਾਮਿਕਸ ਨਹੀਂ ਦੇਖੀ, ਸੋਸ਼ੀਓ ਇਕਨੋਮਿਕ ਡਾਇਨਾਮਿਕਸ ਤੇ ਮੈਂ ਆਵਾਂਗਾ ਜਦੋਂ ਅਸੀਂ 1914 ਤੇ ਪੜਾਂਗੇ। ਨਾਲ ਉਹ ਕਹਿੰਦਾ ਜੀ ਕਿ ਪੇਜ਼ ਐਂਡ ਪੈਨਸ਼ਨਸ ਆਫ ਪੀਜ਼ੈਂਟ ਸੋਲਜਰਸ ਹੁਣ ਡੋਮੀਨੈਂਟ ਨਹੀਂ ਨੇ, ਹੁਣ ਇਹ ਬੇਸਿਕਲੀ ਸਬਆਲਟਰਨ ਨੇ। Peasant soldiers enable the recruiting classes to live better than their non-recruited counterparts, ਜਿਹੜੇ ਕਿ ਬੰਗਾਲ, ਜਿਹੜੇ ਪਹਿਲੇ ਸਾਰੇ ਆਏ ਉਹ ਬੰਗਾਲ ਵਿੱਚ ਨੇ ਤੇ ਭਰਤੀਆਂ ਵੀ ਉੱਥੋਂ ਹੀ ਹੋਏ ਨੇ, ਤੇ ਬੰਗਾਲ ਦੀ ਪ੍ਰੈਜ਼ੀਡੈਂਸੀ ਦੀ ਆਰਮੀ ਫੌਜ ਖੜੀ ਹੋਈ ਹੈ, ਉਹ ਹੋਣੀ ਸ਼ੁਰੂ ਹੋਈ ਹੈ, ਪੰਜਾਬੀ ਵਧਣੇ ਸ਼ੁਰੂ ਹੋਏ ਨੇ, ਤੇ ਉਹ ਕਹਿ ਰਿਹਾ ਕਿ ਲੈਂਡ ਗ੍ਰਾਂਟਸ ਐਂਡ ਵਾਰ ਅਵਾਰਡਸ ਔਰ ਪੈਨਸ਼ਨਸ ਔਰ ਪੇਜ਼ ਜਿਹੜੀਆਂ ਨੇ ਉਹਦੀ ਵਜ੍ਹਾ ਤੋਂ ਪੰਜਾਬੀ ਖੁਸ਼ਹਾਲ ਹੋਏ ਨੇ ਬਾਕੀ ਇੰਡੀਅਨਸ ਦੀ ਨਿਸਬਤ। और ये फैक्चुअली कमर्शियली जो नंबर देवांगा तुहानू मैं तो वो करैक्ट है। पंजाब वाज फेवर्ड विद बेनिफिट्स लाइक द क्रिएशन ऑफ अ वास्ट ट्रांसपोर्ट एंड कम्युनिकेशन नेटवर्क टू प्रोटेक्ट द नॉर्थ वेस्ट फ्रंटियर, which grew into an infrastructure development Punjab on which Punjab's massive agricultural expansion took place। वो आ कह रहा है कि ਜਿਹੜੇ फायदे होए ने, ਜਿਹੜਾ रिलेशनशिप क्रिएट होया है, ਉਹਦੀ ਵਜ੍ਹਾ ਤੋਂ इंफ्रास्ट्रक्चर डेवलपमेंट भी हुई। NWFP फ्रंटियर और रशिया एक उधर रोल है कि डेवलप करनी सी उस वक्त, उस जगह तक रेल नेटवर्क भी और ट्रांसपोर्ट और कम्युनिकेशन नेटवर्क, बट इन टर्न फायदा उधर पंजाब नहीं हो रहा सी। कलोनीयल स्टेट ਹੁਣ ਦੂਜਾ ਪੁਆਇੰਟ ਬੜਾ ਇੰਪੋਰਟੈਂਟ ਬੜਾ ਇੰਟਰਸਟਿੰਗ ਹੁਣ ਇਹਦੇ ਵਿੱਚ ਕੁਝ ਰੈਜ਼ਿਸਟੈਂਸ ਕੱਢ ਕੇ ਜਿਹੜਾ ਕੁਝ ਮਾਰਿਆ ਉਹਨੇ ਫੌਜੀ ਗੋਰੇ ਨੇ ਪੰਜਾਬੀਆਂ ਨੂੰ, ਲੇਕਿਨ ਓਵਰਆਲ और मैं एग्री कर रहा हूँ इस गल नाल कि कलोनीयल स्टेट नैवर फुली, ਹੁਣ ਜਲਿਆਂਵਾਲਾ ਬਾਗ ਅਸੀਂ ਵਿੱਚੋਂ ਕੱਢਾਂਗੇ, ਉਹ ਇੱਕ ਉਹਦੀਆਂ ਹੋਰ ਡਾਇਨਾਮਿਕਸ ਨੇ, ਉਹ ਮੇਰਾ ਖਿਆਲ ਉਸ ਕੰਟੈਕਸਟ ਨੂੰ ਜੇ ਅਸੀਂ ਲੈ ਕੇ ਨਹੀਂ ਆਵਾਂਗੇ, ਉਹ ਇੱਕ ਇਵੈਂਟ ਹੈ ਕਲੋਨੀਅਲਿਸਟ ਦੇ ਇਵੈਂਟਸ ਇੰਜ ਹੀ ਹੁੰਦੇ ਨੇ। ਕਲੋਨੀਅਲ state na lines rasun, colonial state never fully used its repressive machinery in Punjab, कि पूरी never fully use its repressive machinery। और ਅਸੀਂ ਵੇਖਾਂਗੇ ਅੱਗੋਂ ਕਿ ਜਦੋਂ
ਕਲੋਨੀਅਲਾਈਜੇਸ਼ਨ ਬਿੱਲ ਆਇਆ ਔਰ ਉਹਦੇ ਵਿੱਚ ਜਦੋਂ ਹੜਤਾਲਾਂ ਸ਼ੁਰੂ ਹੋਈਆਂ ਨੇ ਔਰ ਜਦੋਂ ਫੌਜੀਆਂ ਨੇ ਵੀ ਹੜਤਾਲਾਂ ਕੀਤੀਆਂ ਨੇ ਤੇ ਕਿਚਨਰ ਨੇ ਵਾਇਸਰਾਏ ਨੂੰ ਕਿਹਾ ਕਿ ਵਾਪਸ ਕਰਵਾਏ ਸਨ ਸਾਰੇ ਲਾਜ਼ ਜਿਹੜੇ ਨੇ ਔਰ ਈਵਨ ਜੁਰਮਾਨੇ ਜਿਹੜੇ ਕਿ ਗੋਲੀਬਾਰ ਜ਼ਮੀਨਾਂ ਦੇ ਉੱਤੇ ਲੱਗਣੇ ਸ਼ੁਰੂ ਹੋਏ ਸਨ ਔਰ ਉਹ ਮੈਂ ਉਹਦੀ ਕੋਟੇਸ਼ਨ ਕੋਟ ਕਰਾਂਗਾ ਜਿਹੜੀ ਕਿ ਵਾਇਸਰਾਏ ਦੇ ਮਿੰਟਸ ਦੇ ਵਿੱਚ ਔਰ ਉਹਦੇ ਲੈਟਰਸ ਦੇ ਵਿੱਚ ਕੋਟਡ ਹੈ ਬਟ ਉਹਦੇ ਧਿਆਨ ਨਾਲ ਇਹ ਜਸਟੀਫਾਈ ਕਰ ਰਹੀ ਹੈ ਲਾਈਨ ਉਸ ਨੂੰ ਉਹ ਕਹਿੰਦਾ colonial state never fully used its repressive machinery in Punjab due to army recruitments, resulting in paternalistic colonial state and a militarized rural Punjab colluded in a mutually beneficial alliance. कि mutually beneficial alliance ਸੀ ਔਰ ਇਹ ਤੁਹਾਨੂੰ ਐਕਸਪਲੇਨ ਕਰ ਰਿਹਾ ਕਿ ਐਂਡ ਤੱਕ 1940 ਤੱਕ ਆਉਂਦੇ ਆਨੇ ਨਾ ਤੇ ਕਾਂਗਰਸ ਦੀ ਗੇਮ ਇੱਥੇ ਉੱਠਦੀ ਸੀ ਪੰਜਾਬ ਦੇ ਵਿੱਚ ਨਾ ਇੱਥੇ ਮੁਸਲਿਮ ਲੀਗ ਦੀ ਗੇਮ ਸੀ ਇੱਥੇ ਕੌਣ ਲੋਕ ਸਨ ਜਿਹੜੇ ਰੂਲ ਕਰ ਰਹੇ ਸਨ ਔਰ ਕੌਣ ਸਨ ਜਿਹੜੇ ਖੁਸ਼ ਸਨ ਔਰ ਸਾਡੇ ਪਿੰਡਾਂ ਦੇ ਵਿੱਚ ਕੌਣ ਨੇ ਜਿਹੜੇ ਅਜੇ ਵੀ ਕਹਿੰਦੇ ਨੇ ਕਿ ਬੜਾ ਬਈ ਗੋਰੇ ਦੇ ਜ਼ਮਾਨੇ ਦਾ ਇਨਸਾਫ ਆ ਜਾਏ ਕਦੀ ਤੇ ਬੜਾ ਸਵਾਦ ਆ ਜਾਏ ਮੈਂ ਜਿਹੜੇ ਬੁੱਢਿਆਂ ਨੂੰ ਮਿਲਿਆ ਇਸ ਰਿਸਰਚ ਦੇ ਵਿੱਚ ਉਹ ਆਦੇ ਵੀ ਬੜਾ ਇਨਸਾਫ ਹੁੰਦਾ ਔਰ ਦੋ ਮਜ਼ੇਦਾਰ ਕੋਟੇਸ਼ਨਸ ਮਿਲੀਆਂ ਨੇ ਮੈਨੂੰ ਇਹ ਹੁਣ ਜ਼ਰਾ ਹਾਰਡ ਫੈਕਟਸ ਨੇ ਕਿਉਂਕਿ ਜਿਹੜਾ ਰੋਮਾਂਟਿਸਿਜ਼ਮ ਹੈ ਸਾਡਾ ਐਂਟੀ ਕਲੋਨੀਅਲਿਜ਼ਮ ਦਾ ਉਹ ਆਪਣੀ ਜਗ੍ਹਾ ਤੇ ਉਹ ਕਲੋਨੀਅਲਿਜ਼ਮ ਕਿਸੇ ਵੀ ਫਾਰਮ ਵਿੱਚ ਚੰਗਾ ਨਹੀਂ ਹੁੰਦਾ ਚਾਹੇ ਉਹ ਰਿਲੇਸ਼ਨਸ਼ਿਪ ਬੈਨੀਫੀਸ਼ੀਅਲ ਹੋਵੇ ਸੋ ਮੈਂ ਜਸਟੀਫਿਕੇਸ਼ਨ ਨਹੀਂ ਦੇ ਰਿਹਾ ਲੇਕਿਨ ਅਸੀਂ ਸਾਰਾ ਇੰਪਾਰਸ਼ੀਅਲ ਅਨਇਮੋਸ਼ਨਲ ਜ਼ਰਾ ਇਮੋਸ਼ਨਲਿਜ਼ਮ ਦੂਰ ਰੱਖ ਕੇ ਫੈਕਟਸ ਨਾਲ ਟੁਰ ਰਹੇ ਕਲੋਨੀਅਲਿਜ਼ਮ ਹੁਣ ਲਾਸਟ ਲਾਈਨ ਇੰਟਰਸਟਿੰਗ ਹੈ ਕਲੋਨੀਅਲਿਜ਼ਮ ਵਾਸ ਕੰਸਟ੍ਰੇਨਡ ਉਸ ਤਰ੍ਹਾਂ ਦਾ ਕਲੋਨੀਅਲਿਜ਼ਮ ਨਹੀਂ ਆਇਆ ਜਿਵੇਂ ਫਰਾਂਸ ਨੇ ਮਾਰਿਆ ਜਾ ਕੇ ਆਪਣੇ ਕਲੋਨੀਅਲਿਜ਼ਮ ਨੂੰ ਜਿਵੇਂ ਈਵਨ ਗੋਰੇ ਦੀਆਂ ਜੋ ਹਰਕਤਾਂ ਯੂਪੀ ਔਰ ਬੰਗਾਲ ਵਿੱਚ ਰਹੀਆਂ ਨੇ ਉਹ ਕਹਿ ਰਿਹਾ ਕਿ ਕਲੋਨੀਅਲਿਜ਼ਮ ਵਾਸ ਕੰਸਟ੍ਰੇਨਡ ਕਿ ਕੰਸਟ੍ਰੇਨਡ ਰਿਹਾ ਪੰਜਾਬ ਵਿੱਚ ਐਂਡ ਨੈਸ਼ਨਲਿਜ਼ਮ ਰਿਸਟ੍ਰਿਕਟਡ ਔਰ ਪੰਜਾਬ ਦੇ ਜਿਸ ਤਰ੍ਹਾਂ ਦਾ ਨੈਸ਼ਨਲਿਜ਼ਮ ਰਿਸਟ੍ਰਿਕਟ ਹੋ ਗਿਆ ਜਿਹੜਾ ਕਿ ਗਾਂਧੀ ਮੂਵਮੈਂਟ ਜੋ ਆਜ਼ਾਦੀ ਦੀਆਂ ਮੂਵਮੈਂਟ ਮੇਜਰ ਚੱਲ ਰਹੀਆਂ ਸੀ ਮੈਂ ਉਹੀ ਕਹਿ ਰਿਹਾ ਨਾ ਕਿ ਸਾਡੇ ਕੋਲ ਤੁਸੀਂ ਵੇਖੋ ਨਾ ਕਿ ਕਾਂਗਰਸ ਤੇ ਨਹੀਂ ਆਈ ਪੰਜਾਬ ਦੇ ਵਿੱਚ ਮੁਸਲਿਮ ਲੀਗ ਵੀ ਨਹੀਂ ਆਈ ਸੋ ਨੈਸ਼ਨਲਿਜ਼ਮ ਰਿਸਟ੍ਰਿਕਟਡ ਨਾ ਲੋਕਾਂ ਨੇ ਮੰਨੀ ਇਨ ਅ ਸੈਂਸ restricted as a consequence of the Indian Army's deep roots in Punjab. अच्छा दो उस रिसर्च में दो मेरे टप्पे बड़े मजेदार जे और बोलियां एक जरा सुनो पुत जीण वे फरंगिया तेरे पिंड विच रेल आ गई दूजा सी सोना राज अंग्रेजी पिंड पिंड डाकिया फिरे ਸੋ ਇਹ ਪੋਸਟਲ ਸਰਵਿਸ ਹੈ ਔਰ ਜਿਹੜੀ ਇਹ ਸਰਵਿਸ ਹੈ ਇਹ ਤੁਸੀਂ ਵੇਖੋ ਕਿ ਇਹਨੂੰ ਕਿਸ ਤਰ੍ਹਾਂ ਸਾਡੀ ਫੋਕਲੋਰ ਸਾਡੀ ਓਰਲ ਹਿਸਟਰੀ ਜਿਹੜੀ ਅੱਗੇ ਗਾਲਾਂ ਵੀ ਕਰ ਰਹੀ ਹੈ ਫਰੰਗੀ ਨੂੰ 1914 ਜਿਹੜੀ ਮੈਂ ਕੋਟ ਕਰਾਂਗਾ ਹੋਰ ਪਰ ਐਨੀਵੇ ਇੱਕ ਕੰਟੈਕਸਟ ਸੀ ਕਿ ਇਸ ਕੰਟੈਕਸਟ ਦੇ ਵਿੱਚ ਮਿਲਟਰੀ ਸਰਵਿਸ ਔਰ ਰਿਕਰੂਟਮੈਂਟ ਨੇ ਜਿਹੜਾ ਹੁਣ ਇਲਜ਼ਾਮ ਲੱਗਦਾ ਪਾਕਿਸਤਾਨ ਵਿੱਚ ਪੰਜਾਬੀਆਂ ਦੇ ਉੱਤੇ ਸਿੰਧੀਆਂ ਦੀ ਤਰਫ ਔਰ ਬਲੋਚੀਆਂ ਦੀ ਤਰਫ ਕਿ ਇਹ ਤੇ ਪੰਜਾਬੀ ਫੌਜ ਹੈ ਔਰ ਪਾਕਿਸਤਾਨ ਸੋ ਇਹ ਕੰਟੈਕਸਟ ਵੇਖੋ ਕਿ ਇਹ ਅੱਜ ਦੀ ਗੱਲ ਨਹੀਂ ਹੈ 1861 ਤੋਂ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਇਹ ਉਸ ਪ੍ਰੋਸੈਸ ਦੀ ਮੈਨੀਫੈਸਟੇਸ਼ਨ ਹੈ ਜਿਹੜਾ ਅਸੀਂ ਹੁਣ ਇਸ ਤੱਕ ਮਿਲਿਆ ਸੋ ਇਹ ਇੱਕ ਮੇਨ ਨੰਬਰ ਸਨ ਹੁਣ ਆ ਜਾਂਦੇ ਅਸੀਂ ਵਰਲਡ ਵਾਰ 1 ਦੇ ਉੱਤੇ ਹੁਣ ਜ਼ਰਾ ਨੰਬਰ ਮੈਂ ਤੁਹਾਨੂੰ ਦੋ ਦੇ ਰਿਹਾ ਔਰ ਇਹ ਸਾਰੇ ਜਿਹੜਾ ਐਨੂਅਲ ਕੈਸਲ ਕਲਾਸ ਰਿਟਰਨ ਆਫ ਆਰਮੀ ਹੈ 1919 ਦੇ ਫਿਗਰਸ ਉਹਦੇ ਵਿੱਚੋਂ 1880 ਦੇ ਵਿੱਚ ਟੋਟਲ ਨੇਟਿਵ ਆਰਮੀ ਹੈ ਜੀ पंजाबी ने 30,548 20.7%। 1900 ਦੇ ਵਿੱਚ ਟੋਟਲ ਨੇਟਿਵ ਆਰਮੀ ਹੈ 1,44,095 ਪੰਜਾਬੀ ਨੇ 50,952 35.3%। 1919 ਤੇ ਮੈਂ ਹੁਣ ਜੰਪ ਕਰ ਰਿਹਾ ਨੇਟਿਵ ਆਰਮੀ ਟੋਟਲ ਹੋ ਜਾਂਦੀ ਹੈ 8,13,607 ਅਸੀਂ ਫੌਜੀ ਉਹ ਨਹੀਂ ਗਿਣ ਰਿਹਾ ਗੋਰੇ ਟੋਟਲ ਫਰਮ ਪੰਜਾਬ ਹੋ ਜਾਂਦੇ ਨੇ 3,62,027 44.5%। 1925 ਦੇ ਵਿੱਚ ਟੋਟਲ ਨੇਟਿਵ ਆਰਮੀ ਹੋ ਜਾਂਦੀ ਹੈ 2,19,523 ਔਰ 99,113 ਘੱਟ ਹੋਏ ਨੇ ਉਸ ਤੋਂ ਬਾਅਦ ਉਹਦੇ ਇੱਕ ਹੋਰ ਨੇ ਕਿ ਕਿਉਂ ਘੱਟ ਹੋਏ ਨੇ ਜੰਗ ਤੋਂ ਬਾਅਦ ਬੰਦੇ ਜਦੋਂ ਉਹਨਾਂ ਨੇ ਕੱਢਣੇ ਸ਼ੁਰੂ ਕਰਦੇ ਨੇ 45.1% ਹੋ ਜਾਂਦੇ ਨੇ ਪੰਜਾਬੀ ਸੋ 18.8 ਤੋਂ ਸ਼ੁਰੂ ਹੋ ਰਹੇ ਨੇ ਔਰ 45.1% ਤੇ ਆ ਰਹੇ ਨੇ ਈਵਨ ਜਦੋਂ ਵਰਲਡ ਵਾਰ 1 ਤੋਂ ਬਾਅਦ ਰਿਕਰੂਟਮੈਂਟ ਲਈ ਲੋਕ ਉਹਨਾਂ ਨੇ ਰਿਟਾਇਰ ਕਰ ਦਿੱਤੇ ਲੋਕ ਜਾਣ ਦਿੱਤੇ ਅਜੇ ਇਹਦੇ ਵਿੱਚ ਜਿਹੜੀ ਸਰਵਿਸਿਜ਼ ਕਾਰਪਸ ਨੇ ਜਿਹੜੀਆਂ ਫੂਡ ਸਪਲਾਈ ਔਰ ਨਾਨ ਕੰਬੈਟੈਂਟ ਕਾਰਪਸ ਨੇ ਜਿਹੜੀਆਂ ਉਹਦੇ ਅਜੇ ਨੰਬਰ ਅੱਗੇ ਆਉਣਗੇ ਉਹਨੂੰ ਹੁਣ ਪੰਜਾਬ ਦੇ ਕਨਸੈਕਟ ਵਿੱਚ ਵੇਖੋਗੇ ਸ਼ੁਜਾ ਨਵਾਜ਼ ਕ੍ਰਾਸ ਸੋਰਡ ਜਿਹੜਾ ਡੇਟਾ ਸ਼ੁਜਾ ਨਵਾਜ਼ ਨੇ ਪਾਕਿਸਤਾਨ ਦਾ ਦਿੱਤਾ 1991 ਦੇ ਵਿੱਚ ਪੰਜਾਬੀ ਜਿਹੜੇ ਪਾਕਿਸਤਾਨ ਆਰਮੀ ਨੇ ਉਹ 63.86% ਉਹ ਗ੍ਰੈਜੂਅਲੀ ਘੱਟ ਹੋਏ ਨੇ ਮੁਸ਼ਰਫ ਦੌਰ ਵਿੱਚ ਭਰਤੀ ਕੁਝ ਹੋਰ ਤਰ੍ਹਾਂ ਹੋਈ ਹੈ 2005 ਦਾ ਨੰਬਰ ਲੇਕਿਨ 1991 ਦੇ ਵਿੱਚ 63.86% ਜਿਹੜੀ
फौज है पाकिस्तान दी, वो पंजाबी ते सी। अच्छा, जदों भर्थी करते सन जरा भर्थी दा 1914 भर्थी दा उस टाइम दे जेह्ड़े रेट्स आए ने कि उन्होंने पैसे कितने लभदे सन। ਜਿਹੜੀ एनलिस्टेड सोल्जर है ਉਹਦੀ ਤਨਖਾਹ ਸੀ 7 रुपए पर मंथ 1860 ਚ। ਫਿਰ ਰੁਪਈਸ 9 ਹੋ ਗਈ 1895 ਚ, 11 ਰੁਪਏ ਹੋ ਗਈ 1911 ਚ ਤੇ 16 ਰੁਪਏ ਹੋ ਗਈ 1921 ਦੇ ਵਿੱਚ। ਇਹ ਉਸ ਟਾਈਮ ਦੀ ਗੱਲ ਕਰ ਰਹੇ ਹਾਂ ਅਸੀਂ। ਉਸ ਦੇ ਨਾਲ ਨਾਲ ਇੱਕ ਇੰਟਰਸਟਿੰਗ ਹੈ, ਉਹਦੇ ਨਾਲ ਨਾਲ ਜਿਹੜੇ ਫੌਜੀ ਅਫਸਰ ਸਨ ਬ੍ਰਿਟਿਸ਼, ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਅਵਾਰਡ ਤੇ ਰਿਵਾਰਡ ਵੀ ਦਿੰਦੇ ਰਹੋ ਸਿਪਾਹੀਆਂ ਨੂੰ ਆਪਣਿਆਂ ਨੂੰ, ਤਾਂ ਕਿ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਹੈ line very interesting. Individual British officers were even encouraged to provide gifts to their soldiers as part of the butter system and as a way of reinforcing the special bond between the native soldier and his white superior. So ਨਾਲ ਉਹ 2 ਆਨੇ ਤੋਂ ਲੈ ਕੇ 8 ਆਨੇ ਤੱਕ 1887 ਦੇ ਵਿੱਚ ਅਵਾਰਡ ਦੇ ਸਕਦਾ ਸੀ ਫੌਜੀ ਜਿਹੜਾ ਗੋਰਾ ਅਫਸਰ ਸੀ ਉਹਦਾ, ਔਰ ਉਹ 5 ਰੁਪਏ 1914 ਚ ਕਰਦਾ ਸੀ ਉਹਨਾਂ ਨੇ। ਹੁਣ ਜਦੋਂ भर्ती आंदी है तो भर्ती के 2 पोस्टर ने, कुछ लोगों ने वेखे होंगे। पहला पोस्टर है कि ये रुपए बंदूक उर्दू है और वर्दी कौन लेगा, वही जो फौज में भर्ती होगा। उस बाद पंजाबी का एक गाना भाई शैला सिंह की आवाज़ जिहड़ा गाया गया, ਉਹਦੇ मैं लाइना पढ़दा, ਹੁਣ ਤੁਸੀਂ ਉਹਨੂੰ ਕੰਟੈਕਚੁਅਲਾਈਜ਼ ਕਰ ਲਓਗੇ ਕੀ ਹੋ ਰਿਹਾ। भर्ती हो जावे बाहर खड़े रंगरूट, ਇੱਥੇ ਖਾਵੀਂ ਸੁੱਕੀ ਹੋਈ ਰੋਟੀ ਉੱਥੇ ਖਾਵੀਂ ਫਰੂਟ, ਇੱਥੇ ਪਾਵੀਂ ਪਾਟੇ ਹੋਏ ਲੀੜੇ ਉੱਥੇ ਪਾਵੀਂ ਸੂਟ, ਇੱਥੇ ਪਾਵੀਂ ਟੁੱਟੀ ਹੋਈ ਜੁੱਤੀ ਉੱਥੇ ਪਾਵੀਂ ਬੂਟ, ਭਰਤੀ ਹੋ ਜਾਵੇ ਬਾਹਰ ਖੜੇ ਰੰਗਰੂਟ। ਸੋ ਰੰਗਰੂਟ ਤੇ ਭਰਤੀ ਹੋ ਜਾਂਦੇ ਸਨ। ਉਸ ਤੋਂ ਬਾਅਦ ਪੰਫਲੇਟ ਲਿਖੇ ਗਏ 1914 ਦੀ ਵਾਰ ਦੇ ਦੌਰਾਨ ਇਹਨਾਂ ਨੂੰ ਭਰਤੀ ਕਰਾਉਣ ਵਾਸਤੇ। ਹੁਣ ਉਹ ਇੱਕ ਬੜਾ ਇੰਟਰਸਟਿੰਗ, ਜਿਹੜਾ ਮੈਂ ਕਹਿ ਰਿਹਾ ਸੀ ਨਾ ਕਿ ਜਿਹੜਾ ਨੈਕਸਸ ਕ੍ਰੀਏਟ ਹੋਇਆ ਸਿਵਲ ਮਿਲਟਰੀ ਓਲੀਗਾਰਕੀ ਦਾ ਸਿਪਾਹੀ ਦੇ ਲੈਵਲ ਤੱਕ, ਉਹ 1914 ਦੀ ਵਰਲਡ ਵਾਰ 1 ਦੀ ਭਰਤੀ ਦੇ ਵਿੱਚ ਹੋਇਆ। ਕਿਉਂਕਿ ਉਸ ਭਰਤੀ ਦੇ ਵਿੱਚ ਜਦੋਂ ਡਿਸਟ੍ਰਿਕਟ ਲੈਵਲ ਦੇ ਔਰ ਪ੍ਰੋਵਿੰਸ਼ੀਅਲ ਲੈਵਲ ਦੇ ਰਿਕਰੂਟਮੈਂਟ ਬੋਰਡਸ ਬਣੇ, ਉਹਦੇ ਵਿੱਚ ਸਾਰੇ ਉਹਨਾਂ ਨੇ ਐਕਸ ਫੌਜੀ ਔਰ ਫੌਜੀਆਂ ਦੇ ਯਾਰ ਔਰ ਜਾਣਨ ਵਾਲੇ ਔਰ ਨੈਬ ਸੁਬੇਦਾਰਾਂ ਤੋਂ ਲੈ ਕੇ ਔਰ ਪਟਵਾਰੀ ਔਰ ਜਿਹਨੂੰ ਕਿ ਰੈਵਨਿਊ ਅਫੀਸਰ ਰੱਖਦੇ ਆ ਔਰ ਤਹਿਸੀਲਦਾਰ, ਇਹ ਸਾਰੇ ਉਸ ਰਿਕਰੂਟਮੈਂਟ ਬੋਰਡ ਦਾ ਪਾਰਟ ਬਣੇ ਨੇ। ਇਧਰੋਂ ਉਮਰ ਯਾਰ ਟਵਾਣਾ ਬੈਠਾ, ਇਧਰੋਂ ਅਮੀਨ ਬੈਠਾ ਅਟਕ ਵਾਲਾ ਔਰ ਇਹ ਔਰ ਮਹਾਰਾਜਾ ਪਟਿਆਲਾ, ਔਰ ਇਹ ਨਾਲ ਪ੍ਰੋਵਿੰਸ਼ੀਅਲ ਲੈਵਲ ਤੇ ਔਰ ਡਿਸਟ੍ਰਿਕਟ ਲੈਵਲ ਤੇ ਇਹ ਜਿਹੜੀ ਸਿਵਲ ਮਿਲਟਰੀ ਨੈਕਸਸ ਕ੍ਰੀਏਟ ਹੋਇਆ ਨਾ ਭਰਤੀ ਦਾ, ਇਹ ਜਿਹੜੇ ਰਿਕਰੂਟਮੈਂਟ ਬੋਰਡ ਸਨ, ਜਿਹੜੇ ਡਿਸਟ੍ਰਿਕਟ ਲੈਵਲ ਦੇ ਰਿਕਰੂਟਮੈਂਟ ਬੋਰਡ ਸਨ, ਫਿਰ ਵਿਲੇਜ ਲੈਵਲ ਦੇ ਰਿਕਰੂਟਮੈਂਟ ਬੋਰਡ ਸਨ, ਫਿਰ ਜਿਹੜਾ ਜਾਣਦਾ ਹੁੰਦਾ ਸੀ ਉਹ ਭਰਤੀ ਕਰਾ ਦਿੰਦਾ ਸੀ ਆਪਣਾ ਬੰਦਾ। ਇਸ ਲਈ ਤੁਸੀਂ ਵੇਖਦੇ ਹੋ ਕਿ ਕਈ ਇਲਾਕੇ ਨੇ ਉਹਨਾਂ ਜੋ ਭਰਤੀ ਮੇਰੇ ਆਪਣਾ ਉਹੀ ਇਲਾਕਾ ਹੈ। ਮੇਰੇ ਪਧਰਾੜ ਦੇ ਵਿੱਚ 1914 ਦੇ ਵਿੱਚ ਔਰ ਨੰਬਰ ਦਿੱਤੇ ਨੇ ਐਮਐਸ ਲੀ ਨੇ ਆਪਣੀ ਕਿਤਾਬ ਦੇ ਵਿੱਚ ਦੀ ਜਿਹੜੀ ਪੰਜਾਬ ਬੈਂਡ ਦੀ 3 ਬੰਦੇ ਭਰਤੀ ਹੋਏ ਨੇ, ਜਦੋਂ ਕਿ ਟੋਟਲ ਜਿਹੜੀ ਭਰਤੀ ਦੀ ਏਜ ਦੇ ਬੰਦੇ ਸਨ ਉਹ ਕੋਈ 575 ਸਨ। ਸੋ 50% ਭਰਤੀ ਸਾਡੇ ਪਿੰਡ 'ਚ ਹੋਈ। ਐਮਐਸ ਲੀ ਲਿਖਦਾ ਕਿ ਮੇਰੇ ਪਿੰਡ ਦੇ ਨਾਲ ਵਾਲਾ ਪਿੰਡ ਹੈ ਮੁਨਾਰਾ, ਮੁਨਾਰੇ ਦੇ ਵਿੱਚੋਂ ਇੱਕ ਬੰਦਾ ਸ਼ਰੀਫ, ਉਹਦੇ 11 ਪੁੱਤਰ ਸਨ, ਉਹਨੇ 11 ਦੇ 11 ਭਰਤੀ ਕਰਾ ਦਿੱਤੇ ਸਨ। ਸੋ ਅੰਦਾਜ਼ਾ ਲਾਓ ਕਿ ਉਹ ਕਿਉਂ ਕਰਾ ਰਹੇ ਨੇ। ਪਿੱਛੇ ਮੈਂ ਤੁਹਾਨੂੰ ਭਰਤੀ ਹੋ ਜਾਵੇ ਬਾਹਰ ਖੜੇ ਰੰਗਰੂਟ ਸੁਣਿਆ ਹੀ ਹੈ ਤੁਸੀਂ। ਸੋ ਜਿਹੜੀ ਮਾਰਸ਼ਲ ਰੇਸਿਸ ਦੇ ਥਰੂ ਭਰਤੀ ਹੋਈ ਹੈ। ਫਿਰ ਧਨ ਪੋਟੋਹਾਰ ਸਾਲਟ ਰੇਂਜ ਦਾ ਏਰੀਆ ਜੀ, ਜੰਜੂਏ ਆਵਾਨ ਹੈ, ਸਾਰਾ ਇੱਕ ਰੇਂਜ ਸ਼ੁਰੂ ਕੀਤੀ ਉਹਨਾਂ ਨੇ। ਉੱਥੋਂ ਨੂੰ ਪਤਾ ਸੀ ਕਿ ਉੱਥੋਂ ਸਾਨੂੰ ਜਾ ਕੇ ਭਰਤੀ ਮਿਲੇਗੀ। ਉਦੋਂ ਉਹਨਾਂ ਨੇ ਪੰਫਲੇਟ ਛਾਪੇ ਨੇ, ਉਹ ਇੱਕ ਤੇ ਗਾਣੇ ਚਲਾਏ ਉਹਨਾਂ ਨੇ, ਹਾਓ ਗੁਲ ਮੁਹੰਮਦ ਜਾਇਨ ਦ ਕਿੰਗਸ ਆਰਮੀ, ਫਿਰ ਇਹਨਾਂ ਦੇ ਤਰਜਮੇ ਸ਼ੁਰੂ ਕੀਤੇ। ਹੁਣ ਗੁਲ ਮੁਹੰਮਦ ਹੈ, ਦੈਨ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਜਿਹੜੇ ਕਿ ਪ੍ਰੋਪੇਗੈਂਡਾ, ਮਾਰਕੀਟਿੰਗ, ਰਿਕਰੂਟਮੈਂਟ ਪੰਫਲੇਟ ਸਨ। ਤੇਜਾ ਸਿੰਘ ਖਾਲਸਾ ਜੁਆਇਨਸ ਦ ਆਰਮੀ, ਇਹ ਹੁਣ ਸਿੱਖਾਂ ਨੂੰ ਕਰਨ ਵਾਸਤੇ। ਫਿਰ ਉਹਨਾਂ ਨੇ ਉਹਨਾਂ ਦੀਆਂ ਸਿੱਖ ਪਗੜੀ ਪਾਉਂਦੇ ਸਨ, ਸਾਡੇ ਜਵਾਨ ਕੁੱਲਾ ਜਿਹਾ ਪਾਉਂਦੇ ਸਨ। ਉਸ ਤੋਂ ਬਾਅਦ ਡੋਗਰੇ ਰਾਜਪੂਤਾਂ ਦੇ ਹੋਰ ਤਰ੍ਹਾਂ ਦੇ ਸੀ, ਉਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਹੈਡ ਗੇਅਰ ਜਿਹੜੇ ਨੇ ਉਹ ਵੀ ਪਾਉਣ ਦੀ ਇਜਾਜ਼ਤ ਦਿੱਤੀ। ਅੱਛਾ, ਉਸ ਤੋਂ ਬਾਅਦ ਓਥ ਬੜਾ ਮਜ਼ੇਦਾਰ, ਉਹ ਜਿਹੜਾ ਭਰਤੀ ਦੇ ਟਾਈਮ ਦੇ ਉੱਤੇ ਉਹਨਾਂ ਕੋਲ ਓਥ ਲੈਂਦੇ ਹੈ, ਉਹ ਜ਼ਰਾ ਮਜ਼ੇਦਾਰ ਹੈ। ਉਹ ਹੁਣ ਜ਼ਰਾ ਮੈਂ ਪੜ੍ਹ ਕੇ ਸੁਣਾ ਰਿਹਾ ਤੁਹਾਨੂੰ। The oath of affirmation for Muslim and Hindu recruit was, ਇਹਨੂੰ ਅਸੀਂ ਕਨਵਰਟ ਕਰ ਲਾਂਗੇ ਉਹ ਜਿਹੜੀ ਲੈਣ ਛੋੜਦੇ ਨੇ ਉਹ, ਬਾਕੀ ਸਾਰਾ ਇੰਜ ਹੀ ਹੈ। ਮੈਂ ਨਾ हक ताला खुदा को हाजिर और नाजिर जानकर, ਇਹਦੇ ਵਿੱਚ ਹਿੰਦੂਆਂ ਵਾਸਤੇ ਪਰਮੇਸ਼ਰ ਭਗਵਾਨ ਕੋ ਜਾਨ ਮਾਨ ਕੇ। ਸੋ ਤੁਸੀਂ ਵੀ ਲੋਗੇ ਕਿ ਰਿਲੀਜੀਅਸ ਕੰਟੈਕਸਟ ਆਏਗਾ ਉੱਥੇ ਬਦਲ ਦਿੰਦੇ ਨੇ ਹਿੰਦੂਆਂ ਵਾਸਤੇ ਜਾਂ ਸਿੱਖਾਂ ਵਾਸਤੇ। मैं हक ताला खुदा को हाजिर और नाजिर जान के ईमान से सर इकरार करता हूँ कि मैं शाह आलम पनाह और उसके वारसों और जानशीनों का वफादार और सच्चा फर्मा बरदार रहूँगा, और जैसा कि मेरा फ़र्ज़ है मैं ईमानदारी और वफादारी से शाह आलम पनाह की हिंदुस्तानी फ़ौज में
नौकरी करूंगा और जहां मुझे हुक्म होगा तरी या खुशी के रास्ते जाऊंगा, और हर एक अफसर जो के मेरे ऊपर मुकर्रर होगा। अच्छा, मेरा ख्याल है आवाज आ रही है दरमियान कुछ ओके, ਅਸੀਂ डिस्कनेक्ट हो गए। अच्छा, AOC जी तो 6 बिगेन विद कि मैं श्री गुरु ग्रंथ साहब जी की सुगंध खाता हूं कि मैं, और इस तरह परशु वर्जन ਜਿਹੜਾ ਸੀ ਉਹਦੇ ਵਿੱਚ ਇੱਕ ਪਸ਼ਤੂ ਦਾ ਵਰਜਨ ਵੀ ਆਇਆ ਸੀ। ਸੋ ਇਹ ਸੀ ਜੀ oath as part of manual of Indian military law 1911 1911 ਦਾ। अच्छा, ਇਹ ਵੈਸੇ ਮੈਂ ਜ਼ਰਾ ਦੇਣਾ ਜ਼ਰੂਰੀ ਸੀ ਤਾਂ ਕਿ ਇੱਕ ਇੰਟਰਸਟਿੰਗ ਸ਼ੈ ਲੱਗੀ ਮੈਂ। ਹੁਣ ਓਵਰਆਲ ਜਿਹੜਾ ਮਿਲਟਰੀ ਐਕਸਪੈਂਡੀਚਰ ਸੀ ਫੌਜ ਦਾ ਉਸ ਟਾਈਮ ਤੇ ਉਹ 43% ਸੀ ਟੋਟਲ ਬ੍ਰਿਟਿਸ਼ ਇੰਡੀਆ ਦੇ ਐਕਸਪੈਂਡੀਚਰ ਦਾ। ਜਿਹੜਾ ਖਰਚਾ ਟੋਟਲ ਇੰਡੀਆ ਤੇ ਹੁੰਦਾ ਸੀ ਉਹਦਾ 43% ਮਿਲਟਰੀ ਐਕਸਪੈਂਡੀਚਰ ਤੇ ਪੈਂਦਾ ਹੈ। ਹੁਣ ਪੰਜਾਬੀ ਪਾਪੂਲੇਸ਼ਨ ਜਿਹੜੀ ਸੀ ਪੰਜਾਬ ਦੀ ਅਰਾਊਂਡ 10% ਸੀ ਬ੍ਰਿਟਿਸ਼ ਇੰਡੀਆ ਦਾ, ਤੇ ਪੰਜਾਬੀਆਂ ਦਾ ਸ਼ੇਅਰ ਬ੍ਰਿਟਿਸ਼ ਆਰਮੀ ਕਿੰਨਾ ਸੀ 50%। ਸੋ ਜਿਹੜਾ ਮੋਨਿਟਰੀ ਸ਼ੇਅਰ ਲੈਂਦਾ ਰਿਹਾ ਪੰਜਾਬੀ ਸੋਲਜਰ अपनी तनख्वाहां दे हैड च, अपनी पेंशन दे हैड च, अपने मैडिकल एक्सपेंसिस दी हैड च, ਉਹ 10 ਤੋਂ 12% ਬਣਦਾ ਟੋਟਲ ਬ੍ਰਿਟਿਸ਼ ਇੰਡੀਆ ਦੇ ਐਕਸਪੈਂਡੀਚਰ। ਸੋ ਹੁਣ ਬਜਟ ਜ਼ਿਆਦਾ ਥੋੜੀ ਫਲੈਸ਼ ਹੋ ਜਾਂਦੀ ਸੌਰੀ ਸਕਰੀਨ ਤੇ, ਮੈਂ ਸਮਝਦਾ ਕਿ ਸ਼ਾਇਦ ਮੇਰੀ ਆਵਾਜ਼ ਨਹੀਂ ਆ ਰਹੀ, ਬਟ ਐਨੀਵੇ ਸੋ ਇਹ ਜਿਹੜਾ ਮੋਨਿਟਰੀ ਸ਼ੇਅਰ ਸੀ ਇਹ ਉਹਨੂੰ ਅਸੀਂ ਉਸ ਸੈਂਸ ਵਿੱਚ ਵੇਖ ਰਹੇ ਹਾਂ। ਮੇਰੇ ਕੋਲ ਨੰਬਰਸ ਹੈ ਨੇ ਹੁਣ ਇੱਥੇ ਜਿਹੜੇ ਮੈਮੋਰੈਂਡਮ ਆਫ ਕੋਰਸ ਆਫ ਬ੍ਰਿਟਿਸ਼ ਐਕਸਪੈਂਡੀਚਰ ਦੇ ਵਿੱਚੋਂ ਲਏ ਗਏ ਨੇ 1898 99 ਤੋਂ ਲੈ ਕੇ 1913 ਤੱਕ ਦੇ, ਔਰ ਉਹਦੇ ਵਿੱਚ ਟੋਟਲ ਮਸਲ ਮੈਂ 1912-13 ਦਾ ਤੁਹਾਨੂੰ ਸੁਣਾਵਾਂ ਕਿ 18 ਮਿਲੀਅਨ ਹੈ ਨੈਟ ਮਿਲਟਰੀ ਐਕਸਪੈਂਡੀਚਰ ਪਾਉਂਡ ਵਿੱਚ, ਔਰ 44.17 ਮਿਲੀਅਨ ਯਾਨੀ 44 ਮਿਲੀਅਨ 44 ਹਜ਼ਾਰ ਦਾ। ਸੋ 4,41,73,800 ਇਹ ਟੋਟਲ ਨੈਟ ਐਕਸਪੈਂਡੀਚਰ ਹੈ ਮਿਲਟਰੀ ਦਾ। ਸੋ ਐਨੀਵੇ ਉਹ ਮਿਲਟਰੀ ਐਕਸਪੈਂਡੀਚਰ ਦੇ ਵਿੱਚ ਜਿਹੜੇ ਲੋਕ ਫੌਜੀ ਨਹੀਂ ਵੀ ਸਨ, ਸਰਵਿਸਿਜ਼ ਕਾਰਪਸ ਦਾ ਹਿੱਸੇ ਸਨ, ਜਿਵੇਂ ਐਂਬੂਲੈਂਸ ਕਾਰਪ ਸੀ ਔਰ ਵਟਸਐਵਰ ਉਹਦੇ ਵਿੱਚ। ਅੱਛਾ, ਹੁਣ ਜਿਹੜੀ ਇੱਕ ਇੰਟਰਸਟਿੰਗ ਐਡਵਾਂਟੇਜ ਜਿਹੜਾ ਹੋਇਆ, ਜਿਹੜੀ ਗੱਲ ਕਰ ਰਿਹਾ ਰਜਤ ਮਜਮਦਾਰ ਉਹਦੇ ਤੇ ਬਹੁਤ ਫੋਕਸ ਕਰਦਾ ਹੈ, ਤਾਂ ਯੰਗ ਵੀ ਕਰਦਾ ਹੈ ਕਿ ਜਿਹੜੀ ਮਿਲਟਰਾਈਜੇਸ਼ਨ ਹੋਈ ਹੈ ਪੰਜਾਬੀ ਫੌਜ ਨੂੰ ਫਾਇਦੇ ਕੀ ਹੋਏ ਨੇ, ਜਾਂ ਉਹ ਰਿਲੇਸ਼ਨਸ਼ਿਪ ਜਿਹੜਾ ਡਿਵੈਲਪ ਹੋਇਆ ਸਿਵਲ ਮਿਲਟਰੀ ਰਿਲੇਸ਼ਨਸ਼ਿਪ ਜਿਹੜਾ ਕਿ ਫੌਜੀ ਦੀ ਸਿਪਾਹੀ ਦੀ ਲੈਵਲ ਤੱਕ ਦਾ ਸੀ, ਉਹਦਾ ਫਾਇਦਾ ਪ੍ਰਾਇਮਰੀਲੀ ਫੌਜੀਆਂ ਨੇ ਕਿਵੇਂ ਚੁੱਕਿਆ। ਦੇਖੋ ਨਾ, ਅਗਰ 50% ਫੌਜੀ, ਅਗਰ ਮੇਰੇ ਪਿੰਡ ਦਾ 50% ਨੌਕਰੀ ਉੱਥੇ ਕਰ ਰਿਹਾ ਹੈ ਤੇ ਉਹਨਾਂ ਨੂੰ ਫਾਇਦਾ ਹੋ ਰਿਹਾ ਤੇ ਉਹ ਸੁਸਾਇਟੀ ਨੂੰ ਵੀ ਫਾਇਦਾ ਹੋ ਰਿਹਾ। ਮੈਂ ਕੋਈ ਕਲੋਨੀਅਲਿਜ਼ਮ ਦੀ ਸਪੋਰਟ ਨਹੀਂ ਕਰ ਰਿਹਾ, ਲੇਕਿਨ ਮੈਂ ਤੁਹਾਨੂੰ ਨੰਬਰ ਦੇ ਥਰੂ ਜਿਹੜੀ ਸੋਸ਼ੀਓਲੋਜੀਕਲ ਹੈ, ਜਿਹਨੂੰ ਜ਼ਰਾ ਥੋੜਾ ਜਿਹਾ ਪ੍ਰੈਗਮੈਟਿਕ ਹੋ ਕੇ ਵੀ ਵੇਖਣਾ ਪੈਂਦਾ, ਉਹਦੇ ਐਂਗਲ ਤੋਂ ਵੀ ਅਗਰ ਤੁਸੀਂ ਵੇਖੋ ਤੇ, ਔਰ ਉਹ ਬਰਥੀ ਕਿਉਂ ਹੋ ਰਹੀ ਸੀ। ਉਹ ਬਰਥੀ ਵਰਲਡ ਵਾਰ 1 ਦੇ ਵਿੱਚ ਮਾਈਕਲ ਔਡਵਾਇਰ ਗਾਲਾਂ ਕੱਢਦਾ ਸੀ ਮੁਲਤਾਨ ਤੇ ਲਾਹੌਰ ਨੂੰ, ਕਹਿੰਦਾ ਸੀ ਇਹਨਾਂ ਨੇ ਬਰਥੀ ਨਹੀਂ ਦਿੱਤੀ ਕਿਉਂਕਿ ਉਹ ਖੁਸ਼ਹਾਲ ਸਨ ਇਲਾਕੇ। ਬਰਥੀ ਫੌਜ ਨੂੰ ਮਰਨ ਵਾਸਤੇ ਲੋਕ ਕਿੱਥੋਂ ਜਾ ਰਹੇ ਸਨ, ਜਿਹੜੇ ਕਿ ਭੁੱਖ ਨਾਲ ਵੀ ਮਰ ਰਹੇ ਸਨ, ਜਿਹੜੇ ਸਾਲਟ ਰੇਂਜ ਦੇ ਰਗਡ ਇਲਾਕਿਆਂ ਦੇ ਲੋਕ ਹੈ, ਜਿਨ੍ਹਾਂ ਦੇ ਕੋਈ ਬਾਗ ਨਹੀਂ ਸਨ, ਨਾ ਘੋੜੀ ਪਾਲ ਜ਼ਮੀਨਾਂ ਸਨ, ਜਿਹੜੀਆਂ ਰਗਡ ਪਹਾੜਾਂ ਦੇ ਉੱਤੇ ਬੈਠੇ ਹੋਏ, ਜਿਹਨੂੰ ਖਾਣ ਜਿਹੜੇ ਕਿ ਅਸੀਂ ਤੇ ਆਪ ਆਪਣੇ ਦਾਦਿਆਂ ਪੜਦਾਦਿਆਂ ਜਦੋਂ ਦਾਦਿਆਂ ਤੇ ਵੇਖਿਆ ਸਾਂ, ਜਦੋਂ ਹਲ ਵਾਉਂਦੇ ਆ ਤੇ ਵੱਟੇ ਨਿਕਲਦੇ ਆ ਜ਼ਮੀਨਾਂ ਦੇ ਵਿੱਚੋਂ, ਨਾ ਪਾਣੀ ਬਰਾਨੀ ਜ਼ਮੀਨਾਂ ਨੇ ਸਾਰੀਆਂ, ਸੋ ਭੁੱਖੇ। ਸੋ ਕਿੱਥੋਂ ਬਰਥੀ ਲੱਭ ਰਹੀ ਸੀ ਗੋਰੇ ਨੂੰ ਔਰ ਬਾਅਦ ਚ ਪਾਕਿਸਤਾਨੀ ਫੌਜ ਨੂੰ, ਜਿਹੜੇ ਭੁੱਖੇ ਇਲਾਕੇ ਨੇ, ਜਿੱਥੇ ਹੋਰ ਰੋਟੀ ਰੋਜ਼ਗਾਰ ਦਾ, ਜਿਹੜੇ ਕਾਰਪੋਰੇਟ ਮੈਟਰੋਪੋਲੀਟਨ ਜਿਹੜੇ ਹੋਰ ਸੌਖੇ ਤਰੀਕੇ ਨਾਲ ਰੋਟੀ ਕਮਾ ਸਕਦੇ ਨੇ, ਉਹ ਕਿਉਂ ਜਾਣਗੇ ਫੌਜ ਦੇ ਵਿੱਚ ਮਾਰਨ ਵਾਸਤੇ। ਬਟ ਐਨੀਵੇ ਉਹ ਜਿਹੜਾ ਅਲਾਈਅੰਸ ਕ੍ਰੀਏਟ ਹੋਇਆ ਉਹਦੇ ਵਿੱਚ ਕਿਚਨਰ ਬੜਾ ਇੰਟਰਸਟਿੰਗ ਕਰੈਕਟਰ ਹੈ, ਜਿਹਦੀ ਵਜ੍ਹਾ ਤੋਂ ਤੁਹਾਨੂੰ ਪਤਾ ਕਿ ਗਵਰਨਰ ਜਨਰਲ ਦੀ ਕੌਂਸਲ ਵਿੱਚ ਔਰ ਅੜ ਗਿਆ ਵਾਇਸ ਔਰ ਰਿਜ਼ਾਈਨ ਕਰਨਾ ਪਿਆ। ਤੁਸੀਂ ਸ਼ੁਰੂ ਹੋਇਆ ਉਹ 1914 ਦੀ ਵਰਲਡ ਵਾਰ 1 ਤੋਂ ਬਾਅਦ ਜਿਹੜਾ ਸ਼ੁਰੂ ਹੋਇਆ, ਜਿਹਦੇ ਵਿੱਚ ਘੋੜੀਪਾਲ ਜ਼ਮੀਨਾਂ ਦਿੱਤੀਆਂ ਗਈਆਂ ਨੇ, ਹਾਰਸ ਰਨਸ ਦਿੱਤੇ ਗਏ ਨੇ, ਸਰਵਿਸ ਗ੍ਰਾਂਟਸ ਦਿੱਤੀਆਂ ਗਈਆਂ ਨੇ, ਔਰ ਜ਼ਮੀਨਾਂ ਤੇ ਜ਼ਮੀਨਾਂ ਦਿੱਤੀਆਂ ਗਈਆਂ ਨੇ।
और ਜਿਹੜੇ ਲੋਕ ਰਿਕਰੂਟਮੈਂਟ ਕਰ ਰਹੇ ਉਹਨਾਂ ਜ਼ਮੀਨਾਂ ਦਿੱਤੀਆਂ ਗਈਆਂ। ਮੈਂ ਆਪਣੇ ਜਦੋਂ MS ਲੀ ਨੇ ਉਹ ਲਿਸਟਾਂ ਦਿੱਤੀਆਂ ਨੇ ਆਪਣੀ ਕਿਤਾਬ ਵਿੱਚ ਪੰਜਾਬ ਐਂਡ ਦੀ ਵਾਰ, ਜਦੋਂ ਮੈਂ ਪਧਰਾੜ ਤੇ ਪਹਿਲ ਵੇਖੇ ਤੇ ਜਿਹੜੇ ਸਾਡੇ ਪਹਿਲ ਦੇ ਪੀ ਰਹੇ ਦੋ ਉਹ 8-8 ਮੁਰੱਬੇ ਤੇ 4-4 ਮੁਰੱਬੇ ਉਹ ਗਿਣ ਗਏ ਫੌਜੀਆਂ ਦੇ ਕੋਲੋਂ ਕਿ ਅਸੀਂ ਰਿਕਰੂਟ ਕਰਕੇ ਦਿੱਤੇ ਨੇ ਆਪਣੇ ਮੁਰੀਦ ਤੋਂ। ਸੋ ਜਿਹੜੇ ਰਿਕਰੂਟਮੈਂਟ ਦਾ ਰਿਵਾਰਡ ਹੈ ਕਿ ਤੁਸੀਂ ਕਿਤਨੇ ਬੰਦੇ ਦਵੋਗੇ ਤਾਂ ਰਿਵਾਰਡ ਦੇਵਾਂਗੇ, ਉਹ ਵੀ ਦੇ ਰਹੇ ਨੇ, ਔਰ ਲੈਂਡਸ ਦੇ ਰਹੇ ਨੇ, ਔਰ ਵਾਰ ਅਵਾਰਡਸ ਦੇ ਰਹੇ ਨੇ। ਔਰ ਜਦੋਂ ਗੋੜੀਪਾਲ ਜ਼ਮੀਨਾਂ ਔਰ ਪੰਜਾਬ ਕਲੋਨਾਈਜੇਸ਼ਨ ਸ਼ੁਰੂ ਹੋਈਆਂ ਨੇ, ਜਿਹੜੀਆਂ ਕਲੋਨੀਆਂ ਡਿਵੈਲਪ ਕੀਤੀਆਂ ਨੇ, ਉਹਦੇ ਵਿੱਚ ਚੰਗੀ ਜ਼ਮੀਨ ਲੱਭ ਜਾਏ, ਸਿਵਲ ਬੰਦਿਆਂ ਉਹ ਲਿਖਿਆ ਆ ਇਮਰਾਨ ਅਲੀ ਨੇ ਆਪਣੀ ਕਿਤਾਬ ਵਿੱਚ ਲਿਖਿਆ, ਸਿਵਲਾਂ ਕੋਈ ਚੰਗੀ ਜ਼ਮੀਨ ਲੱਗ ਜਾਏ ਤਾਂ ਫੌਜੀ ਪਹੁੰਚ ਪੈਂਦਾ ਹੈ ਆਪਣੇ, ਕਿਉਂਕਿ ਅਫਸਰ ਵੀ ਉੱਤੇ ਫੌਜੀ ਹੁੰਦਾ ਹੈ, ਉਹਦੇ ਨਾਲ ਕਲੂਡ ਕਰਕੇ ਉਹ ਆਪਣੀ ਜ਼ਮੀਨ ਬਦਲਾ ਲੈਂਦਾ ਹੈ। ਉਹ ਸਿਵਲੀਆਂ ਨਾਲ ਮਾੜੀ ਜ਼ਮੀਨ ਲੱਭ ਪੈਂਦੀ, ਫੌਜੀ ਚੰਗੀ ਜ਼ਮੀਨ ਗਿਣ ਦਿੰਦੇ ਹੈ। ਸੋ ਔਰ ਫੌਜੀਆਂ ਪਹਿਲੇ ਲੱਭਦੀਆਂ ਜ਼ਮੀਨਾਂ ਵਰਲਡ ਵਾਰ 1 ਗ੍ਰਾਂਟਸ ਦੇ ਹਿਸਾਬ ਨਾਲ, ਪਤਾ ਨਹੀਂ ਕਿਤਨੇ 50 ਮਿਲੀਅਨ ਕਿਤਨੇ ਦਾ ਨੰਬਰ ਆਇਆ ਕਿ ਕਿਤਨੇ ਏਕੜ ਜਿਹੜੇ ਨੇ ਉਹ ਵੰਡੇ ਗਏ ਨੇ ਵਰਲਡ ਵਾਰ 1 ਤੋਂ ਬਾਅਦ, ਸਿਰਫ ਉਹਨਾਂ ਜਿਹੜੇ ਕਿ ਵੈਟਰਨਸ ਇਨ ਅਸੈਂਸ ਜਿਹਨਾਂ ਫੌਜ ਵਿੱਚ ਕੰਮ ਕੀਤਾ। ਲੇਕਿਨ ਜਿਹੜੀ ਅਮੈਂਡਮੈਂਟ ਆਫ 1893 ਬਿੱਲ ਆਇਆ, ਜਿਹਦੇ ਵਿੱਚ ਕਿ ਤੁਹਾਨੂੰ ਪਤਾ ਹੀ ਕੀ ਹੋਇਆ, ਜਿਹਦੇ ਵਿੱਚ ਪੜਗੀ ਸਮਾਜ ਜੱਟਾਂ ਦੀ ਤਹਿਰੀਕ ਵੀ ਸ਼ੁਰੂ ਹੋਈ, ਜਿਹਦੇ ਅਗੇਂਸਟ ਸ਼ੁਰੂ ਹੋਈ ਹੈ, ਜਦੋਂ ਉਹਨਾਂ ਨੇ ਵਾਟਰ ਚਾਰजेस ਲਾਏ ਨੇ, ਔਰ ਉਸ ਤੋਂ ਬਾਅਦ ਜਦੋਂ ਉਹਨੇ ਕਿਹਾ ਕਿ ਸਿਰਫ ਵੱਡੇ ਪੁੱਤਰ ਨੂੰ ਜ਼ਮੀਨ ਜਾ ਸਕਦੀ ਹੈ, ਅੱਗੇ ਕਿਸੇ ਹੋਰ ਨੂੰ ਨਹੀਂ ਜਾ ਸਕਦੀ। ਉਹਦੇ ਵਿੱਚ ਇੱਕ ਅੰਜਮਨ ਲਾਵਾਰਸਾਨੇ ਪੰਜਾਬ ਵੀ ਬਣੀ ਹੈ ਕਿ ਜਿਹੜੇ ਦੂਜੇ ਪੁੱਤਰ ਹੁੰਦੇ ਸਨ, ਵੱਡੇ ਪੁੱਤਰ ਥੱਲੇ ਵਾਲਾ, ਉਹਨੂੰ ਜ਼ਮੀਨ ਨਹੀਂ ਸੀ ਜਾ ਸਕਦੀ ਲੀਗਲੀ, ਉਹਨੂੰ ਪਿਓ ਜਿਹੜਾ ਉਹ ਸਿਰਫ ਵੱਡੇ ਪੁੱਤਰ ਨੂੰ ਟ੍ਰਾਂਸਫਰ ਕਰ ਸਕਦਾ ਹੈ। ਤੇ ਉਹ ਇੱਕ ਅੰਜਮਨ ਲਾਵਾਰਸਾਨੇ ਪੰਜਾਬ ਵੀ ਬਣੀ, ਜਿਹਦੇ ਵਿੱਚ ਉਹ ਜਿਹੜੇ ਦੂਜੇ ਨੰਬਰ ਵਾਲੇ ਪੁੱਤਰ ਹੈ ਤੇ ਤੀਜੇ ਨੰਬਰ ਵਾਲੇ, ਉਹਨਾਂ ਦੀ ਜ਼ਮੀਨ ਵਿੱਚ ਲੱਭਦੀ ਨਹੀਂ, ਤੇ ਉਹਨਾਂ ਰਿਸ਼ਤੇ ਵੀ ਨਹੀਂ ਲੱਭਦੇ, ਰਿਸ਼ਤੇ ਵੀ ਉਹਨਾਂ ਹੀ ਲੱਭਦੇ ਜਿਹਨਾਂ ਦੇ ਨਾਲ ਜ਼ਮੀਨ ਪੈਂਦੀ। ਸੋ ਉਹਨਾਂ ਇੱਕ ਤਨਜ਼ੀਮ ਬਣਾ ਕੇ, ਖੈਰ ਉਹ ਇੱਕ ਹੋਰ ਇੱਕ ਇੰਟਰਸਟਿੰਗ ਚੈਪਟਰ ਹੈ। ਅੱਛਾ, ਉਹਦੇ ਵਿੱਚ ਜਦੋਂ ਇਤਜਾਜ ਸ਼ੁਰੂ ਹੋਏ ਤੇ ਉਹਦੇ ਵਿੱਚ ਫੌਜੀ ਜਿਹੜੇ ਛੁੱਟੀਆਂ ਤੇ ਗਏ ਉਹ ਵੀ ਉਹਨਾਂ ਇਤਜਾਜ ਸ਼ਾਮਲ ਹੁੰਦੇ, ਜਿਹੜੇ ਪਗੜੀ ਸਮਾਜ ਜੱਟਾਂ ਦੀ ਤਹਿਰੀਕ ਹੈ, ਔਰ ਜਿਸ ਵਿੱਚ ਅਜੀਤ ਸਿੰਘ ਔਰ ਲਾਜਪਤ ਰਾਏ, ਔਰ ਜਦੋਂ ਉਹਨਾਂ ਦੀਆਂ ਮੀਟਿੰਗਸ ਹੋਣੀਆਂ ਤੇ ਕਿਸ ਤਰ੍ਹਾਂ ਜਦੋਂ ਪਤਾ ਲੱਗਾ ਕਿ ਬਈ ਇਹ ਮੀਟਿੰਗਸ ਵੀ ਹੋ ਰਹੀਆਂ ਨੇ, ਉਸ ਵਿੱਚ ਮੇਰੇ ਜਿਹੜੇ ਫੌਜੀ ਛੁੱਟੀਆਂ ਤੇ ਗਏ ਨੇ ਉਹ ਵੀ ਸ਼ਾਮਿਲ ਹੋ ਰਹੇ, ਤੇ ਇਹ ਜਿਹੜਾ ਰੂਰਲ ਮਿਲਟਰੀ ਰਿਵੋਲਟ ਹੈ ਇਹ ਖਤਮ ਕਰਨਾ ਚਾਹੀਦਾ। ਔਰ ਮਿੰਟੋ ਦੇ ਲੈਟਰ ਦੇਖੋ ਕੀ ਉਹ ਤੋਂ ਜਦੋਂ ਖਤਮ ਕਰਾ ਰਿਹਾ ਉਹ ਕਹਿੰਦਾ, the appearance of surrender to agitation was far less dangerous than to insist upon enforcing the unfortunate legislation proposed upon a warlike and loyal section of Indian community। Minto to Morley ਜਿਹੜਾ ਸੈਕਟਰੀ ਸੀ 29 ਮਈ 1907। ਸੋ ਉਹ ਉਹਨੇ ਵਾਪਸ ਕਰਾ ਲਿਆ ਸਿਰਫ ਇਸ ਤੋਂ ਕਿ ਮੇਰੇ ਫੌਜੀ ਵੀ ਹੋ ਰਹੇ, ਔਰ ਮੇਰੇ ਕੈਂਪ ਜਿਹੜੇ ਨੇ, ਜਿਹੜੀ ਸਾਡਾ ਰਿਲੇਸ਼ਨਸ਼ਿਪ ਰੂਰਲ ਫੌਜੀਆਂ ਨਾਲ ਹੈ ਔਰ ਕਿਸਾਨ ਜਿਹੜੀ ਪੀਜ਼ਨ ਰਿਕਰੂਟਸ ਨੇ ਉਹ ਵੀ ਸ਼ਾਮਲ ਹੋ ਰਹੇ ਨੇ, ਤੇ ਅਸੀਂ ਨਹੀਂ ਮੈਂ ਰਿਵੋਲਟ ਚਾਹੁੰਦਾ ਫੌਜ ਦੇ ਵਿੱਚ। ਸੋ ਵਾਪਸ ਲਵੋ, ਜਿਹੜੀ ਅਮੈਂਡਮੈਂਟ ਪੰਜਾਬ ਕੰਸਟੀਟਿਊਟ ਅਸੈਂਬਲੀ ਪਾਸ ਕਰਕੇ ਭੇਜ ਚੁੱਕੀ ਹੈ ਅੱਗੇ, ਉਹ ਵਾਇਸਰਾਏ ਸੈਕਟਰੀ ਨੂੰ ਲਿਖ ਕੇ ਉਹ ਵਾਪਸ ਕਰਵਾਈ। ਸੋ ਉਹ ਜਿਹੜਾ ਉਹਨੂੰ ਕਹਿ ਰਿਹਾ ਨਾ ਕਿ ਕਲੋਨੀਅਲਿਜ਼ਮ ਵਾਸ ਰਿਸਟ੍ਰੇਨਡ, ਉਹ ਰਿਸਟ੍ਰੇਨਡ ਇਸ ਸੈਂਸ ਵਿੱਚ ਵੀ ਹੋਈ ਹੈ ਬਹੁਤ ਸਾਰੀ ਜਗ੍ਹਾ ਦੇ ਉੱਤੇ ਜਿੱਥੇ ਇਹ ਰਿਲੇਸ਼ਨਸ਼ਿਪ ਪਲੇਨ ਹੋਇਆ। ਅੱਛਾ ਜੀ, ਹੁਣ ਜਦੋਂ ਸਭ ਤੋਂ ਇੱਕ ਇੰਟਰਸਟਿੰਗ ਕਰੈਕਟਰ ਜਦੋਂ ਰਿਕਰੂਟਮੈਂਟ ਦੀ ਅਸੀਂ ਗੱਲ ਕਰ ਰਹੇ, ਜਦੋਂ ਮੈਂ ਗੱਲ ਕਰ ਰਿਹਾ ਜੀ ਕਿ ਜਿਹੜਾ ਸਰਦਾਰ ਗਜਨ ਸਿੰਘ ਲੁਧਿਆਣੇ ਦਾ ਜਾਂ ਅਮੀਨ ਦਾ ਜਾਂ ਉਮਰ ਯਾਰ ਟਿਵਾਣਾ ਸ਼ਾਹਪੁਰ ਦਾ ਜਾਂ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਦਾ ਜਾਂ ਸਰਦਾਰ ਰਘਬੀਰ ਸਿੰਘ ਅੰਮ੍ਰਿਤਸਰ ਦਾ, ਇਹ ਮੇਨ ਚੀਫ ਰਿਕਰੂਟਰਸ ਹੈ ਜਿਹੜੇ 1914 ਦੇ ਵਿੱਚ ਰਿਕਰੂਟਮੈਂਟ ਕਰ ਰਹੇ। ਲੇਕਿਨ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਹੋਰ ਰਿਕਰੂਟ ਵੀ ਹੈ ਜਿਹੜਾ ਅਸੀਂ ਭੁੱਲ ਜਾਂਦੇ ਹਾਂ, ਉਹ ਹੈ ਮਿਸਟਰ ਗਾਂਧੀ। ਗਾਂਧੀ ਸਾਹਿਬ ਜਿਹੜੇ ਉਹਨਾਂ ਨੇ ਪਹਿਲੇ ਜੰਗ ਦੇ ਖਿਲਾਫ ਰਹੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਬ੍ਰਿਟਿਸ਼ ਸਰਕਾਰ ਨੂੰ ਖਤ ਲਿਖ ਕੇ ਕਿ ਭਾਈ ਸਾਹਿਬ ਮੈਂ ਹਾਜ਼ਰ ਹਾਂ। ਔਰ ਉਹ ਲਾਈਨ ਵੇਖੋ ਜਿਹੜੀ ਉਹਨਾਂ ਦੇ ਲੈਟਰ ਦੇ ਵਿੱਚੋਂ ਕਲੈਕਟਿਵ ਵਰਕਸ ਆਫ ਗਾਂਧੀ ਦੇ ਵਿੱਚੋਂ ਮੈਂ ਲਈ ਹੈ, ਉਹ ਬੜੀ ਇੰਟਰਸਟਿੰਗ ਹੈ। ਮੈਂ ਪੜ੍ਹੀ ਇਹ ਜਿਹੜੀ ਅਵੇਕਨਿੰਗ ਸੀ ਨਾ ਜੀ ਮੇਰੇ ਵਾਸਤੇ ਜਦੋਂ ਮੈਂ ਕੰਮ ਕਰ ਰਿਹਾ ਉਸ ਦੇ ਉੱਤੇ, ਉਹ ਇੱਕ ਬੜੀ ਇੰਟਰਸਟਿੰਗ ਹੈ। ਹਾਂਜੀ, ਗਾਂਧੀ ਇਨ ਹਿਸ 27 April 1918 ਲੈਟਰ ਟੂ ਮਾਫੀ, ਜੌਨ ਮਾਫੀ ਜਿਹੜਾ ਕਿ ਪ੍ਰਾਈਵੇਟ ਸੈਕਟਰੀ ਸੀ ਵਾਇਸਰਾਏ ਦਾ, ਉਹਨੂੰ ਉਹ ਕਹਿ ਰਿਹਾ ਜੀ ਕਿ ਮੈਂ ਤੁਹਾਨੂੰ ਅਨਗ੍ਰਜਿੰਗ unequivocal support to the empire if I, ਹੁਣ ਦਾ ਲੈਟਰ ਵੇਖੋ 3 ਅਪ੍ਰੈਲ ਦਾ ਲੈਟਰ, if I became your recruiting agent in chief I may rain men on you। ਮੈਂ ਅਗਰ ਤੁਹਾਡਾ ਰਿਕਰੂਟਿੰਗ ਏਜੰਟ ਇਨ ਚੀਫ ਬਣ ਗਿਆ ਤੇ ਮੈਂ ਬੰਦੇ ਦੀ ਬਾਰਿਸ਼ ਕਰਦਾ ਤੁਹਾਡੇ ਉੱਤੇ। ਅੱਛਾ, ਹੁਣ ਗਾਂਧੀ ਉਹਨੂੰ ਕਿਸ ਤਰ੍ਹਾਂ ਵੇਖ ਰਿਹਾ ਸੀ, ਉਹ ਹੋਰ ਡਿਫਰੈਂਟ ਚੀਜ਼ ਹੈ। ਉਹ ਸਮਝ ਰਿਹਾ ਸੀ ਕਿ ਮੈਂ ਮਦਦ ਕਰਕੇ ਤੇ ਅਸੀਂ ਹੋਮ ਰੂਲ ਲੈ ਲਾਂਗੇ। ਉਹ ਬੜੇ ਇੱਕ ਫਲॉ, ਮਤਲਬ ਮੈਂ ਜਿੱਥੇ ਲੈਟਰ ਪੜ੍ਹਦਾ ਗਿਆ ਔਰ ਚੀਜ਼ਾਂ ਵੇਖਦਾ ਗਿਆ, ਉਹ ਬੜਾ ਅਜੀਬ ਜਿਹਾ ਫਲॉड ਜਿਹਾ ਥੀਸਿਸ, ਔਰ ਕੁਝ ਜਿਹੜੇ ਲੈਟਰ ਕੁਝ ਜਿਹੜੇ ਮੈਂ ਉਹਦੀ ਸਪੀਚਸ ਦੇ ਵਿੱਚੋਂ ਐਕਸਟ੍ਰੈਕਟਸ ਕੱਢੇ ਨੇ ਉਹ ਇੰਟਰਸਟਿੰਗ ਨੇ। ਇੱਕ ਹੁਣ ਸਪੀਚ 26 ਜੂਨ ਦੀ, 5 ਮਹੀਨੇ ਮੁਸਲਸਲ ਗਾਂਧੀ ਸਾਹਿਬ ਮੈਦਾਨ 'ਚ ਰਹੇ ਨੇ ਬੰਦੇ ਭਰਤੀ ਕਰਾਉਣ ਵਾਸਤੇ।
और वो तकरीरें बड़ियां अजीब अजीब करते रहे ने। हुण एक तकरीर है हुण एक तकरीर है 26 जून 1918 दी रास दे विच वॉलंटरी, हुण अंग्रेजी तर्जमा मैं कर रहा ज़ाहिर वॉलंटरी क्योंकि कलेक्टिव वर्क्स तो लगी है। वॉलंटरी रिक्रूटमेंट इज की टू स्वराज एंड विल गिव अस ऑनर एंड मैनहुड। हुण इत्थे जेंडर आ गई है जी, मैनहुड। द ऑनर ऑफ वुमेन, हुण औरतां नूं कह रहे हैं, ऑनर ऑफ वुमेन इज बाउंड विद इट। वी शुड हैव 20% per 1000 recruits per village. What are 2 in 100? but दो अगर 100 चो भर्ती हो जाएंगे तो की है? How many men do die out of cholera and other diseases? पर बाकी बीमारियां तो है जे तो किन्ने बंदे मरदे ने, जो 2 बंदे उत्ते मर गए जाके तो फिर की फर्क पएगा? These men die, जरा सुनो, unmourned, ਇਹ ਜਿਹੜੇ बेचारे बीमारियां दी वजह तो मरदे ने, while soldiers' death makes them immortal. If the scriptures are right, they become a source of joy and pride to those left behind. Sisters, you should encourage your husbands and brothers and sons and not to worry them with your objections. If you want them to be true men, send them to the army with your blessings. Your piety will watch over them there. If they fall, console yourself with the thoughts that they have fallen in the discharge of their duty and they will be yours in your next generation. फिर एक तकरीर कहते हैं 1920 ਦੇ ਵਿੱਚ ਮਸਕੂਲੈਂਟ ਹੀ ਜਦੋਂ ਕਿਚਨਰ ਨਾਲ ਗੱਲ ਕਰ ਰਹੇ ਨੇ, ਉਹ ਕਹਿੰਦੇ ਭਾਈ ਆਈ ਐਮ ਦ ਗ੍ਰੇਟੈਸਟ ਖਸ਼ਤਰੀ ਆਫ ਇੰਡੀਆ। ਹੁਣ ਇਹ ਔਰਤਾਂ ਨੂੰ ਕਹਿੰਦੇ ਵੀ ਰੋਣ ਛੋਣ ਦੀ ਲੋੜ ਕਿਹੜੀ ਹੈ, ਵਿਚਾਰੇ ਉਹ ਮਰ ਗਏ ਨੇ, ਉਹ ਤੇ ਬੜੀ ਡਿਊਟੀ ਮਰ ਗਏ ਨੇ, ਤੁਹਾਨੂੰ ਰੋਣ ਦੀ ਕੀ ਲੋੜ ਹੈ, ਉਹ ਤੇ ਬੜੇ ਕੋਈ ਵਾਈਡਰ ਕਾਜ਼ ਵਾਸਤੇ ਬਣ ਰਹੇ ਨੇ। ਔਰ ਇਹ ਜਿਹੜੀਆਂ ਸਾਰੀਆਂ ਸਪੀਚਸ ਪੜ੍ਹੋ ਤੇ ਤੁਹਾਨੂੰ ਲੱਗਦਾ ਕਿ ਜਿਹੜਾ ਪੀਜ਼ੈਂਟ ਸੀ ਇਹਨੂੰ ਐਜ਼ ਅ ਕੈਨਨ ਫੋਡਰ ਗਾਂਧੀ ਸਾਹਿਬ ਆਪ ਯੂਜ਼ ਕਰ ਰਹੇ ਸੀ ਕਿ ਇਹਨਾਂ ਦੇ ਬਿਹਾਫ ਤੇ ਇਹ ਮੈਂ ਮਰਵਾ ਕੇ। और नाल जिहड़ा अहिंसा या जिहड़ा कि नॉन वायलेंस है वो बड़ा मजेदार तरीके नाल जिहड़ा इमर्ज हो रहा उन्हां स्पीचेस दे विच कि जदों अपनी मिडिल क्लास नूं खिताब करदे ने तो उहदे विच कहंदे ने ये सारे ते गदार ने, ये जिहड़े सारे पीजन ने, जिहड़े सारे भुखे ने, जिहड़े नौकरियां कर रहे ने, इन्हां नूं ते पॉलिटिक्स दा या वाइडर कॉज दा या आइडियोलॉजी दा पता ही कोई नहीं। इन्हां ने ते सलूट मारना फौजियां नूं, पहले आपे भर्ती करा रहे हो, फिर कह रहे उन्होंने सलूट मारना फौजियां नूं, और इन्हां दी बीवियां नूं कह रहे कि रोण दी लोड़ नहीं अगर मर मुर गए उत्थे ते हैं। सड़कां विच जंडियां नहीं, बस कर जर्मनियां हुण घर घर रंडियां ने, ये फोक कह रही साडी। या सड़कां विच टोए नहीं, बछड़े गरीबां दे बसरे विच रोए नहीं, मोए नहीं। हुण ਇਹ ਜਿਹੜੀ ਸਾਰੀ किलिंग हो रही है, ਇਹ गांधी साहब कहने बस रोण दी लोड़ नहीं है, ये ते मरदे ही हैं लोग। हुण चेक करो 18 जुलाई 1918 लेटर टू श्रीनिवास शास्त्री कह रहे हैं the gateway to our freedom is situated on the French soil. If we could but crowd the battlefields of France and by enlisting in the war we will be patriotic. On 14 जुलाई ਨੂੰ ਕਹਿ ਰਹੇ ਨੇ 14 जुलाई speech at Karamsad he said India would be nowhere without Englishmen. 484 ਸਫਾ। 17 जुलाई ਦਾ ਲੈਟਰ ਹਨੂਮਾਨ ਰਾਏ ਨੂੰ sometimes practice of ahimsa may even necessitate killing, by non violence ਵਾਸਤੇ ਕਤਲ ਵੀ ਕਰਨਾ ਪੈਂਦਾ, and that we as a nation have lost the true power of killing. It is clear that he who has lost the power to kill cannot practice non killing. ਸੋ ਕਿਲਿੰਗ ਤੇ ਨਾਨ ਕਿਲਿੰਗ ਨੂੰ ਵੀ ਜੋੜ ਰਹੇ ਨੇ ਨਾਲ। ਇੱਕ ਹੋਰ ਇੰਟਰਸਟਿੰਗ ਹੈ, ਹੁਣ ਨਾਨ ਵਾਇਲੈਂਸ ਆਉਂਦਾ, ਵੇਖੋ ਹੁਣ ਫੌਜੀ ਭਰਤੀ ਕਰਕੇ ਤੁਸੀਂ ਭੇਜ ਦਿੱਤਾ, ਹੁਣ ਉਹਨੂੰ ਕਹਿ ਰਹੇ ਹੋ ਕਿ ਹੁਣ ਤੂੰ ਉੱਥੇ ਨਾਨ ਵਾਇਲੈਂਸ ਕਰ। ਔਰ ਰਿਕਰੂਟਰ ਨੂੰ ਬਲੇਮ ਜਦੋਂ ਕਰਨਾ ਸ਼ੁਰੂ ਕੀਤਾ 3 ਨਵੰਬਰ 1917 ਦੀਆਂ ਸਪੀਚਸ ਦੇ ਵਿੱਚ, ਇਹ ਇਤਨਾ ਗ੍ਰੀਵੀਅਸ ਹੈ ਜਦੋਂ ਮੈਂ ਪੜ੍ਹਦਾ ਤਾਂ ਸਾਨੂੰ ਸਮਝ ਨਹੀਂ ਆਉਂਦੀ ਕਿ ਹੋ ਕੀ ਰਿਹਾ। ਉੱਥੇ ਉਹ ਕਹਿ ਰਹੇ ਨੇ ਪੋਸਟ 1917 at the end of the war they will not ask for Swaraj, they have gone to demonstrate that they are faithful to the salt they eat. In asking for Swaraj I feel that it is not possible for us to bring into account their services. So ਨਾਲ ਇੱਕ ਹੋਰ ਲੈਟਰ ਹੈ ਬੜਾ ਇੰਟਰਸਟਿੰਗ ਜਿਹਾ, ਉਹਨਾਂ ਨੇ ਕਿਹਾ ਕਿ ਮੈਂ ਤੇ ਕਿਸੇ ਜਗ੍ਹਾ ਤੇ ਨਹੀਂ ਕਿਹਾ। 6 ਜੁਲਾਈ 1918 ਦਾ ਲੈਟਰ ਟੂ ਐਂਡਰਿਓ he wrote there is no single recruiting speech where I said let us go and kill the Germans. I said let us go and die for the sake of India and the empire. Indian spies trained by him, by mere to train jehde honge, will may fill the trenches and with hearts of love lay down their guns and challenge the Germans to shoot them. मैं भर्ती करके भेजांगा, फिर जो ट्रेंच वार होएगी ਉਹਦੇ ਵਿੱਚ ਉਹ ਆਪਣੇ ਹੱਥ ਖਲੇ ਗਨ ਛੱਡ ਦੇਣਗੇ ਤੇ ਜਰਮਨਸ ਨੂੰ ਕਹਿਣਗੇ Germans to shoot them their fellow men. I say that even the German heart will melt. ਜਦੋਂ ਕਹਿਣਗੇ ਨਾ ਕਿ ਅਸੀਂ ਤੇ ਭਾਈ ਭਈਆ ਹਥਿਆਰ ਸੁੱਟ ਦਿੱਤੇ ਨੇ, ਅਹਿੰਸਾ ਨਾਨ ਵਾਇਲੈਂਸ, ਤੇ ਉਸ ਤੋਂ ਬਾਅਦ ਜਰਮਨ ਦਾ ਹਾਰਟ ਵੀ ਮੈਲਟ ਹੋ ਜਾਏਗਾ। ਸੋ ਇਹ ਗਾਂਧੀ ਸਾਹਿਬ ਵੀ ਇੱਕ ਰਿਕਰੂਟ ਸਨ ਜਿਹੜਾ ਕਿ ਭੁੱਲ ਜਾਂਦੇ ਹਿਸਟਰੀ ਦੇ ਵਿੱਚ, ਅਸੀਂ ਭੁੱਲ ਜਾਂਦੇ ਹਾਂ ਕਿ ਉਮਰ ਟਿਵਾਣਾ ਜਿਹੜਾ ਉਹ ਤੇ ਗਾਂਧੀਆਂ ਉਹ ਤੇ ਰਿਕਰੂਟਮੈਂਟ ਦੇ ਵਿੱਚ ਹੈਲਪ ਕਰ ਰਿਹਾ ਸੀ, ਲੇਕਿਨ ਇੱਕ ਹੋਰ ਬੰਦਾ ਵੀ ਸੀ ਜਿਹੜਾ ਰਿਕਰੂਟਮੈਂਟ ਵਿੱਚ
भर्थी रेन मैन रेन इन कर रहे सी और इन्नी कंपेन की पेन 6 महीने दी गांधी के गांधी बीमार हो गए ਜਿਹੜੇ ਸਾਰੇ ਹਿਸਟੋਰੀਅਨਸ ਲਿਖਦੇ ਨੇ ਔਰ ਤਾਂ ਕੰਪੇਨ ਰੁਕੀ ਹੋਈਆਂ ਤਕਰੀਰਾਂ ਸਨ ਜਿਹੜੀਆਂ ਕਿ ਆਪਣੀਆਂ ਭੈਣਾਂ ਨੂੰ ਹੁਣ ਉਹ ਜਦੋਂ ਸਿਸਟਰ ਨੂੰ ਖਿਤਾਬੀ ਭੈਣ ਜਿਹਦੇ ਵਿੱਚ ਸਟੋਰੀਆਂ ਹੁੰਦੀਆਂ ਸਨ ਭਈਆ ਜਿਹੜੇ ਬੰਦੇ ਮੋਏ ਨੇ ਇਹ ਤੇ ਜਨਤੀ ਨੇ ਜਿਹੜੇ ਫਲੌਂਡਰਸ ਦੇ ਵਿੱਚ ਔਰ ਬੈਲਜੀਅਮ ਦੇ ਵਿੱਚ ਔਰ ਫਰਾਂਸ ਵਿੱਚ ਔਰ ਟ੍ਰੈਂਚਸ ਵਿੱਚ ਮਰ ਰਹੇ ਨੇ ਇਹ ਤੇ ਜਨਤੀ ਨੇ ਪੰਜਾਬੀ ਭੈਣਾਂ ਤੁਸੀਂ ਸਬਰ ਕਰੋ ਉਹ ਇੱਕ ਜਿਹੜਾ ਮੈਸੇਜ ਗਾਂਧੀ ਦੇ ਰਹੇ ਸੀ ਉਹ ਇੱਕ ਮੈਸੇਜ ਅੰਗਰੇਜ਼ ਦੇ ਰਹੇ ਸੀ ਔਰ ਪੰਜਾਬੀ ਦੇ ਰਿਹਾ ਸੀ ਪੰਜਾਬੀ ਭੈਣ ਜੇ ਮੈਗਜ਼ੀਨ ਲਾਂਚ ਕਰਕੇ ਉਹਨਾਂ ਦੇ ਥਰੂ ਐਨੀਵੇ ਜੀ ਇਹ ਰਿਕਰੂਟਮੈਂਟ ਸਾਈਕਲ ਰਿਹਾ ਔਰ ਇਸ ਸਾਈਕਲ ਦੇ ਵਿੱਚੋਂ ਫਿਰ ਜਾਇਦਾਦਾਂ ਨਿਕਲੀਆਂ ਇਹ ਸਿਵਲ ਮਿਲਟਰੀ ਰਿਲੇਸ਼ਨਸ਼ਿਪ ਨਿਕਲਿਆ ਇਹ ਸਾਰੀ ਜਿਹੜੀ ਤੁਸੀਂ ਫਿਊਡਲਿਜ਼ਮ ਵੇਖ ਰਹੇ ਹਾਂ ਅਸੀਂ ਆਪਣੇ ਪਾਕਿਸਤਾਨ ਵਿੱਚ ਔਰ ਈਵਨ ਈਸਟ ਪੰਜਾਬ ਦੇ ਵਿੱਚ ਵੀ ਉਹ ਫਿਊਡਲਿਜ਼ਮ ਵੀ ਇੱਥੋਂ ਨਿਕਲਿਆ ਜਿਹਦੇ ਵਿੱਚ ਇਹਨਾਂ ਨੂੰ ਬਰਥੀਆਂ ਦੇ ਬੇਸ ਦੇ ਉੱਤੇ ਸਾਡੇ ਪੀਰਾਂ ਨੂੰ ਤੇ ਫਕੀਰਾਂ ਨੂੰ ਤੇ ਵੇਸ਼ਨ ਨੂੰ ਸਰਦੀ ਨੂੰ ਸਭਾ ਵੀ ਛਪੀ ਹੈ ਪੰਜਾਬ ਬੈਂਡ ਦੀ ਵਾਰ ਉਹਦੇ ਵਿੱਚ ਉਹਨੇ ਟੇਬਲ ਦਿੱਤੇ ਨੇ ਵੀ ਕਿਹੜੇ ਇਲਾਕੇ ਦਾ ਕਿਹੜੇ ਗ੍ਰਾਂ ਦੇ ਕਿਹੜੇ ਬੰਦੇ ਨੂੰ ਅਸਾਂ ਟਾਈਟਲ ਦਿੱਤਾ ਕਿਹੜੇ ਬੰਦੇ ਨੂੰ ਅਸਾਂ ਜਾਗੀਰ ਦਿੱਤੀ ਹੈ ਕਿਹੜੇ ਬੰਦੇ ਨੂੰ ਅਸਾਂ ਕੁਝ ਹੋਰ ਦਿੱਤਾ ਜੋ ਕੁਝ ਦਿੱਤਾ ਉਹਨਾਂ ਨੇ ਸੋ ਇਹ ਸਾਰੀ ਬਰਥੀ ਹੋ ਰਹੀ ਹੈ ਹੁਣ ਜਿਹੜੀ ਇਹ ਸਾਰੀ ਬਰਥੀ ਹੈ ਇਸ ਬਰਥੀ ਦੇ ਨਾਲ ਇੱਕ ਜਿਹੜੀ ਗ੍ਰੀਵੀਅਸ ਟੋਨ ਹੈ ਉਹ ਉਹਦੇ ਉੱਤੇ ਅਸੀਂ ਐਂਡ ਕਰਾਂਗੇ ਅਸੀਂ ਨੇੜੇ ਆ ਗਏ ਤਕਰੀਬਨ ਜਿਹੜੀ ਫੋਕਲੋਰ ਹੈ ਉਹਨੇ ਕਿਵੇਂ ਵੇਖਿਆ ਵੇਖੋ ਜਿਹੜੇ ਬੰਦੇ ਮਰ ਰਹੇ ਸਨ ਉੱਥੇ ਜਾ ਕੇ ਔਰ ਇੱਕ ਟਾਈਮ ਦੇ ਉੱਤੇ ਜਿਹੜਾ ਨੰਬਰ ਕੁਝ ਐਮਐਸਲੀ ਨੇ ਲਿਖਿਆ ਔਰ ਜੋ ਜਿਹੜਾ ਕੁਝ ਮੈਂ ਐਡ ਕੀਤਾ ਉਹਦੇ ਵਿੱਚੋਂ ਡਿਫਰੈਂਟ ਡਿਸਟ੍ਰਿਕਟ ਦੇ ਵਿੱਚੋਂ ਵੇਖ ਕੇ ਅਰਾਊਂਡ 38000 ਪੰਜਾਬੀ ਮੋਇਆ ਪਹਿਲੀ ਵੱਡੀ ਜੰਗ ਦੇ ਵਿੱਚ ਇੰਡੀਆ ਤੋਂ ਬਾਹਰ ਜਿਹੜਾ ਕਿ ਮੈਸੋਪੋਟੇਮੀਆ ਤੋਂ ਲੈ ਕੇ ਔਰ ਫਲੌਂਡਰਸ ਤੋਂ ਲੈ ਕੇ ਔਰ ਬੈਲਜੀਅਮ ਔਰ ਗਲੀਪੋਲੀ ਔਰ ਉੱਥੇ 38 ਤੋਂ 40,000 ਪੰਜਾਬੀ ਮੋਇਆ ਸਿਰ 68,680 ਸਮਥਿੰਗ ਟੋਟਲ ਇੰਡੀਅਨ ਡੈਥ ਹੈ ਉਹਦੇ ਵਿੱਚ 38 ਤੋਂ 40,000 ਪੰਜਾਬੀਆਂ ਦੀ ਕਿਉਂਕਿ ਕੰਬੈਟੈਂਟਸ ਜਿਤਨੇ ਵੀ ਆਏ ਸਨ ਉਹਦੇ ਵਿੱਚ ਮੈਜੋਰਿਟੀ ਜਿਹੜੀ ਹੈ 60 ਤੋਂ 70% ਉਹ ਪੰਜਾਬੀਆਂ ਦੀ ਹੈ ਔਰ 38-40,000 ਮੋਏ ਹੋਣ ਅਗਰ ਤੁਸੀਂ ਵੇਖੋ ਹਰ ਗ੍ਰਾਂ ਦੇ ਵਿੱਚ ਔਰ ਸਪੈਸ਼ਲੀ ਉਹ ਡਿਸਟ੍ਰਿਕਟਸ ਜਿਹੜੇ ਨੇ ਉਹਨਾਂ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਹੋਣਗੀਆਂ ਮੇਰੇ ਆਪਣੇ ਪੜਦਾਦੇ ਦਾ ਕਜ਼ਨ ਮਰ ਗਿਆ ਔਰ ਉਹਦੀ ਲਾਸ਼ ਨਹੀਂ ਵਾਪਸ ਆਈ ਔਰ ਮੈਨੂੰ ਦੱਸਦੇ ਆ ਕਿ ਉਹਦੀ ਜਿਹੜੀ ਮਾਂ ਹੈ ਉਹ ਜਵਾਨ 19 ਸਾਲ ਦਾ ਛੋਰਾ ਹੈ ਜਦੋਂ ਬਰਥੀਆਂ ਆਉਂਦੀਆਂ ਤੁਹਾਨੂੰ ਪਤਾ ਹੀ ਹੈ ਪੰਜਾਬ ਜਿੱਥੇ ਭੁੱਖ ਹੈ ਉਹ ਜਿਹੜਾ 15 ਸਾਲ ਵਾਲਾ ਉਸ ਸਮੇਂ 17 ਸਾਲ ਦਾ ਸ਼ੋਅ ਕਰਕੇ ਉਹ ਬਰਥੀ ਕਰਾ ਦਿੰਦੇ ਸੋ ਉਹ ਜਿਹੜੀਆਂ ਬਰਥੀ ਦੀਆਂ ਡਾਇਨਾਮਿਕਸ ਨੇ ਉਹ ਆਪ ਹੀ ਇੱਕ ਬੜੀਆਂ ਅਜੀਬ ਜਿਹੀਆਂ ਡਾਇਨਾਮਿਕਸ ਨੇ ਉਹਨਾਂ ਇਲਾਕਿਆਂ ਦੀਆਂ ਔਰ ਜਿਹੜੇ ਅਗਰ ਤੁਸੀਂ ਸੁਣ ਰਹੇ ਹੋ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੋਂ ਦਾ ਮੈਂ ਔਰ ਜਿਸ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਬਰਥੀਆਂ ਹੁੰਦੀਆਂ ਰਹੀਆਂ ਨੇ ਉਹ ਕਿ ਅਜੇ ਵੀ ਲੋਕ ਕਿਉਂ ਮਰਦੇ ਨੇ ਜਾ ਕੇ ਕਿ ਅਸੀਂ ਫੌਜ ਬਰਥੀ ਹੋਈ ਹੈ ਜਾ ਕੇ ਔਰ ਉਹ ਪਤਾ ਨਹੀਂ ਉਹ ਇਸ ਵਜ੍ਹਾ ਤੋਂ ਪਿੱਛੇ ਵੀ ਰਹਿ ਗਏ ਨੇ ਉੱਥੇ ਤਰੱਕੀ ਹੋਣ ਵੀ ਨਹੀਂ ਦਿੱਤੀ ਸਟੇਟਸ ਨੇ ਔਰ ਗੋਰਿਆਂ ਨੇ ਵੀ ਕਿਉਂਕਿ ਉੱਥੋਂ ਅਗਰ ਤਰੱਕੀ ਹੋ ਗਈ ਇੰਡਸਟਰੀਜ਼ ਲੱਗ ਗਈਆਂ ਇੰਡਸਟਰੀਅਲਾਈਜ਼ ਹੋ ਗਿਆ ਜਿਹੜਾ ਕਿ ਇਮਰਾਨ ਅਲੀ ਦਾ ਮੇਨ ਥੀਸਿਸ ਹੈ ਕਿ ਕਨਾਲ ਕਲੋਨੀਆਂ ਤੇ ਬਣ ਗਈਆਂ ਨੇ ਲੇਕਿਨ ਇੰਡਸਟਰੀ ਨਹੀਂ ਆਉਣ ਦਿੱਤੀ ਗੋਰੇ ਨੇ ਇੱਥੇ ਅਗਰ ਉਹ ਇੰਡਸਟਰੀਅਲਾਈਜ਼ ਹੋ ਜਾਂਦੇ ਆ ਇਲਾਕੇ ਦੇ ਫੌਜ ਵਿੱਚ ਭਰਤੀਆਂ ਕਿੱਥੇ ਲੱਭਣੀਆਂ ਲਾਹੌਰ ਤੇ ਮੁਲਤਾਨ ਤੇ ਨਹੀਂ ਸੰਦੇ ਰਹੇ ਪਹਿਲੀ ਜੰਗ ਵਿੱਚ ਭਰਤੀ ਸੋ ਇੱਕ ਤੇ ਉਹ ਜਿਹੜਾ ਗਿਵੀਅਸ ਹੈ ਜਿਹੜੇ ਫੋਕ ਮੈਂ ਕੁਝ ਲਾਈਨਾਂ ਉਹਦੀਆਂ ਕੋਟ ਕਰਾਂਗਾ ਔਰ ਕੁਝ ਡੇਵਿਡ ਮੇਸੀ ਨੇ ਫਰਾਂਸ ਦੇ ਵਿੱਚੋਂ ਜਿਹੜੇ ਫੌਜੀਆਂ ਖਤ ਲਿਖੇ ਨੇ ਆਪਣੇ ਪੰਜਾਬੀ ਦੇ ਵਿੱਚ ਉਰਦੂ ਦੇ ਵਿੱਚ ਗੁਰਮੁਖੀ ਸਕ੍ਰਿਪਟ ਦੇ ਵਿੱਚ ਉਹ ਖਤ ਮੇਸੀ ਨੇ ਆਪਣੀ ਕਿਤਾਬ ਵਿੱਚ ਉਹ ਛਾਪੇ ਨੇ ਅੰਗਰੇਜ਼ੀ ਟ੍ਰਾਂਸਲੇਸ਼ਨ ਉਹ ਖਤ ਪੜ੍ਹਨ ਵਾਲੇ ਨੇ ਉਸ ਲਈ ਲੋਕ ਰੋ ਰਹੇ ਨੇ ਉਹ ਬੜਾ ਡਿਫਰੈਂਟ ਇੱਕ ਐਕਸਪੀਰੀਅੰਸ ਹੈ ਉਹ ਕਹਿੰਦੇ ਨੇ ਇੱਥੇ ਇੰਝ ਹੋ ਰਿਹਾ ਬੰਦੇ ਇੰਝ ਮਰ ਰਹੇ ਨੇ ਇੱਕ ਲੈਟਰ ਸੀ ਮੈਂ ਤੇ ਕੁਝ ਲਾਈਨਾਂ ਉਹਦੀਆਂ ਲਿਖੀਆਂ ਹੋ ਸਕੇ ਇੱਥੇ ਇਹ ਹਾਲਤ ਹੋਈ ਪਈ ਹੈ ਜਿਵੇਂ ਬਦਰੇ 'ਚ ਮੱਝੀ ਦੀ ਹੁੰਦੀ ਵੀ ਜੇ ਉਹ ਇੱਕ ਵਾਰ ਵਿੱਚ ਵੜ ਵਜਣ ਤੋਂ ਨਿਕਲ ਨਹੀਂ ਸਕਦੀਆਂ ਤਲਾਬ 'ਚ ਨਿਕਲਣੀ ਨਹੀਂ ਚਾਹੁੰਦੀਆਂ ਅਸੀਂ ਇੰਝ ਫਸੇ ਪਏ ਹੁਣ ਇੱਥੇ ਉਹ ਕੱਟਿਆਂ ਦੀ ਗੱਲ ਕਰ ਰਿਹਾ ਔਰ ਉਹ ਇੱਕ ਬੰਦਾ ਕਹਿ ਰਿਹਾ ਮੈਨੂੰ ਘਰ ਖਤ ਲਿਖ ਰਿਹਾ ਕਹਿੰਦਾ ਮੈਨੂੰ ਬਾਂਸਰੀ ਗੱਲ ਦਿਓ ਯਾਰ ਇੱਥੇ ਮੇਰੇ ਕੋਲ ਤੇ ਬਾਂਸਰੀ ਕੋਈ ਨਹੀਂ ਔਰ ਕੁਝ ਜਿਹੜੇ ਲੈਟਰ ਜਾ ਰਹੇ ਨੇ ਇੱਕ ਕੁੜੀ ਲੈਟਰ ਲਿਖ ਲਈ ਆਪਣੇ ਅੱਬੇ ਨੂੰ ਉਹ ਕਹਿੰਦੀ ਹੁਣ ਤੂੰ ਕਦੋਂ ਆਏਗਾ ਹੁਣ ਅਸੀਂ ਤੇ ਇੰਤਜ਼ਾਰ ਕਰ ਰਹੇ ਹਾਂ ਤੇ ਅਸੀਂ ਕਦੋਂ ਜ਼ਰੂਰ ਉਹ 4 ਦਫਾ ਉਹਨੇ ਕਿ ਮੈਂ ਹੁਣ ਗੁਰਮੁਖੀ ਦੇ ਅਲਫਾਬੈਟ ਲਿਖਣੇ ਸ਼ੁਰੂ ਕਰ ਦਿੱਤੇ ਨੇ ਮੈਨੂੰ ਸਮਝ ਆ ਜਾਂਦੀ ਹੈ ਮੇਰੇ ਖਤ ਦਾ ਜਵਾਬ ਜ਼ਰੂਰ ਦੇਣ ਹੁਣ ਤੂੰ ਕਦੋਂ ਵਾਪਸ ਆਏਗਾ ਉਹ ਹਰ 2 ਲਾਈਨਾਂ ਤੋਂ ਬਾਅਦ ਕਹਿੰਦੀ ਹੁਣ ਤੂੰ ਕਦੋਂ ਵਾਪਸ ਆਏਗਾ ਔਰ ਉਹਨਾਂ ਨੂੰ ਗਾਂਧੀ ਸਾਹਿਬ ਕਹਿ ਰਹੇ ਨੇ ਕਿ ਸਿਸਟਰ ਜਿਹੜਾ ਨਾ ਤੁਸੀਂ ਇਹ ਵੱਡੇ ਕਾਜ਼ ਵਾਸਤੇ ਜਾ ਰਹੇ ਨੇ ਸੋ ਉਹ ਇੱਕ ਬੜਾ ਗ੍ਰੀਵੀਅਸ ਉਹ ਖਤ ਪੜਨ ਵਾਲੇ ਨੇ ਮੈਂ ਇੱਥੇ ਸਾਰੇ ਨਹੀਂ ਲਿਖਦਾ ਫਿਰ ਜਿਹੜੀ ਰੈਜ਼ਿਸਟੈਂਸ ਹੈ ਕੁਝ ਗਦਰ ਮੂਵਮੈਂਟ ਜਿਹੜੀ ਹੈ ਉਹਦੀ ਕੁਝ ਰੈਜ਼ਿਸਟੈਂਸ ਹੈ ਸੀ ਕੁਝ ਇਲਾਕਿਆਂ ਦੇ ਵਿੱਚ ਸਾਡੇ ਸੂੰਝ ਮਰਦਵਾਲ ਵਿੱਚ ਰੈਜ਼ਿਸਟੈਂਸ ਹੋਈ ਹੈ ਮਿਡਰਾਂਜੇ ਦੇ ਵਿੱਚ ਉਹਨਾਂ ਨੇ ਇਕਤਦਾਰ ਰਿਕਰੂਟਮੈਂਟ ਕਰਨ ਆਇਆ ਉਹਨੂੰ ਵੱਢ ਦਿੱਤਾ ਉਹਨਾਂ ਨੇ ਟੋਟੇ ਕਰਕੇ ਸੁੱਟ ਦਿੱਤਾ ਉਹਨੂੰ ਹੈ ਬਲਕ ਲੱਖ ਜਿਹੜਾ ਇੱਕ ਇਲਾਕਾ ਉਹਦੇ ਵਿੱਚੋਂ ਔਰ ਲੇਕਿਨ ਉਹ ਇੱਕ ਸਿਗਨੀਫਿਕੈਂਟ ਨਹੀਂ ਸੀ ਜਿਤਨਾ ਕੁਝ ਔਰ ਮੈਂ ਕਿਉਂਕਿ ਉਸ ਇਲਾਕੇ ਦਾ ਵੀ ਹੈ ਬਹੁਤ ਸਾਰੀ ਵਲੰਟਰੀ ਬਰਥੀ ਸੀ ਭੁੱਖ ਦੀ ਬਰਥੀ ਸੀ ਜਿਹਨਾਂ ਨੂੰ ਘਰ ਸ਼ੈ ਲੱਭਦੀ ਨਹੀਂ ਸੀ ਇਹਨਾਂ ਕਿ ਹੁਣ ਫੌਜ 'ਚ ਹੀ ਨੌਕਰੀ ਕਰਕੇ ਲੱਭਣੀ ਹੈ
ਔਰ ਸਾਨੂੰ ਜਿਹੜੀ ਕੱਠੇ ਵਾਲੀ ਪਹਾੜੀ ਹੈ ਜਿਹੜੇ ਅਸੀਂ ਸੂਸ ਕੇਸਰ ਵਾਲੇ ਆ ਕੱਠੇ ਦੀ ਪਹਾੜੀ ਵੀ ਸਾਨੂੰ ਤੇ ਲੱਭੀ ਉਸ ਤੋਂ ਅਸੀਂ ਡਿਸਕਨੈਕਟਡ ਸਰਗੋਦੇ ਨਾਲ ਤੇ ਕੁਸ਼ਾਬ ਨਾਲ ਤੇ ਇਧਰੋਂ ਬੰਡੀ ਨਾਲ ਉਹ ਤੇ ਕੱਠੇ ਵਾਲੀ ਪਹਾੜੀ ਵੀ ਸਾਨੂੰ ਦੇ ਕੇ ਗਿਆ ਗੋਰਾ ਵਰਲਡ ਵਾਰ 1 ਦੀ ਰਿਕਰੂਟਮੈਂਟ ਤੋਂ ਬਾਅਦ। ਔਰ ਅਗਰ ਉਹ ਸਲੈਬ ਤੁਸੀਂ ਵੇਖੋ ਜਿਹੜਾ ਸਲੈਬ ਲਿਖਿਆ ਹੈ ਤੇ ਉਸੇ ਚੋਂ ਕਹਿ ਰਿਹਾ ਕਿ ਜਿਹੜੇ 3000 ਬੰਦੇ ਇੱਥੋਂ ਆਏ ਸਨ ਦੀ ਵਜ੍ਹਾ ਤੋਂ ਅਸੀਂ ਰਾਹ ਬਣਾ ਕੇ ਇਹਨਾਂ ਨੂੰ ਦੇ ਰਹੇ। ਸੋ ਉਹ ਜਿਹੜਾ ਇੱਕ ਰਿਲੇਸ਼ਨਸ਼ਿਪ ਹੈ ਸੀ। ਐਨੀਵੇ ਉਸ ਤੋਂ ਬਾਅਦ ਜਿਹੜਾ ਰੇਸਿਜ਼ਮ ਹੈ ਸੀ ਉਹਦੇ ਉੱਤੇ ਵੀ ਬਹੁਤ ਕੁਝ ਲਿਖਿਆ ਗਿਆ ਕਿ ਜਦੋਂ ਕੂਤ ਅਲ ਅਮਾਰਾ ਦੇ ਵਿੱਚ ਬ੍ਰਿਟਿਸ਼ ਫੌਜੀ ਜਦੋਂ ਮਾਰੇ ਗਏ ਬ੍ਰਿਟਿਸ਼ ਫੌਜੀ ਉਹ ਸੀਜ ਹੋਇਆ ਮੇਰੇ ਖਿਆਲ 4 ਕੇ 5 ਮਹੀਨੇ ਦਾ ਉਹਦੇ ਵਿੱਚ ਭੁੱਖ 'ਚ ਮਰ ਗਏ ਨੇ ਬਹੁਤ ਸਾਰੇ ਇੰਡੀਅਨ ਮੈਜੋਰਿਟੀ ਉਸ ਇੰਡੀਅਨ ਸਨ। ਲੇਕਿਨ ਜਦੋਂ ਉੱਥੇ ਹਥਿਆਰ ਸੁੱਟ ਦਿੱਤੇ ਨੇ ਗੋਰੇ ਨੇ ਤੇ ਇਲਜ਼ਾਮ ਸਾਰਾ ਜਿਹੜਾ ਉਹ ਇੰਡੀਅਨਸ ਤੇ ਪਾਤਾ ਉਹਨੇ। ਸ਼ਸ਼ੀਰ ਸ਼ੁਬਦਕਾਰੀ ਦੀ ਕਿਤਾਬ ਆਨ ਟੂ ਬਗਦਾਦ ਕਲਕੱਤਾ 1958 ਛਪੀ ਹੈ ਮੈਮੋਇਰ ਨੇ ਉਹਦੇ ਵਰਲਡ ਵਾਰ 1 ਦੇ ਐਂਬੂਲੈਂਸ ਡਰਾਈਵਰ ਸੀ ਹੈ ਉਹ ਲਿਖਦਾ ਉਹਦੀ ਲਾਈਨ ਹੈ ਜਿਹੜੀ ਕਿ ਅਮਿਤਾਭ ਘੋਸ਼ ਨੇ ਟ੍ਰਾਂਸਲੇਟ ਕੀਤੀ ਹੈ। ਉਹ ਕਹਿੰਦਾ ਹੈ ਕਿ ਵਾਈਟ British soldiers are behaving very badly with the black or Indian sepoys. They are even beating them. It is unimaginably vile. The interesting thing is that even when complaints are taken to the British officers, they do nothing. The whites are sitting in the comfort in the lower deck. Every one of them has space to sleep. We are on the lower deck. We are on the upper deck. There is no roof over our heads, and we are scarcely have enough space to sit. ਉਹ ਕਹਿੰਦਾ ਸਾਨੂੰ ਠੁੱਡੇ ਮਾਰਦੇ ਸਨ ਕਿ ਤੁਹਾਡੀ ਵਜ੍ਹਾ ਤੋਂ ਅਸੀਂ ਹਾਰ ਗਏ ਹਾਂ ਜਦੋਂ ਟਰਕਿਸ਼ ਫੌਜੀਆਂ ਨੇ ਕੂਤ ਅਲ ਅਮਾਰਾ ਦਾ ਸੀਜ ਤੋਂ ਬਾਅਦ ਜਦੋਂ ਉਹਨਾਂ ਨੇ ਹਥਿਆਰ ਹਟਵਾਏ ਨੇ ਗੋਰਿਆਂ ਦੇ ਕੋਲੋਂ ਔਰ ਉੱਥੋਂ ਜਦੋਂ ਇੰਡੀਅਨ ਫੌਜੀਆਂ ਨੂੰ ਟਰਾ ਕੇ ਲੈ ਕੇ ਗਏ ਨੇ ਤੇ ਉਹਨੂੰ ਉਹ ਡੈਥ ਮਾਰਚ ਆਫ ਮੈਸੋਪੋਟੇਮੀਆ ਕਹਿੰਦੇ ਨੇ ਕਹਿੰਦੇ ਸਨ ਸੀਰੀਆ ਤੱਕ ਵਾਕ ਕਰੋ ਜਿਹੜੇ ਟਰਕਿਸ਼ ਫੌਜੀ ਉਹਨਾਂ ਨੂੰ ਲੈ ਕੇ ਗਏ ਨੇ ਔਰ ਜੁੱਤੀਆਂ ਵੀ ਲੈ ਲਈਆਂ ਟਰਕਿਸ਼ ਨੇ ਇਹਨਾਂ ਦੀਆਂ ਜਿਹੜੇ ਨਵੇਂ ਬੂਟ ਨਜ਼ਰ ਆਉਂਦੇ ਸਨ ਉਹ ਵੀ ਲਾ ਲੈਂਦੇ ਸਨ ਔਰ ਉਹ ਜਿਹੜੇ ਬਹੁਤ ਮਰਿਆ ਪੰਜਾਬੀ ਉੱਥੇ ਮਰਿਆ ਔਰ ਇਹੀ ਵਜ੍ਹਾ ਕਿ ਸਾਡੀ ਉਹ ਬਸਰਾ ਉੱਥੇ ਆਂਦਾ। ਹੁਣ ਜਰਾ ਵੇਖੋ ਛੱਲਾ ਹੁਣ ਮੈਂ ਕੁਝ ਫੋਕਲੋਰ ਪੜ੍ਹ ਕੇ ਜਿਹੜੀ ਫੋਕਲੋਰ ਉਸ ਸਾਰੀ ਰਿਕਰੂਟਮੈਂਟ ਦੇ ਖਿਲਾਫ ਹੈ ਜਾਂ ਦੁੱਖ ਹੈ ਜਾਂ ਗ੍ਰੀਵੀਅਸ ਟੋਨਸ ਹੈ ਨੇ ਉਹ ਮੈਂ ਕੁਝ ਤੁਹਾਨੂੰ ਇਥੋਂ ਸਿਮਟਮਸ ਦੇ ਕੁਝ ਟੱਪੇ ਮਾਈਏ ਪੜ੍ਹ ਕੇ ਆਖਰ ਵਿੱਚ ਮਲ ਸਿੰਘ ਹੈ ਮੁੰਡਾ ਜਿਹੜਾ ਕਿ ਜਦੋਂ ਪ੍ਰਿਜ਼ਨਰ ਆਫ ਵਾਰ ਵੀ ਹੋ ਗਏ ਸਨ 1916 ਦੇ ਵਿੱਚ ਜਦੋਂ ਜਰਮਨੀ ਜੋ ਪ੍ਰਿਜ਼ਨਰ ਆਫ ਵਾਰ ਹੋਏ ਨੇ ਤੇ ਉੱਥੇ ਆਡੀਓ ਰਿਕਾਰਡਿੰਗ ਕੀਤੀ ਹੈ ਜਰਮਨਸ ਨੇ ਉਹਨਾਂ ਦੀ ਉਹ ਰੇਸ਼ਲ ਪ੍ਰੋਫਾਈਲਿੰਗ ਔਰ ਲਿੰਗੁਇਸਟਿਕ ਰਿਸਰਚ ਵਾਸਤੇ ਉਹਨਾਂ ਨੇ ਕਹਿੰਦੇ ਸਨ ਬੋਲੋ ਜੋ ਬੋਲਣਾ ਤੁਸੀਂ ਉੱਥੇ ਉਹਨੇ ਇੱਕ ਛੋਟੀ ਜਿਹੀ ਔਰ ਜਿਹੜਾ ਜਰਮਨ ਪ੍ਰਿਜ਼ਨਰ ਆਫ ਵਾਰ ਕੈਂਪ ਹੈ ਉੱਥੇ ਉਹਦੀ ਰਿਕਾਰਡਿੰਗ ਮਿਲ ਗਈ ਸਾਨੂੰ ਔਰ ਉਹ ਟੈਕਸਟ ਵੀ ਹੈ ਉਹ ਮੈਂ ਟੈਕਸਟ ਪੜਾਂਗਾ ਉਹ ਸਿਰਫ ਥੋੜੇ ਜਿਹੇ 2-1 ਮਿੰਟ ਦਾ ਔਰ ਮੈਂ ਚਲਾਵਾਂਗਾ ਆਪਣੇ ਮੋਬਾਈਲ ਤੇ ਉਹਦੇ ਉੱਤੇ ਅਸੀਂ ਖਤਮ ਕਰਾਂਗੇ ਔਰ ਫਿਰ ਸਵਾਲ ਜਵਾਬ ਲਵਾਂਗੇ। ਹੁਣ ਮੈਂ ਕੁਝ ਤੁਹਾਨੂੰ ਮਾਈਏ ਟੱਪੇ ਉਸ ਟਾਈਮ ਦੇ ਸੁਣਾਈ ਜਿਵੇਂ ਵੇਖਿਆ ਗਿਆ। ਹੁਣ ਬੂਟਾ ਪੱਕਿਆ ਅੰਬੀਆਂ ਦਾ ਟੁਰ ਗਿਆ ਲਾਮ ਤੇ ਚੰਨਾ ਡਾਢਾ ਰਾਜ ਫਰੰਗੀਆਂ ਦਾ ਚਿੱਠੀਆਂ ਬੇਰੰਗ ਭੇਜਦਾ ਕਿਹੜੀ ਛੋਣੀ ਲਵਾ ਲਿਆ ਨਾਵਾਂ ਵੇਖਾਂ 4 ਚੁਫੇਰੇ ਜਾਨੀ ਨਜ਼ਰ ਨਾ ਆਵੇ ਸਾਡਾ ਸਬਰ ਫਰੰਗੀਏ ਨੂੰ ਮਾਰੇ ਖੰਭ ਖੁਸ ਗਏ ਕਾਵਾਂ ਦੇ ਬਸ ਕਰ ਜਰਮਨਾ ਬੱਚੇ ਕੁਸ ਗਏ ਮਾਵਾਂ ਦੇ ਨੀ ਰੱਖੀਆਂ ਦੀ ਸੁੱਕ ਗਈ ਏ ਗੱਡੀ ਤੇਰੀ ਚੰਨ ਢੋਲਾ ਜਾ ਬਸਰੇ ਰੁਕ ਗਈ ਸੁੱਤਾ ਉੱਠਿਆ ਮਕਈ ਕੋਲੋਂ ਰੱਬ ਕਰੇ ਲਾਮ ਤੁਰੁੱਟੇ ਮੁੜ ਆਵੇ ਬੰਬਈ ਕੋਲੋਂ ਬਾਗੇ ਵਿੱਚ ਕਈ ਹੋਸੀ ਤਰੁੱਟੀਆਂ ਲਾਮਾਂ ਰੰਡੀ ਸੁਹਾਗਣ ਸਹੀ ਹੋਸੀ ਮੈਂ ਸੁਹਾਗਣ ਉਦੋਂ ਹੋਵਾਂਗੀ ਜਦੋਂ ਲਾਮ ਟੁੱਟੇਗੀ ਜਦੋਂ ਵਾਪਸ ਆਵਾਂਗੀ ਸੜਕਾਂ ਵਿੱਚ ਟੋਏ ਨਹੀਂ ਬਚੜੇ ਗਰੀਬਾਂ ਦੇ ਬਸਰੇ ਵਿੱਚ ਮੋਏ ਨਹੀਂ ਮੈਂਡੇ ਤਨ ਤੇ ਪਾਟੀ ਲੀਰ ਖੈਰੀ ਆਵਣ ਮੈਂਡੇ ਵੀਰ ਤੇ ਛੱਲਾ ਰੂਣਾ ਗੋੜਾ ਡਾਡਾ ਪਿਆ ਰੋੜਾ ਛੱਲਾ ਸਾਵੀ ਜੰਗੀਏ ਹਾਕਮ ਅੱਜ ਫਰੰਗੀਏ ਡਾਡੀ ਹੱਥ ਨੀ ਤੰਗੀਏ ਕਿਹੜੇ ਪਾਸੇ ਜਾਵਾਂ ਪੌੜੀ ਪਈ ਖਾਵਾਂ। ਸੋ ਇਹ ਜੀ ਕੁਝ ਫੋਕਲੋਰ ਸੀ। ਇਹ ਹੁਣ ਮੈਂ ਰਿਕਾਰਡਿੰਗ ਇੱਕ ਚਲਾ ਕੇ ਉਸ ਬਾਅਦ ਅਸੀਂ ਸਵਾਲ ਜਵਾਬ ਲੈਣੇ ਆ। ਇੱਕ ਹੋਰ ਮੈਨੂੰ ਯਾਦ ਆ ਗਿਆ ਛੱਲਾ ਜ਼ੇਰਾਂ ਜ਼ਬਰਾਂ ਮੋਇਆ ਮਿਲੀਆਂ ਕਬਰਾਂ ਨਾ ਗਲੀ ਪੁਰਿਆ ਡੋਲਾ ਲੰਮੇ ਟੁਰਿਆ। ਅੱਛਾ ਮਲ ਸਿੰਘ ਦੀ ਰਿਕਾਰਡਿੰਗ ਹੈ ਜੀ ਉਹਦਾ ਪ੍ਰਿਜ਼ਨਰ ਨੰਬਰ ਹੈ PK 619 ਰਿਕਾਰਡਡ 11 ਦਸੰਬਰ 1916 ਦਾ ਪ੍ਰਿਜ਼ਨਰ ਆਫ ਵਾਰ ਕੈਂਪ ਵੰਸਡੋਰਫ ਜਿਹੜਾ ਕਿ ਡਬਲਨ ਤੋਂ ਬਾਹਰ ਹੈ। ਮੈਂ ਪਹਿਲੇ ਤੁਹਾਨੂੰ ਪੜ੍ਹ ਦੇਣਾ ਕਿ ਉਹਨੇ ਆਖਿਆ ਕਿ ਉਸ ਤੋਂ ਬਾਅਦ ਅਸੀਂ ਮੈਂ ਉਹਦੀ ਆਡੀਓ ਚਲਾਵਾਂਗੇ ਇੱਥੇ। ਉਹ ਕਹਿੰਦਾ ਬਈ ਇੱਕ ਆਦਮੀ ਸੀ ਹੁਣ ਉਹ ਆਪਣੇ ਆਪ ਨੂੰ ਇੱਕ ਆਦਮੀ ਕਹਿ ਰਿਹਾ ਜਿਵੇਂ ਸਾਡੇ ਕਿੱਸੇ ਹੁੰਦੇ ਨੇ ਉਹ ਮਤਲਬ ਇੱਕ ਮਿਥਿਕਲ ਕਰੈਕਟਰ ਬਣ ਗਿਆ। ਤੁਸੀਂ ਵੇਖੋ ਇੱਕ ਅਨਪੜ੍ਹ ਪੀਜ਼ੈਂਟ ਵਿਚਾਰਾ ਜੱਟ ਉਹ ਕਹਿੰਦਾ ਬਈ ਇੱਕ ਆਦਮੀ ਸੀ ਹੁਣ ਆਪਣੇ ਆਪ ਨੂੰ ਕਹਿ ਰਿਹਾ ਮੈਂ ਇੱਕ ਆਦਮੀ ਸੀ ਢੇਰ ਮੱਖਣ ਖਾਂਦਾ ਸੀ ਹਿੰਦੁਸਤਾਨ में 2 सेर ਦੁੱਧ ਪੀਂਦਾ ਸੀ ਇੱਕ ਆਦਮੀ ਇਸੇ ਆਦਮੀ ਨੇ
अंग्रेजा की नौकरी की, वह आदमी यूरोप की लड़ाई में आ गया, उस आदमी को जर्मनी ने कैद कर लिया, वो इंडिया जाना चाहता है, वो हिंदुस्तान जाऊगा, उसको ओह खाना मिलेगा, ओह आदमी अभी 3 बरस हो गए हैं, खबर नहीं कब सुलह होएगी। जे हिंदुस्तान में वो आदमी जाएगा, उसको खाना ओह मिलूगा। जे 2 साल वो आदमी इत्थे होर रह गया तो वो आदमी मर जाऊगा। महाराज कृपा करे तो ये छेती सुलह कर लें। हुण मैं ओदी आडियो चला रहा जी कि जर्मना ने रिकॉर्ड की है, तो वह सुन के असीं सवाल जवाब लैने जी। ये याद रखो कि थोड़ी ये ज़ाहिर शोर है। ये 11 दिसंबर 1916 की रिकॉर्डिंग। मक्खन खाता सी हिंदुस्तान में, 2 से दूध पीता सी, उस किसी आदमी ने उस ने अंग्रेजा की नौकरी की, वो आदमी दूध की लड़ाई को आ गया, उस आदमी को जर्मनी ने पैदा कर लिया, कर दिया। वो उसनु इंडिया जाना चाहता है, वो गया है, वो हिंदुस्तान जाऊगा, उसको वो खाना मिलेगा। वो आदमी 3 वर्ष हो गए हैं, खबर नहीं कब होएगा। ये हिंदुस्तान में वो आदमी जाएगा, उसको खाना वो मिलूगा। जे 2 साल वो आदमी इत्थे हो रह गया तो वो आदमी मर जाऊगा। महाराज कृपा करे तो एक खेती सुलह कर ले, अभी चले जाइए। जी चले साहब। मुर्शद चट्टा साहब। जी सर ਅਸੀਂ ਤੁਹਾਡੀ ਰਿਕਾਰਡਿੰਗ ਸੁਣ ਰਹੇ ਸੀ ਬੜੇ ਗੌਰ ਦੇ ਨਾਲ, ਬੜੀ ਖੂਬਸੂਰਤ ਸਰ, ਬੜੀ ਜ਼ਬਰਦਸਤ ਅੱਜ ਦੀ ਗੱਲਬਾਤ। ਬੜੀ ਮਿਹਰਬਾਨੀ। ਮੈਂ ਇੱਕ ਤੇ ਤੁਸੀਂ ਮੇਰਾ ਖਿਆਲ ਹੈ ਕਿ ਕਮੈਂਟ ਬਾਕਸ ਨੂੰ ਅਗਰ ਔਨ ਕਰੋ ਕਿ ਅੱਜ ਸਵਾਲ ਜਿਹੜੇ ਨੇ ਕਾਫੀ ਜ਼ਿਆਦਾ ਨੇ, ਔਰ ਮੈਂ ਚਾਹਨਾ ਕਿ ਕੁਐਸਚਨ ਜਿਹੜੇ ਨੇ ਨਾ ਜ਼ਿਆਦਾ ਤੋਂ ਜ਼ਿਆਦਾ ਅੱਜ ਲੈ ਜਾਣ। ਔਰ ਇਹ ਤੁਸੀਂ ਵੇਖ ਲੈਣਾ ਕਿ ਜਿਹੜੇ ਕਮੈਂਟਸ ਨੇ ਉਹਨਾਂ ਨੂੰ ਛੱਡ ਕੇ ਜਿਹੜੇ ਕੁਐਸਚਨ ਅਗਰ ਹੋਣ, ਕਿਉਂਕਿ ਮੇਰੇ ਵੱਲੋਂ ਇਧਰੋਂ ਆਨ ਹੈ, ਤੁਸੀਂ ਇਹਨੂੰ ਵੇਖ ਸਕਦੇ ਹੋ। ਪਹਿਲਾ ਕੁਐਸਚਨ ਮੇਰਾ ਖਿਆਲ ਪ੍ਰੋਫੈਸਰ ਮੀਨਾ ਡਾਂਡਾ ਹੋਣਾ ਵੱਲੋਂ ਉਹਨਾਂ ਨੇ ਕਿਹਾ ਕਿ is it not the case that the Majbi Sikhs were placed in a separate Sikh light infantry, so Sikh were divided on caste line in military? अच्छा ਉਹਦੇ ਉੱਤੇ ਮੇਰਾ ਸੌਰੀ ਪਤਾ ਨਹੀਂ ਐਕੋ ਆ ਰਹੀ ਹੈ। ਮੈਂ ਹੁਣ ਉਸ ਲੈਵਲ ਤੇ ਨਹੀਂ ਗਿਆ ਸਿੱਖਾਂ ਦੇ ਵਿੱਚ ਕਿ ਆਰਮੀ ਦੇ ਵਿੱਚ ਕਾਸਟ ਦਾ ਕੀ ਕਨਸੈਪਟ ਸੀ, ਸਪੈਸ਼ਲੀ ਵਿਦਨ ਸਿੱਖਸ ਜਾਂ ਵਿਦਨ ਮੁਸਲਿਮ, ਕਿ ਸ਼ੀਆ ਮੁਸਲਿਮ ਵੱਖਰੀ ਜਗ੍ਹਾ ਤੇ ਸਨ ਜਾਂ ਜਿਹੜੇ ਸੁੰਨੀ ਸਨ ਉਹਨਾਂ ਦੀ ਵੱਖਰੀ ਰੈਜੀਮੈਂਟ ਬਣਾਈ ਜਾਂਦੀ ਸੀ। ਜਿਹੜੀਆਂ ਮੈਂ ਰੈਜੀਮੈਂਟਾਈਜੇਸ਼ਨਸ ਵੇਖੀਆਂ ਨੇ ਉਹਦੇ ਵਿੱਚ ਇਹ ਮੈਂ ਨਹੀਂ ਵੇਖਿਆ ਕਿ ਉਹਦੇ ਵਿੱਚ ਉਹਨਾਂ ਨੇ ਡਿਸਟ੍ਰੀਬਿਊਟ ਕੀਤਾ। ਈਵਨ ਜਦੋਂ ਵਰਲਡ ਵਾਰ 1 ਵਿੱਚ ਗਏ ਨੇ ਤੇ ਉਹਨਾਂ ਨੇ ਬੱਕਰੇ ਜ਼ਬਾ ਕਰਨ ਵਾਸਤੇ ਬੁਚਰਖਾਨੇ ਵੀ ਵੱਖਰੇ ਬਣਾ ਦਿੱਤੇ ਨੇ ਤੇ ਸਬਜ਼ੀਆਂ ਵੱਖਰੀਆਂ ਲਵਾਉਂਦੇ ਸਨ ਉਹ, ਤੇ ਨਮਾਜ਼ ਪੜ੍ਹਨ ਵਾਸਤੇ ਲੋਟੇ ਵੀ ਦਿੰਦੇ ਸਨ। ਉਹ ਤਸਵੀਰਾਂ ਦੀ ਸਾਰੀਆਂ ਛਪੀਆਂ ਵੀ ਹਨ। ਸ਼ੰਤਨੂ ਦਾਸ ਨੇ 1914 ਦੇ ਵਿੱਚ ਜਿਹੜੀਆਂ ਪਿਕਚਰਸ ਨੇ ਉਹ ਛਾਪੀਆਂ ਵੀ ਨੇ। ਸਿਰਫ ਪਿਕਚੋਰੀਅਲ ਐਲਬਮ ਹੈ ਬੇਸਿਕਲੀ ਉਹ, ਤੇ ਉਹਦੇ ਵਿੱਚ ਮੇਰੀ ਅੰਡਰਸਟੈਂਡਿੰਗ ਵਿੱਚ ਨਹੀਂ ਹੈ। ਲੇਕਿਨ ਜਿਹੜੀ ਫੌਜ ਦੇ ਵਿੱਚ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਉਹ ਇਹ ਕਿ ਜਦੋਂ ਫੌਜ ਵਿੱਚ ਲੋਕ ਵਹਿੰਦੇ ਉਸ ਟਾਈਮ ਦੇ ਉੱਤੇ ਤਾਂ ਉਹ ਇਹ ਨਹੀਂ ਪੁੱਛਦੇ ਵੀ ਮੁਸਲਮਾਨ ਕਿਹੜਾ ਤੇ ਸਿੱਖਾਂ ਦੀ ਕਿਹੜੀ ਰੈਜੀਮੈਂਟ ਹੈ ਤੇ ਮੁਸਲਮਾਨਾਂ ਦੀ, ਉਹ ਪੁੱਛਦੇ ਯਾਰ ਮੈਂਡੇ ਇਲਾਕੇ 'ਚੋਂ ਕੋਈ ਬੰਦਾ ਹੈ ਜਾਂ ਨਹੀਂ ਹੈ। ਯਾਨੀ ਮੈਂ ਹੁਣ ਆਇਆ ਫਰੇਬਲ ਸੂਣਸ ਕੇਸਰ 'ਚੋਂ ਤੇ ਯਾਰ ਕੋਈ ਸੂਣਸ ਕੇ ਪਧਰਾੜ ਦਾ ਹੈ ਕੋਈ ਬੰਦਾ, ਜੇ ਕੋਈ ਪਧਰਾੜ ਦਾ ਨਹੀਂ ਤੇ ਵਾਧੂ ਪੁੱਛਦਾ ਅੱਛਾ ਪੈਲ ਦਾ ਹੈ ਕੋਈ, ਵਾਧੂ ਪੁੱਛਦਾ ਕੋਈ ਸੂਣ ਦਾ ਹੈ, ਵਾਧੂ ਪੁੱਛਦਾ ਕੋਈ ਖੁਸ਼ਾਬ ਦਾ ਹੈ, ਫਿਰ ਉਹ ਸਰਗੋਦੇ ਤੱਕ ਆ ਪੈਂਦੇ ਡਿਵੀਜ਼ਨ ਤੱਕ ਆ। ਸੋ ਯੂ ਨੋ ਉੱਥੇ ਜਿਹੜੀ ਜਿਓਗ੍ਰਾਫੀ ਹੈ ਨਾ, ਜਿਹੜੀ ਤੁਹਾਡੀ ਲੋਕੈਲਿਟੀ ਹੈ ਉਹ ਇੰਪੋਰਟੈਂਟ ਹੈ। ਉੱਥੇ ਜਿਹੜੀ ਯਾਰੀ ਦੋਸਤੀ ਬਣਦੀ ਹੈ ਔਰ ਜਿਹੜੇ ਪੈਗਾਮ ਉਹਨਾਂ ਭੇਜਣੇ ਹੁੰਦੇ ਆ ਔਰ ਘਰ ਸ਼ਈਆਂ ਮਿਲਣੀਆਂ ਹੁੰਦੀਆਂ, ਹੁਣ ਵੀ ਅੱਜ ਵੀ ਇੰਝ ਹੀ ਹੈ ਫੌਜ ਵਿੱਚ, ਉਹ ਇਸ ਬੇਸ ਤੇ ਹੁੰਦੇ ਵੀ ਮੇਰੇ ਇਲਾਕੇ ਦਾ ਕਿਹੜਾ ਬੰਦਾ ਯਾਰ ਇਸ ਪਲਟਨ ਦੇ ਵਿੱਚ ਜਾਂ ਇਸ ਸੋ ਉਹਦੇ ਵਿੱਚ ਕੋਈ ਉਸ ਟਾਈਮ ਤੇ ਵੀ ਰਿਲੀਜੀਅਸ ਐਲੀਮੈਂਟ ਐਜ਼ ਸੱਚ ਨਹੀਂ ਸੀ। ਲੇਕਿਨ ਇਹ ਜ਼ਰੂਰ ਹੈ ਕਿ ਜਦੋਂ ਭਰਤੀ ਸਿੱਖਾਂ ਦੀ ਸ਼ੁਰੂ ਹੋਈ ਹੈ ਤੇ ਨਾਲ ਪੰਜਾਬੀ ਮੁਸਲਮਾਨ ਆਏ ਨੇ ਤੇ ਕੁਝ ਰਿਸਰਚਰਸ ਨੇ ਲਿਖਿਆ ਕਿ ਪੰਜਾਬੀ ਮੁਸਲਮਾਨਾਂ ਨੂੰ ਭਰਤੀ ਕਰਨ ਦੇ
ਮਾਰਸ਼ਲ ਰੇਸਿਸ ਦੇ ਨਾਲ ਇੱਕ ਥਿਊਰੀ ਇਹ ਵੀ ਸੀ ਕਿ ਉਹ ਸਿੱਖਾਂ ਨੂੰ ਕਾਊਂਟਰ ਬੈਲੈਂਸ ਵੀ ਕਰਨਾ ਚਾਹੁੰਦੇ ਸਨ ਤਾਂ ਕਿ ਸਾਰੇ ਸਿੱਖ ਹੀ ਨਾ ਹੋ ਜਾਣ ਤੇ ਫਿਰ ਰਿਵੋਲਟ ਨਾ ਹੋ ਜਾਏ ਕਿਤੇ ਸਾਡੇ ਖਿਲਾਫ ਹੀ। ਸੋ ਜਿਹੜੇ ਪੰਜਾਬੀ ਮੁਸਲਮਾਨ ਔਰ ਡੋਗਰੇ ਹਿੰਦੂ ਔਰ ਜਿਹੜੇ ਉਹ ਇਕੱਠੇ ਕਰਨੇ ਸ਼ੁਰੂ ਕੀਤੇ ਨੇ ਬਾਅਦ ਚ ਉਹਨਾਂ ਨੇ ਅੰਡਰ ਮਾਰਸ਼ਲ ਰੇਸ ਥਿਊਰੀ, ਉਹਦਾ ਇੱਕ ਐਲੀਮੈਂਟ ਹੈ ਸੀ ਕਿ ਉਹ ਇੱਕ ਕਮਿਊਨਿਟੀ ਨੂੰ ਦੂਜੇ ਨਾਲ ਕਾਊਂਟਰ ਬੈਲੈਂਸ ਫੌਜ ਵਿੱਚ ਵੀ ਕਰ ਰਹੇ ਸਨ ਤਾਂ ਕਿ ਡਿਪੈਂਡੈਂਸ ਇੱਕ ਤੇ ਹੀ ਨਾ ਆ ਜਾਏ, ਤਾਂ ਕਿ ਉਹ ਅਗਰ ਫਿਰ ਜਾਣ, ਜਿਵੇਂ ਕਿ ਉਡਵਾਇਰ ਨੇ ਆਪਣੀ ਬਾਇਓਗ੍ਰਾਫੀ ਲਿਖਿਆ ਵੀ ਹੈ ਸਪੈਸ਼ਲੀ ਗਦਰ ਮੂਵਮੈਂਟ ਦੇ ਬਾਰੇ ਦੇ ਵਿੱਚ। ਸੋ ਉਹ ਹੈ ਸੀ, ਬਟ ਮੈਂ ਉਸ ਲੈਵਲ ਤੱਕ ਨਹੀਂ ਵੇਖਿਆ, ਮੇਰੀ ਨਜ਼ਰ ਚੋਂ ਨਹੀਂ ਗੁਜ਼ਰਿਆ। ਆਈ ਡੋਂਟ ਨੋ, ਮੇ ਬੀ ਹੋਏਗਾ। ਹਰ ਗੇਮ ਖੇਡਦੇ ਰਹੇ ਨੇ ਗੋਰੇ, ਤੇ ਜਿੱਥੇ ਉਹਨਾਂ ਨੂੰ ਇਹ ਸੂਟ ਕਰਦੀ ਹੋਏਗੀ ਉਹਨਾਂ ਨੇ ਇਹ ਵੀ ਖੇਡੀ ਹੋਏਗੀ। ਟੀਚਰ ਸਾਹਿਬ ਜੀ ਇੱਥੇ ਰਜ਼ਾ ਸ਼ਾਹ ਨੇ ਉਹਨਾਂ ਨੇ ਇੱਕ ਕਮੈਂਟ ਕੀਤਾ, ਮੈਂ ਉਹਨਾਂ ਦਾ ਐਡ ਕਰਾਂਗਾ। ਵੈਸੇ ਆਮ तौर ਤੇ ਸਵਾਲ ਹੀ ਦੇ, उन्होंने कहा कि 1857 की जंग आज़ादी में पंजाबी मुस्लिम्स और सिख सिपाहियों ने अंग्रेज की तरफ से हिस्सा लिया। दिल्ली को अंग्रेज पंजाबी सिपाहियों की मदद से फतह कर सके। दिल्ली तो पहले दिल्ली ਨੂੰ ਫੈਲੀ ਲੈ ਗਏ ਸਨ, ਮੈਨੂੰ ਕੁਝ ਸਮਝ ਨਹੀਂ ਆਈ। ਇਹ ਉਹਨਾਂ ਦਾ ਕਮੈਂਟ ਹੈ। ਮਤਲਬ ਹਿੰਦੁਸਤਾਨ ਤੇ ਹਕੂਮਤ, ਵੇਖੋ ਨਾ ਉੱਥੇ ਥੀਸਿਸ ਅਸੀਂ ਗੱਲ ਕਰ ਚੁੱਕੇ ਹਾਂ ਕਿ ਹਿੰਦੁਸਤਾਨ ਤੇ ਹਕੂਮਤ ਨਹੀਂ ਸੀ ਰਹਿ ਸਕਦੀ ਗੋਰੇ ਦੀ ਅਗਰ ਪੰਜਾਬ ਉਹਦੇ ਨਾਲ ਨਾ ਹੁੰਦਾ, ਅਗਰ ਪੰਜਾਬੀ ਫੌਜੀ ਉਹਦੇ ਨਾਲ ਨਾ ਹੁੰਦੇ ਤੇ ਔਖਾ ਹੋ ਜਾਂਦੀ ਉਹਦੇ ਵਾਸਤੇ ਹਕੂਮਤ ਨਹੀਂ ਲੰਬੀ, ਕਿਉਂਕਿ ਜਿਹੜੀ ਸਾਰੀ ਇੰਟਰਨਲ ਸਿਕਿਉਰਿਟੀ ਸੀ, ਜਿਹੜੀ ਫੌਜ ਸੀ, ਇਹ ਪੰਜਾਬੀਆਂ ਤੇ ਤੁਸੀਂ ਵੇਖ ਲਓ ਕਿ ਕੰਬੈਟੈਂਟਸ ਜਿਹੜੇ ਨੇ ਉਹ 60% 65% ਪੰਜਾਬੀ ਰਹੇ ਨੇ। ਔਰ ਦੂਜਾ ਕੋਈ ਨੈਸ਼ਨਲ ਮੂਵਮੈਂਟ ਉਸ ਤਰ੍ਹਾਂ ਸਾਡੇ ਕੋਲ ਨਹੀਂ ਆਈ, ਨਾ ਕਾਂਗਰਸ ਆਈ, ਨਾ ਗਾਂਧੀ ਨੂੰ ਕੋਈ ਮੰਨਦਾ ਪੰਜਾਬ ਦੇ ਵਿੱਚ। ਅਸੀਂ ਤੇ ਨਹੀਂ, ਮਤਲਬ ਤੁਸੀਂ ਵੇਖ ਲਓ ਕਿੰਨਾ ਵੱਡਾ ਪੰਜਾਬ ਹੈ, ਔਰ ਇਹ ਇੱਥੇ ਆਉਂਦੇ ਸਨ ਤੇ ਬੰਦੇ ਬੜੇ ਔਖੇ ਇਕੱਠੇ ਕਰਨੇ ਪੈਂਦੇ ਸਨ, ਨਹਿਰੂ ਤੇ ਗਾਂਧੀ ਨੂੰ, ਜਿਵੇਂ ਜਿਨਾਹ ਨੂੰ। ਸੋ ਉਹ ਮਤਲਬ ਉਹ ਇੱਕ ਤਾਂ ਹੀ ਤੇ ਇੱਕ ਡਿਫਰੈਂਟ ਡਾਇਨਾਮਿਕਸ ਦੀ ਗੱਲ ਕਰ ਰਿਹਾ ਮੈਂ, ਕਿ ਪੰਜਾਬ ਦੀ ਇੱਕ ਆਪਣੀ ਡਾਇਨਾਮਿਕਸ ਸੀ, ਜਿਹੜੀ ਕਲੋਨੀਅਲ ਡਾਇਨਾਮਿਕਸ ਵੀ ਹੈ ਸੀ। ਸੋ ਮਤਲਬ ਸਪੋਰਟ ਤੇ ਕੀਤਾ ਪੰਜਾਬੀਆਂ ਨੇ, ਅਸੀਂ ਤੇ ਕੋਈ ਸ਼ੱਕ ਨਹੀਂ ਕਿ ਪੰਜਾਬੀ, ਔਰ ਉਹ ਜਿਹੜਾ ਰਿਲੇਸ਼ਨਸ਼ਿਪ ਬਣਿਆ, ਜਿਹੜਾ ਮਿਊਚੁਅਲ ਡਿਪੈਂਡੈਂਸ ਦੀ ਜਿਹੜੀ ਗੱਲ ਕਰਦੇ ਨੇ ਸਕਾਲਰਸ, ਉਹ ਇਹੀ ਹੈ ਕਿ ਉਹਨੇ ਅਸਾਂ ਉਹਨੂੰ ਮਤਲਬ ਚੁੱਕੀ ਰੱਖਿਆ। ਐਵੇਂ ਤੇ ਨਹੀਂ ਨਾ ਸੋਰਡ ਆਰਮ ਆਫ ਦਾ ਰਾਜ ਕਿਹਾ ਜਾਂਦਾ ਪੰਜਾਬ ਨੂੰ। ਸੋ ਉਹ ਇੱਕ ਇਸ ਹੱਦ ਤੱਕ ਤੇ ਠੀਕ ਹੈ ਕਿ ਉਹਨਾਂ ਦੀ ਹੁਕੂਮਤ ਚੱਲੀ, ਲੰਬਾ ਅਰਸਾ ਇਸ ਤੋਂ ਚੱਲੀ ਹੈ ਕਿ ਪੰਜਾਬੀ ਉਹਦੇ ਨਾਲ ਸਨ ਔਰ ਫੌਜ ਦੇ ਵਿੱਚ ਨਾਲ ਸਨ, ਫਿਰ ਪੋਲੀਟੀਕਲ ਐਲੀਟ ਵੀ ਨਾਲ ਸੀ। ਸੋ ਇਸ ਹੱਦ ਤੱਕ ਦੈਟਸ ਕਰੈਕਟ ਫਰਮ ਦੈਟ ਐਂਗਲ। ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੱਥੇ ਜਿਹੜੇ ਮਾੜੇ ਲੋਕ ਸਨ ਉਹ ਬਹੁਤਾ ਇਸ ਮਿਲਟਰੀ ਦਾ ਹਿੱਸਾ ਬਣੇ। ਸੋ ਜਿਹੜੀ ਮਾਰਸ਼ਲ ਰੇਸ ਦੀ ਥਿਊਰੀ ਹੈ ਉਹਦੇ ਹਵਾਲੇ ਨਾਲ ਇਹ ਗੱਲ ਠੀਕ ਬਹਿੰਦੀ ਹੈ ਕਿ ਜਿਹੜੇ ਇੱਥੇ ਦੇ ਮਾੜੇ ਲੋਕ ਸਨ ਉਹਨਾਂ ਨੇ ਲਿਆ, ਜਿਹੜੇ ਭੁੱਖ ਤੋਂ ਮਾਰਦੇ ਪਏ ਸਨ ਉਹ ਫਿਰ ਫੌਜ ਵਿੱਚ ਚਲੇ ਗਏ। ਨਹੀਂ, ਮਾਰਸ਼ਲ ਰੇਸ ਥਿਊਰੀ ਤੇ ਕਾਸਟ ਬੇਸ ਤੇ ਉਹਨਾਂ ਨੇ ਚੁੱਕੀ ਹੈ ਨਾ। ਉਹਨਾਂ ਨੇ ਹੁਣ ਸਾਰੇ, ਮਤਲਬ ਤੁਹਾਨੂੰ ਪਤਾ ਕਿ 1917-18 ਤੱਕ ਉਹ ਕਹਿੰਦੇ ਸਨ ਬਈ ਪੀਰ ਤੇ ਸੈਯਦ ਭਰਤੀ ਨਹੀਂ ਕਰਨੇ ਅਸਾਂ ਫੌਜ ਵਿੱਚ, ਮੋਚੀ ਨਾਈ ਭਰਤੀ ਨਹੀਂ ਕਰਨੇ ਅਸਾਂ। ਸੋ ਉਹ ਜਿਹੜੀ ਵਰਕਿੰਗ ਕਲਾਸ ਸੀ, ਜਿਹੜੀ ਪਿਓਰ ਸਬਾਲਟਰਨ ਸੀ, ਉਹਨੂੰ ਉਹ ਭਰਤੀ ਨਹੀਂ ਸਨ ਕਰਦੇ। ਉਹ ਭਰਤੀ ਉਹਨਾਂ ਨੇ ਖੋਲੀ 1918 ਦੇ ਵਿੱਚ, ਉਦੋਂ ਮੈਂ ਜਦੋਂ ਖਤ ਆਣੇ ਸ਼ੁਰੂ ਹੋ ਗਏ ਬਾਹਰੋਂ ਪ੍ਰਿਜ਼ਨਰ ਆਫ ਵਾਰਸ ਦੇ ਔਰ ਫਰਾਂਸ ਤੋਂ, ਸਪੈਸ਼ਲੀ ਟ੍ਰੈਂਚ ਵਾਰਫੇਅਰ ਤੋਂ, ਕਿ ਬਾਈ ਜੀ ਭਰਤੀ ਨਾ ਦਿਓ। ਔਰ ਕਈ ਲੈਟਰ ਮੇਸੀ ਨੇ ਲਿਖੇ ਜਿਸ ਜੋ ਕਹਿ ਰਹੇ ਨੇ ਰੱਬ ਦਾ ਨਾਂ ਹੈ ਬਾਈ ਮੇਰੇ ਭਰਾ ਨੂੰ ਮਨਾ ਕਰੀ ਭਰਤੀ ਨਾ ਹੋਏ, ਇੱਥੇ ਤੇ ਬੜੇ ਬੁਰੇ ਹਾਲਾਤ ਨੇ, ਇੱਥੇ ਬੰਦੇ ਇੰਝ ਡਿੱਗ ਰਹੇ ਨੇ ਜਿਵੇਂ ਪੱਤੇ ਡਿੱਗਦੇ ਨੇ ਖਜ਼ਾਂ ਵਿੱਚ। ਸੋ ਬਿਲਕੁਲ ਭਰਤੀ ਨਾ ਦਿਓ। ਜਦੋਂ ਪੰਜਾਬ ਨੇ ਭਰਤੀ ਦੇਣੀ ਬੰਦ ਕੀਤੀ 1918 ਦੇ ਐਂਡ ਤੇ, ਉਦੋਂ ਉਹਨਾਂ ਨੇ ਕਿਹਾ ਬਈ ਬਾਕੀਆਂ ਵਾਸਤੇ ਵੀ ਭਰਤੀ ਖੋਲੋ, ਮਾਰਸ਼ਲ ਰੇਸ ਥਿਊਰੀ ਨੂੰ ਰਿਲੈਕਸ ਕਰੋ, ਕੱਦ ਵੀ ਰਿਲੈਕਸ ਕਰੋ, ਤੇ ਇਹ ਜਿਹੜੀ ਫਿਜ਼ੀਕੈਲਿਟੀ ਇਹਨੂੰ ਵੀ ਰਿਲੈਕਸ ਕਰੋ, ਜਿੱਥੋਂ ਬੰਦਾ ਭਰਤੀ ਹੁੰਦਾ ਉਹਨੂੰ ਭਰਤੀ ਕਰੋ। ਔਰ ਉਡਵਾਇਰ ਨੇ ਤੇ ਪੰਜਾਬ ਯੂਨੀਵਰਸਿਟੀ ਖਲੋ ਕੇ ਕਿਹਾ ਕਿ ਮੈਨੂੰ ਅਗਰ ਅਗਲੇ ਸਾਲ ਲੱਖ ਬੰਦਾ ਨਾ ਲੱਖ ਨੂੰ 2 ਲੱਖ ਕਰੇ, ਉਹ ਰਿਲੈਕਸ ਕਰਤੀ ਉਹਨੇ। ਮੇਰਾ ਖਿਆਲ ਪਤਾ ਨਹੀਂ ਇਸ ਦਾ ਜਵਾਬ ਮਿਲਿਆ ਸਾਡੇ ਜਵਾਨ ਨੂੰ ਕਿ ਨਹੀਂ, ਲੇਕਿਨ ਮਾਰਸ਼ਲ ਰੇਸਿਸ ਰੇਸ ਤੇ ਹੈ, ਜਿਵੇਂ ਅਮਾਨਾ ਨੂੰ ਕਹਿ ਰਿਹਾ ਰਾਬਰਟ, ਜੰਜੂਆਂ ਦੇ ਨਾਂ ਲੈ ਰਿਹਾ ਉਹ, ਔਰ ਜੱਟਾਂ ਦੇ ਨਾਂ ਲੈ ਰਿਹਾ। ਸੋ ਸਪੈਸੀਫਿਕ ਕਲਾਸ ਤੱਕ ਗਏ ਨੇ, ਰਾਜਪੂਤ ਰਾਂਗੜਾਂ ਦਾ ਨਾਂ ਲੈ ਰਿਹਾ। ਸੋ ਜਿਹੜੀ ਮਾਰਸ਼ਲ ਰੇਸ ਥਿਊਰੀ ਸੀ ਉਹ ਇੱਕ ਤੇ ਰੀਜਨ ਵਾਈਜ਼ ਵੀ ਸੀ, ਲੇਕਿਨ ਰੀਜਨ ਦੇ ਵਿੱਚੋਂ ਵੀ ਉਹ ਫਿਰ ਸਪੈਸ਼ਲ ਕਾਸਟਾਂ ਚੁੱਕਦੇ ਸਨ ਬਈ ਇਹ ਕਿਹੜੀ, ਔਰ ਉਹਦੀ ਹਿਸਟਰੀ ਵੇਖਦੇ ਸਨ ਕਿ ਵਾਰੀਅਰ ਕਲਾਸ, ਉਹ ਜਿਵੇਂ ਕੋਟੇਸ਼ਨ ਹੈ ਨਾ ਕਿ some Indians are more warlike than as compared to others, ਤੇ ਉਸ ਥਿਊਰੀ ਨੂੰ ਯੂਜ਼ ਕਰਦੇ ਆ, ਔਰ ਡੀਜਨਰੇਸ਼ਨ ਹੋ ਗਈ ਹੈ ਸਾਊਥ ਇੰਡੀਅਨਸ ਦੀ ਐਂਡ ਦਿਸ ਐਂਡ ਦੈਟ, ਉਸ ਬੇਸਿਸ ਤੇ ਚੁੱਕੇ ਨੇ, ਲੇਕਿਨ ਸਾਰੇ ਨਹੀਂ। ਔਰ ਦੈਨ ਅਗੇਨ ਮੈਂ ਜਿਹੜਾ ਕਿਹਾ ਕਿ ਉਹਨੇ ਜਿਹੜੀ ਭਰਤੀ ਖੋਲੀ ਹੈ ਸਈਦਾਂ ਵਾਸਤੇ ਔਰ ਪੀਰਾਂ ਵਾਸਤੇ, ਔਰ ਸੈਯਦ ਨਹੀਂ ਸੀ ਭਰਤੀ ਹੁੰਦੀ 1917 ਤੋਂ ਪਹਿਲੇ ਤੱਕ। ਉਸ ਤੋਂ ਬਾਅਦ ਉਹਦੀ ਮੇਨ ਹੈ ਸੀ ਕਿ ਯਾਰ ਅਗਰ ਕੋਈ ਉਹਦੇ ਉੱਤੇ ਨਾਨ ਸੈਯਦ ਅਫਸਰ ਹੋਏਗਾ ਤੇ ਸੈਯਦ ਨੂੰ ਕਮ ਨਹੀਂ ਦੇ ਸਕੇ, ਉਹ ਜਿਹੜੀ ਪਾਈਟੀ ਔਰ ਰਿਸਪੈਕਟ कर रहा है। बोल देती उन्होंने कि भाई रिलैक्स करो तो बुलाओ।
ਜੀ ਇਹ ਜਿਹੜੇ ਤੁਸੀਂ ਗੱਲ ਕੀਤੀ ਸ਼ਹੀਦਾਂ ਨੂੰ ਨਹੀਂ ਸਨ ਭਰਤੀ ਕਰਦੇ ਕਿ ਉਹਦੇ ਉੱਤੇ ਕੋਈ ਅਫਸਰ ਨਾ ਹੋਵੇ ਜਿਹੜਾ ਉਹਨੂੰ ਕਹਿ ਸਕੇ ਸੋ ਦਾ ਇਸ ਵਾਸਤੇ ਨਹੀਂ ਭਰਤੀ ਕਰਦੇ ਸਨ ਕਿ ਇਸ ਵਾਸਤੇ ਨਹੀਂ ਭਰਤੀ ਕਰਦੇ ਸਨ ਕਿ ਉਹ ਇੱਥੋਂ ਲੋਕਾਂ ਨੂੰ ਭਰਤੀ ਕਰਾ ਰਹੇ ਸਨ ਲਾਦਾ ਪੁੱਛਿਆ ਜਾਂਦਾ ਸੀ ਉਹ ਤੇ ਉਹਨਾਂ ਨੇ ਯੂਜ਼ ਕੀਤਾ ਨਾ ਜੀ ਉਹ ਤੇ ਜਿਹੜੀ ਅਫਲੂਐਂਟ ਕਲਾਸ ਹੈ ਸੀ ਉਹਨੂੰ ਉਹਨਾਂ ਨੇ ਯੂਜ਼ ਕੀਤਾ ਭਰਤੀ ਵਾਸਤੇ ਔਰ ਉਹਦੇ ਵਿੱਚ ਇਹਨਾਂ ਨੂੰ ਮੈਂ ਤੇ ਜਦੋਂ ਮੈਂ ਦੱਸ ਰਿਹਾ ਕਿ ਮੈਂ ਤੇ ਆਪਣੇ ਪਿੰਡ ਦੇ ਜਦੋਂ ਸੈਯਦ ਵੇਖੇ ਨੇ ਦੋ ਚੰਨ ਪੀਰ ਤੇ ਗੁਲਬਾਰ ਪੀਰ ਕਿ ਉਹਨਾਂ ਨੇ ਵੀ 4 ਮੁਰੱਬੇ ਲਏ ਨੇ ਭਰਤੀਆਂ ਕਰਾ ਕੇ ਭਰਤੀ ਸਾਡੇ ਬਜ਼ੁਰਗ ਹੁੰਦੇ ਰਹੇ ਨੇ ਨੰਬਰ ਉਹ ਲਵਾਉਂਦੇ ਰਹੇ ਨੇ ਟਿਵਾਣਿਆਂ ਨਾਲ ਰਲ ਕੇ ਸੋ ਉਹ ਇੱਕ ਬੜਾ ਇੱਕ ਇੰਟਰਸਟਿੰਗ ਡਾਇਨਾਮਿਕਸ ਨੇ ਕਿ ਇਹ ਜੇ ਸਾਰੇ ਗਿਲਾਨੀਜ਼ ਐਂਡ ਦਿਸ ਐਂਡ ਦੈਟ ਜਿਹੜੇ ਮੁਲਤਾਨ ਵਾਲੇ ਤੇ ਇਹ ਕਿਵੇਂ ਬਣੀ ਹੈ ਸਾਰੀ ਇੱਕ ਫਿਊਡਲ ਐਲੀਟ ਉਹ ਇੱਥੋਂ ਸ਼ੁਰੂ ਹੋਈ ਹੈ ਸਹਿਜ ਬਣਨੀ ਤੇ ਉਸ ਤੋਂ ਬਾਅਦ ਤੇ ਫਿਰ ਪੋਲੀਟੀਕਲ ਐਲੀਟ ਤੇ ਡਿਵੈਲਪ ਹੋ ਚੁੱਕੀ ਸੀ ਇਹ ਵੇਖੋ ਨਾ ਜਿਹੜਾ ਇਹ ਮਹਾਰਾਜਾ ਪਟਿਆਲਾ ਤੇ ਉਮਰ ਅਯਾਰ ਟਿਵਾਣਾ ਤੇ ਇਹਨਾਂ ਨੇ ਆਪਣੀਆਂ ਪੈਸੇ ਲਾ ਕੇ ਔਰ ਇੱਥੋਂ ਲੈ ਕੇ ਪੈਸੇ ਇਹਨਾਂ ਨੇ ਆਪਣੀਆਂ ਰੈਜੀਮੈਂਟਾਂ ਔਰ ਪਲਟਨਾਂ ਖੜੀਆਂ ਕੀਤੀਆਂ ਸੋ ਉਹ ਵੀ ਤੁਸੀਂ ਵੇਖੋ ਕਿ ਉਹ ਇੱਕ ਡਾਇਨਾਮਿਕਸ ਸਨ ਆਪੇ ਕਪਤਾਨ ਤੇ ਮੇਜਰ ਤੇ ਆਨਰੇਰੀ ਤੇ ਇਹ ਤੇ ਗਏ ਵੀ ਵਰਲਡ ਵਾਰ 1 ਚ ਉੱਤੇ ਆਪਣੇ ਇੰਡੀਅਨ ਫੌਜੀਆਂ ਨੂੰ ਪਿਆਰ ਦੇਣ ਵਾਸਤੇ ਸੋ ਉਹ ਐਲੀਟ ਦੀ ਆਪਣੀ ਡਾਇਨਾਮਿਕਸ ਸਨ ਕਿ ਉਹਨਾਂ ਨੇ ਕੈਸ਼ ਕਿਵੇਂ ਕਰਾਉਣਾ ਸੀ ਤੇ ਜਿਹੜੇ ਵਿਚਾਰੇ ਮਾੜੇ ਸਨ ਜਿਨ੍ਹਾਂ ਨੇ ਬਸਰੇ 'ਚ ਮਰਨਾ ਸੀ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਸਨ ਜਿਹਦੀ ਵਜ੍ਹਾ ਤੋਂ ਉਹਨਾਂ ਨੇ ਭਰਤੀ ਹੋਣਾ ਸੀ ਸੋ ਉਹ ਹੀ ਅਸਲ 'ਚ ਅੱਜ ਦੇ ਸਬਜੈਕਟ ਦਾ ਬੇਸਿਕ ਮਕਸਦ ਹੈ ਜੀ ਸਰ ਸਾਡੇ ਨਾਲ ਪ੍ਰੋਫੈਸਰ ਰਾਜਕੁਮਾਰ ਹੰਸ ਹੋ ਰਹੇ ਨੇ ਮੈਂ ਚਾਹਾਂਗਾ ਕਿ ਉਹਨਾਂ ਦਾ ਅਸੀਂ ਜਿਹੜਾ ਉਹਨਾਂ ਨੇ ਕੁਐਸਚਨ ਔਰ ਕਮੈਂਟ ਕੀਤਾ ਮੈਂ ਉਹਨੂੰ ਸਕਰੀਨ ਤੇ ਲੈ ਕੇ ਆਵਾਂ ਤਾਂ ਕਿ ਅਸੀਂ ਵੀ ਵੇਖ ਸਕੀਏ ਔਰ ਬਾਕੀ ਵੀ ਜਿਹੜੇ ਲੋਕ ਨੇ ਉਹ ਇਹਨੂੰ ਵੇਖ ਸਕਣ ਤੁਸੀਂ ਇਹਨੂੰ ਵੇਖਣਾ ਤੁਹਾਨੂੰ ਨਜ਼ਰ ਆ ਰਿਹਾ यानी वो ठीक कह रहे हैं वो ठीक कह रहे हैं जाहिर होते वो मतलब एलोकेशन ते बिल्कुल इसी तरह ही हो रही सी इसे वो बिल्कुल ठीक कह रहे हैं और देखो ना मैं वही कह रहा ना कि डायनामिक्स ते बनदी है जिन्हें ना कि एक जगह ते एक फ्यूडल एलीट है ਜਿਹੜੀ ਕਿ ਬਰਤੀ ਉਮਰ ਯਾਰ ਟਿਵਾਣਾ ਮੈਂ ਆਪਣੇ ਡਿਸਟ੍ਰਿਕਟ ਦੀ ਸ਼ਾਹਪੁਰ ਦੀ ਗੱਲ ਕਰਾਂ ਹੁਣ ਇੱਕ ਫਿਊਡਲ ਐਲੀਟ ਹੈ ਫਿਰ ਥੱਲੋਂ ਅਵਾਨ ਆਣੇ ਸ਼ੁਰੂ ਹੋ ਗਏ ਹੁਣ ਅਸੀਂ ਮੈਜੋਰਿਟੀ 80% ਸ਼ਾਹਪੁਰ ਡਿਸਟ੍ਰਿਕਟ ਦੇ ਅਵਾਨ ਸਨ ਤੇ ਟਿਵਾਣੇ ਸਭ ਤੋਂ ਰਾਜਪੂਤਾਂ ਦੇ ਵਿੱਚ ਜਿਹੜੇ ਟਿਵਾਣੇ ਨੇ ਸਾਡੇ ਕੋਲ ਉਹ ਕੋਈ 5 ਤੋਂ 10% ਜਿਹੜੀ ਉਮਰ ਯਾਰ ਟਿਵਾਣੇ ਦੀ ਜਾਨਦਾਰ ਟਿਵਾਣੇ ਦੀ ਹੈ ਜਿਹੜੀ ਖਜ਼ਰਯਾਤ ਫੈਮਿਲੀ ਹੈ ਇਹ ਇਹਨਾਂ ਦੀ ਇਹ ਟਿਵਾਣੇ ਹੈ ਨਹੀਂ ਕੋਈ ਨਹੀਂ ਉੱਥੇ ਯਾਬ ਮਾਰ ਨੇ ਜਿਹੜੇ ਕਿ ਲੱਕ ਨੇ ਸਾਡੇ ਨਾਲ ਦੇ ਜਿਹੜੇ ਸਰਹੱਦ ਦੀ ਰੇਂਜ ਨਾਲ ਜਾਂ ਫਿਰ ਪਿੱਛੇ ਪਹਾੜਾਂ 'ਚ ਟੁੱਟ ਜਾਓਗੇ ਤੇ ਅਵਾਨ ਨੇ ਜ਼ਿਆਦਾਤਰ 95% ਜਿਹੜੇ ਨੇ ਲੇਕਿਨ ਹਕੂਮਤ ਟਿਵਾਣੇ ਕਰ ਰਹੇ ਸਨ ਬਲਕਿ ਪੂਰੇ ਪੰਜਾਬ ਤੇ ਕਰ ਰਹੇ ਸਨ ਸੋ ਇਹਦੀ ਡਾਇਨਾਮਿਕਸ ਨੇ ਲੈਂਡ ਐਕੁਜੀਸ਼ਨ ਦੀਆਂ ਔਰ ਲੈਂਡ ਐਲੀਨੇਸ਼ਨ ਐਕਟ ਤੋਂ ਲੈ ਕੇ ਇਹ ਸਾਰੀ ਡਾਇਨਾਮਿਕਸ ਤੇ ਬੇਸਿਕਲੀ ਮਤਲਬ ਉਹ ਅਲੋਕੇਸ਼ਨ ਵੀ ਉਸੇ ਬੇਸ ਤੇ ਹੁੰਦੀਆਂ ਹੁਣ ਸਾਡਾ ਇੱਕ ਚਕਵਾਲ ਚ ਗ੍ਰਾਂ ਹੈ ਜਿੱਥੋਂ ਨੇ ਤੋਪ ਲਾਈ ਹੈ ਦੁਲਮਿਆਲ ਦੇ ਵਿੱਚ ਉਹ ਵਰਲਡ ਵਾਰ 1 ਚ ਇੱਕ ਜਵਾਨ ਸੀ ਉਹ ਸੁਬਦਾਰ ਮੇਜਰ ਬਣ ਕੇ ਗਿਆ ਤੇ ਉਹਨੇ ਬਹਾਦਰੀ ਕੀਤੀ ਤੂੰ ਨੇ ਕਿਹਾ ਕੀ ਚਾਹੀਦਾ ਤੈਨੂੰ ਉਸ ਆਖਿਆ ਵੀ ਮੇਰੇ ਨੰਬਰ ਬਣਨਗੇ ਈਗੋ ਬੜੀ ਵੱਡੀ ਮੈਨੂੰ ਤੋਪ ਦਿਓ ਮੈਂ ਆਪਣੇ ਪਿੰਡ 'ਚ ਤੋਪ ਲਵਾਣੀ ਉਹ ਦੁਲਮਿਆਲ ਚੋਂ ਕੋਈ ਹਰ ਸਾਲ 2-4 ਜਰਨਲ ਨਿਕਲ ਜਾਂਦੇ ਨੇ ਉਸ ਗ੍ਰਾਂ ਚੋਂ ਤੇ ਉਹ ਤੋਪ ਲਵਾਈ ਉਹਨੇ ਜਵਾਨ ਨੇ ਉੱਥੇ ਤੇ ਉਸ ਬਾਅਦ ਉਹਨੇ ਵਾਰ ਮੈਮੋਰੀਅਲ ਟੈਬਲੇਟਸ ਦਿੱਤੀਆਂ ਤੇ ਸਾਡੇ ਪਰਦਾਦੇ ਚ ਦਾਦਾ ਉਸਾਂ ਕਿਹੜੇ ਚਾਹਦਾ ਹੁੰਦਾ ਹੈ ਜਿਹਦੇ ਵਿੱਚ that you have served to save the civilization ਉਹ ਬੜੇ ਮਜ਼ੇਦਾਰ ਪਿੱਛੇ ਉਹਨਾਂ ਦੇ ਆਪਣੇ ਪੇਟੀ ਨੰਬਰ ਦੇ ਨਾਲ ਲਿਖਿਆ ਹੁੰਦਾ ਸੀ ਕਿ ਸਿਵਲਾਈਜੇਸ਼ਨ ਦੀ ਵਾਰ ਹੈ ਫਿਰ ਵਾਰ ਮੈਮੋਰੀਅਲ ਟੈਬਲੇਟਸ ਦਿੰਦੇ ਸਨ ਜਿੱਥੋਂ ਬਰਸੀ ਜ਼ਿਆਦਾ ਹੁੰਦੀ ਸੀ ਉਹਨਾਂ ਦੇ ਜਿਹੜੇ ਦਾਰਾ ਹੁੰਦਾ ਸੀ ਵੱਡੇ ਨੰਬਰਦਾਰ ਦਾ ਉੱਥੇ ਵਾਰ ਮੈਮੋਰੀਅਲ ਟੈਬਲੇਟ ਲੱਗਦੀ ਸੀ ਕਿ ਇਤਨੇ ਬੰਦਿਆਂ ਨੇ ਇਸ ਇਲਾਕੇ ਦੇ ਵਿੱਚੋਂ ਇਸ ਗ੍ਰਾਂ ਦੇ ਵਿੱਚੋਂ ਸਰਵ ਕੀਤਾ ਤੇ ਐਮਪਾਇਰ ਦੀ ਹੈਲਪ ਕੀਤੀ ਹੈ ਸੋ ਉਹ ਜਿਹੜਾ ਫਿਊਡਲ ਜਾਂ ਕਲਾਸ ਸਿਸਟਮ ਹੈ ਸੀ ਉਹ ਤੇ ਇਸ ਦੇ ਵਿੱਚ ਵੀ ਉਂਝ ਹੀ ਰਿਹਾ ਕਿ ਉਹ ਤੇ ਗਿਆ 3 ਫੇਰੇ ਲਾ ਕੇ ਆਪਣਾ 4 ਦਿਨ ਦਾ ਟਿਵਾਣਾ ਵਾਪਸ ਆ ਗਿਆ ਤੇ ਮਹਾਰਾਜਾ ਪਟਿਆਲਾ ਮਰਦੇ ਤੇ ਟ੍ਰੈਂਚ ਵਿੱਚ ਮਾੜੇ ਹੀ ਰਹੇ ਜੀ ਸਰ ਸਾਡੇ ਨਾਲ ਪ੍ਰੋਫੈਸਰ ਮੈਰੀਦੋਲਾ ਮੁਖਰ ਜੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਉਹਨਾਂ ਦਾ ਵੀ ਮੈਂ ਕਮੈਂਟ ਜਿਹੜਾ ਹੈ ਉਹ ਸਕਰੀਨ ਤੇ ਲੈ ਕੇ ਆਵਾਂਗਾ ਤਾਂ ਕਿ ਬਾਕੀ ਵੀ ਵੇਖ ਲੈਣ ਔਰ ਤੁਸੀਂ ਵੀ ਇਹਨੂੰ ਜੀ ਹਾਂ ਨਹੀਂ ਉਹਨਾਂ ਦਾ ਕਮੈਂਟ ਹੈ ਔਰ ਐਗਰੀਮੈਂਟ ਐਬਸੋਲੂਟਲੀ ਔਰ ਇਹ ਡਾਇਨਾਮਿਕਸ ਅੱਜ ਵੀ ਇੰਜ ਹੀ ਨੇ ਵੇਖੋ ਨਾ ਜਿਹੜੀ ਫੋਕਲੋਰ ਮੈਂ ਪੜ੍ਹੀ ਹੈ ਇਹ ਬਾਕੀ ਜ਼ਬਾਨਾਂ 'ਚ ਵੀ ਹੋਏਗੀ ਜਿਹੜੇ ਮਾੜਿਆਂ ਦੀ ਜ਼ਬਾਨ ਵੇਖੋ ਸਬਾਲਟਨ ਸਾਰਾ ਹਰ ਜਗ੍ਹਾ ਤੇ ਇੱਕੋ ਜਿਹਾ ਹੀ ਹੁੰਦਾ ਜਿਹੜਾ ਮਾੜਾ ਉਹਦੇ ਨਾਲ ਇੱਕੋ ਜਿਹੀ ਸਲੂਕ ਹੁੰਦਾ ਉਹ ਫਾਰਮ ਬਦਲ ਜਾਂਦੀ ਹੈ ਸੋ ਇਹ ਉਹਨਾਂ ਦਾ ਕਮੈਂਟ ਹੈ ਆਈ ਫੁਲੀ ਐਗਰੀ ਬਿਲਕੁਲ ਇੰਜ ਹੀ ਹੋਇਆ ਕਿ ਅਜੇ ਵੀ ਇੰਜ ਹੀ ਹੋ ਰਿਹਾ ਕਿ ਤੁਹਾਨੂੰ ਭਰਤੀ ਕੌਣ ਦਿੰਦਾ ਬਈ ਮਤਲਬ ਕਿਹੜਾ ਬੰਦਾ ਸਿਪਾਹੀ ਉਹ ਵੀ ਜਾਣਾ ਉਦੋਂ ਸਿਪਾਹੀ ਹੁੰਦੇ ਸਨ ਮਤਲਬ ਕਮਿਸ਼ਨ ਅਫਸਰ ਤੇ ਹੋ ਹੀ ਨਹੀਂ ਸਕਦੇ ਜਿਹੜੇ ਵਾਈਸ ਪ੍ਰਾਈਸ ਕਮਿਸ਼ਨ ਵੀ ਬਾਅਦ ਚ ਮਿਲਣਾ ਸ਼ੁਰੂ ਹੋਇਆ
ਸੋ ਹਾਈਐਸਟ ਲੈਵਲ ਤੇ ਸੂਬੇਦਾਰੀ ਤੱਕ ਸੀ। ਸੋ ਉਹ ਸਾਰੇ ਜਿਹੜੇ ਨੇ ਉਹ ਨਾਨ ਕਮਿਸ਼ਨ ਜਿਹਨੂੰ ਜੀਐਸਟੀ ਹੋਣ ਆਖਦੇ ਨੇ, ਜੂਨੀਅਰ ਕਮਿਸ਼ਨ ਸਨ, ਸੋ ਉਹ ਸਾਰੇ ਇਹਨਾਂ ਇਲਾਕਿਆਂ 'ਚ ਹੁਣ ਵੀ ਵੇਖ ਲਵੋ, ਅਗਰ ਜਰਨੈਲ ਕੱਢ ਲਓ ਤੁਸੀਂ ਨਾ ਸਾਰੇ ਇਲਾਕਿਆਂ ਦੇ ਅੱਜ ਦੀ ਸਰਵਿੰਗ ਫੌਜਾਂ ਦੇ ਵੀ, ਤੇ ਤੁਹਾਨੂੰ ਉਹਨਾਂ ਇਲਾਕੇ ਉਹਨਾਂ ਦੇ ਰੂਟ ਉੱਤੋਂ ਹੀ ਲੱਭਣ। ਜਰਨੈਲ ਦੇ ਪੁੱਤਰ ਫਿਰ ਗੜ ਜਰਨੈਲ ਬਣਦੇ ਨੇ, ਉਹ ਫਿਰ ਇੰਡਸਟਰੀ ਲਾਉਂਦੇ ਨੇ, ਫੈਕਟਰੀਆਂ ਲਾਉਂਦੇ ਨੇ, ਸਿਆਸਤ ਵਿੱਚ ਆਉਂਦੇ ਨੇ ਤੇ ਮਿਨਿਸਟਰ ਬਣਦੇ ਨੇ। ਠੀਕ ਹੈ ਸਰ। ਜੀ ਜੀ ਸਰ। ਸਰ ਅੱਜ ਦੇ ਲੈਕਚਰ ਦਾ ਸਰ ਬਹੁਤ ਸ਼ੁਕਰੀਆ। ਬਹੁਤ ਸਾਰੇ ਕੁਐਸਚਨ ਸਾਡੇ ਕੋਲ ਆਏ ਨੇ ਔਰ ਕਮੈਂਟਸ ਵੀ। ਸਾਡਾ ਡਾਕਟਰ ਤ੍ਰਾਬੜਾ ਸਰਗਾਣਾ ਸਾਹਿਬ, ਪ੍ਰੋਫੈਸਰ ਸੁਖਦੇਵ ਸੋਲ ਜੀ, ਪ੍ਰੋਫੈਸਰ ਹਰਦੀਪ ਕੌਰ ਵੜੈਚ, ਉਹਨਾਂ ਤੋਂ ਵੱਖ ਅਮਰਜੀਤ ਵਿਰਕ ਔਰ ਪ੍ਰੋਫੈਸਰ ਪਿਸ਼ੌਰਾ ਸਿੰਘ ਸਾਡੇ ਨਾਲ ਸਨ, ਔਰ ਪ੍ਰੋਫੈਸਰ ਸਮੀਨਾ ਆਵਾਨ ਸਾਹਿਬਾ ਸਨ ਨਾਲ, ਸੁਰਿੰਦਰ ਸਿੰਘ ਸੇਠੀ ਜੀ, ਔਰ ਸਾਡੇ ਬਹੁਤ ਸਾਰੇ ਦੋਸਤ ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈ ਸਕਿਆ, ਹਰਦੀਪ ਸਿੰਘ, ਰਾਜਕੁਮਾਰ ਹੰਸ ਤੇ ਮੈਂ ਦੱਸ ਦਿੱਤਾ, ਗੁਰਦਾਸ ਤਦਵਾਲ ਜੀ। ਤੇ ਸਰ ਤੁਸੀਂ ਮਿਹਰਬਾਨੀ ਕਰਕੇ ਇਹਨਾਂ ਦੇ ਜ਼ਰਾ ਕਮੈਂਟ ਵੇਖਣਾ ਸਰ, ਜਿਹੜੇ ਤੁਹਾਡੀ ਟਾਕ ਥੱਲੇ ਫੇਸਬੁੱਕ ਤੇ ਨੇ ਔਰ ਯੂਟਿਊਬ ਤੇ ਤੁਸੀਂ ਸਾਰੇ ਇਹਨਾਂ ਦਾ ਆਨਸਰ ਜ਼ਰੂਰ ਕਰ ਦੇਣਾ। ਅੱਜ ਦੇ ਇਸ ਬਹੁਤ ਖੂਬਸੂਰਤ ਲੈਕਚਰ ਵਾਸਤੇ ਸਰ ਬਹੁਤ ਸ਼ੁਕਰੀਆ। ਪਰ ਜਾਂਦਿਆਂ ਸਰ ਤੁਸੀਂ ਲਿਓਟ ਇਸਲਾਮੀਆ ਕਾਲਜ ਆਪਣਾ ਸਰ ਗਾ ਕੇ ਸਾਨੂੰ ਕਲਾਮ ਸੁਣਾਇਆ ਸੀ, ਤੇ ਉਹ ਅਸੀਂ ਜ਼ਰੂਰ ਸੁਣਨਾ ਤੁਹਾਡੇ ਕੋਲੋਂ, ਉਹ ਤੁਹਾਨੂੰ ਹੁਣ ਸੁਣਾਉਣਾ ਪਏਗਾ। ਉਹ ਮੈਨੂੰ ਲੱਭਣੀ ਪਏਗੀ ਕਿ ਉਹ ਨਜ਼ਮ ਜਿਹੜੀ ਹੈ, ਮੈਂ ਪਹਿਲੇ ਤੇ ਇੱਕ ਸੁਣਾ ਦੇਣਾ ਜੀ, ਮੈਂ ਸਿਪਾਹੀਆਂ ਦੀ ਮੈਂ ਹਾਂਜੀ ਇਹ ਜ਼ਰੂਰ ਸਰ। ਜਿਹੜੇ ਸਬਾਲਟਨ ਸਿਪਾਹੀ ਸਨ, ਵੇਖੋ ਮੈਂ ਕੋਈ ਜਰਨੈਲਾਂ ਦਾ ਹਾਮੀ ਤੇ ਨਹੀਂ ਹੈ, ਸਾਡੇ ਤਾਂ ਮੈਂ ਦੱਸਿਆ ਕਿ ਮੇਰਾ ਤੇ ਪੜਦਾਦਾ ਸੁਬਦਾਰ ਰਿਟਾਇਰ ਹੋਇਆ, ਤੇ ਦਾਦਾ ਵਰਲਡ ਵਾਰ 2 ਵਿੱਚ ਕੈਦ ਹੋ ਕੇ ਵੀ ਹਵਲਦਾਰ ਰਿਟਾਇਰ ਹੋਇਆ। ਸੋ ਅਸਾਂ ਤੇ ਕਮਿਸ਼ਨ ਅਫਸਰੀ ਨਹੀਂ ਵੇਖੀ ਨਾ, ਸਾਡੇ ਪੁਰਖਾਂ ਨੇ ਵੇਖੀ ਹੈ, ਸਾਡੇ ਰਿਸ਼ਤੇਦਾਰਾਂ ਨੇ ਵੇਖੀ ਹੈ, ਅਸਾਂ ਤੇ ਨਹੀਂ ਵੇਖੀ। ਸੋ ਅਸੀਂ ਜਦੋਂ ਢੋਲ ਸਿਪਾਹੀ ਕਹਿਣਾ, ਤੇ ਉਹ ਇਹ ਸਬਾਲਟਨ ਸਿਪਾਹੀ ਹੈ, ਇਹ ਜਿਹੜਾ ਬੁੱਕਾ 11 ਰੁਪਏ ਤੇ ਜਿਹੜਾ ਆਪਣੀ ਜਾਨ ਦੇਣ ਵਾਸਤੇ ਤਿਆਰ ਹੋ ਗਿਆ, ਇਹ ਉਹ ਹੈ। ਤੇ ਮੇਰੀ ਇੱਕ ਨਜ਼ਮ ਉਸ ਤੋਂ ਬਾਅਦ ਮੈਂ 2 ਲਾਈਨਾਂ ਸੁਣਾ ਦਾਂਗਾ ਜੀ ਉਹਦੀਆਂ, ਮੈਂ ਇੱਥੇ ਕੱਢਦਾ। ਢੋਲ ਸਿਪਾਹੀਆ ਕਿਹੜੇ ਦੇਸ਼ ਦੀ ਮਿੱਟੀ ਖਾ ਗਈ ਯਾਰੀ ਵਾਲਾ ਬੂਟਾ, ਕਿਹੜੀ ਰੁੱਤ ਦਾ ਪਾਣੀ ਪੀ ਕੇ ਪੀਲੇ ਹੋਏ ਸੰਗ, ਬੇਰੀ ਉੱਤੇ ਬੇਰਾਂ ਦੇ ਵਿੱਚ ਨਿੱਕੇ ਵੱਡੇ ਕੀੜੇ ਪੈ ਗਏ, ਭੁੱਖਾ ਹੋਇਆ ਜੰਗ। ਢੋਲ ਸਿਪਾਹੀਆ ਕਿਹੜੇ ਦੇਸ਼ ਦੀ ਮਿੱਟੀ ਖਾ ਗਈ ਯਾਰੀ ਵਾਲਾ ਬੂਟਾ, ਕਿਹੜੀ ਰੁੱਤ ਦਾ ਪਾਣੀ ਪੀ ਕੇ ਪੀਲੇ ਹੋਏ ਸੰਗ, ਬੇਰੀ ਉੱਤੇ ਬੇਰਾਂ ਦੇ ਵਿੱਚ ਨਿੱਕੇ ਵੱਡੇ ਕੀੜੇ ਪੈ ਗਏ, ਭੁੱਖਾ ਹੋਇਆ ਜੰਗ। ਢੋਲ ਸਿਪਾਹੀਆ ਕਿਹੜੇ ਘਰ ਦੀ ਰੋਟੀ ਖਾ ਕੇ ਢਿੱਲੇ ਹੋਏ ਪੈਰ, ਕਿਹੜੀ ਚਾਹ ਦਾ ਕੋਪ ਵੰਜਾ ਕੇ ਭੁੱਲੀ ਪਿਆ ਸ਼ਹਿਰ। ਢੋਲ ਸਿਪਾਹੀਆ ਰੱਤੇ ਰੰਗ ਦੀ ਚੁੰਨੀ ਕਰਕੇ, ਵਤਨੀ ਤੇਲ ਦੀ ਘਾਣੀ ਕੱਢ ਕੇ, ਆਟਾ ਗੁੰਨ ਕੇ ਬੂਹੇ ਵਿੱਚ ਆ ਬੈਠੀਆਂ ਤੇ ਡੀਗਰ ਮੁੱਕਦੀ ਵਹਿੰਦੀ ਹੈ। ਉਹ ਇਹੀ ਲੋਕ ਇੰਤਜ਼ਾਰ, ਬੱਚੇ ਤੇ ਇੰਤਜ਼ਾਰ ਕਰਦੇ ਰਹਿ ਗਏ ਨੇ ਉਹਨਾਂ ਦੇ ਜਿਹੜੇ ਫਰਾਂਸ ਹੀ ਮਰਦੇ ਰਹੇ ਨੇ। ਉਹ ਨਜ਼ਮ ਸੀ ਜੀ, ਖੇਡਦੀ ਏ ਤਣੇ ਨੈਣ ਸਲਾਮਤ। ਮੈਂ ਇੱਥੋਂ ਕੱਢ ਲਵਾਂ ਜੀ ਤਾਂ ਕਿ ਮੈਨੂੰ ਯਾਦ ਆ ਜਾਏ, ਮੈਨੂੰ ਆਪਣੀ ਨਜ਼ਮਾਂ ਯਾਦ ਨਹੀਂ ਰਹਿਣੀ। ਮੈਨੂੰ 1 ਸੈਕਿੰਡ ਦੇ ਦੇਣਾ ਜੀ। ਮੈਨੂੰ ਜਿਹੜੀ ਲਾਈਨ ਯਾਦ ਆ ਗਈ, ਮੈਨੂੰ ਲੱਭਦਿਆਂ ਟਾਈਮ ਲੱਗ ਜਾਣਾ। ਖੇਡ ਦੀਏ ਟੰਡੇ ਨੈਣ ਸਲਾਮਤ, ਹੱਸ ਹੱਸ ਚਾੜਨ ਜੰਗ, ਦੂਰ ਮੁਹਾੜੀਆਂ ਮੁਹਾੜ ਸਾਡੇ ਪਹਾੜ ਹਨ ਜੀ, ਹੰਝ ਅਥਰੂ ਹੰਝੂ। ਖੇਡ ਦੀਏ ਟਾਂਡੇ ਨੈਣ ਸਲਾਮਤ, ਹੱਸ ਹੱਸ ਚਾੜਨ ਜੰਗ, ਦੂਰ ਮੁਹਾੜੀਆਂ ਹਨ। ਖੇਡ ਦੀਏ ਟੰਡੇ ਪੈਰ ਸਲਾਮਤ, ਖੇਡ ਦੀਏ ਟੰਡੇ ਪੈਰ ਸਲਾਮਤ,
मुश्की अख बेरी बूर अलख ਉਹ ਮੈਨੂੰ ਲਾਈਨਾਂ ਭੁੱਲ ਗਈਆਂ ਨੇ ਤੋਈ ਬਸ ਇੰਨੀ ਇੰਨਾ ਪੀਸ ਹੀ ਬੜਾ ਪੂਰੀ ਯਾਦ ਨਹੀਂ ਹੋਣੀ ਮੈਂ ਸਰ ਬੜਾ ਮਜ਼ਾ ਆ ਰਿਹਾ ਸੀ ਸਰ ਔਰ ਇੱਧਰ ਦੇ ਸਾਡੇ ਸਾਰੇ ਦੋਸਤ ਜਿਹੜੇ ਨੇ ਉਹਨਾਂ ਦੇ ਕਮੈਂਟਸ ਵੀ ਆ ਰਹੇ ਸਨ ਤੁਸੀਂ ਅਗਰ ਲਾਈਨਾਂ ਵੇਖ ਲੈਂਦੇ ਤਾਂ ਸਾਨੂੰ ਬੜਾ ਅੱਛਾ ਲੱਗਦਾ ਕਿ ਅਸੀਂ ਪੂਰਾ ਸੁਣ ਮੈਨੂੰ ਫਿਰ ਸਕਦੇ ਇੱਕ ਸੈਕਿੰਡ ਦੇ ਦਿਓ ਮੈਂ ਸਰ ਤੁਸੀਂ ਲਵੋ ਟਾਈਮ ਸਰ ਅਸੀਂ ਬੜਾ ਖੂਬਸੂਰਤ ਮੈਂ ਅਸੀਂ ਫੇਸਬੁੱਕ ਤੇ ਵੀ ਲਾਇਆ ਸੀ ਔਰ ਅਸੀਂ ਉੱਥੇ ਵੀ ਸੁਣਿਆ ਸੀ ਮੈਂ ਜੀ ਬਿਲਕੁਲ ਹੁਣੇ ਜੀ ਮੈਂ ਮੈਨੂੰ ਲੱਭ ਜੀ ਜਾਏਗੀ ਜੀ ਮੈਂ ਜ਼ਰੂਰ ਸਰ ਤੁਸੀਂ ਜ਼ੁਬੈਰ ਨੂੰ 12 ਮਾਹ ਵਾਸਤੇ ਭੇਜੀ ਸੀ ਮੈਂ ਕਿਹਾ ची चढ़े आना सजी ਸਾਡੇ ਬੰਦੇ ਇੰਨੀ ਦੇਰ ਚ ਬੋਰ ਹੋ ਜਾਣੇ ਨੇ ਮੈਂ ਇਹ ਸਾਰੇ ਬੰਦੇ ਸਾਡੇ ਜ਼ਿਲ੍ਹੇ ਨੇ ਇੱਥੇ ਹੀ ਨੇ ਇਹ ਤੇ ਅੱਧਾ ਘੰਟਾ ਸਾਡਾ ਲੈਕਚਰ ਵੀ ਚੱਲੇ ਨਹੀਂ ਮੈਂ ਇਹ ਮੈਂ ਉਹਨੇ ਮੈਨੂੰ ਲੱਭ ਜਾਣੀ ਮੈਂ ਜ਼ੁਬੈਰ ਨੂੰ ਭੇਜੀ ਇਸ ਵਾਸਤੇ 12 ਮਾਹ ਵਾਸਤੇ ਇੱਕ ਸੈਕਿੰਡ ਜ਼ੁਬੈਰ ਸਾਹਿਬ ਵੇਖ ਰਹੇ ਨੇ ਜ਼ੁਬੈਰ ਸਾਹਿਬ ਦੇ ਕੋਲ ਅਗਰ ਪੀਡੀਐਫ ਪਿਆ ਤੇ ਫੌਰੀ ਤੁਹਾਨੂੰ ਸੈਂਡ ਕਰ ਸਕਦੇ ਨੇ ਇੱਥੇ ਬੈਠੇ ਨੈਨ ਸੁਖ ਜ਼ੁਬੈਰ ਇਹ ਸਾਰੇ ਦੋਸਤ ਵੇਖ ਰਹੇ ਨੇ ਨਾਲ ਕਮੈਂਟ ਕਮਾਲ ਤੇ ਕਮਾਲ ਆਵਾਜ਼ ਨੈਨ ਸੁਖ ਤੁਹਾਡੇ ਸੁਣ ਰਹੇ ਨੇ ਮੈਂ ਜ਼ੁਬੈਰ ਦੀਆਂ ਇੰਨੀਆਂ ਕਿ ਮਿਲਾਂ ਮੇਰੇ ਕੋਲ ਹੁੰਦੀਆਂ ਨੇ ਕਿ ਉਹ ਜ਼ੁਬੈਰ ਸਾਹਿਬ ਕੀ ਸਾਰੀ ਈਮੇਲ ਨਾ ਕਰਦੇ ਜ਼ੁਬੈਰ ਯਾਰ ਮੈਨੂੰ ਭੇਜ ਦੇ ਤੂੰ ਉਹ ਦੇਖ ਲਓ ਸ਼ਾਇਦ ਇਹ ਜਿਹਾ ਵੀ ਹੋਣਾ ਚਾਹੀਦਾ ਜਿਹਨੂੰ ਆਪਣੇ ਹੀ ਨਜ਼ਮਾਂ ਨਾ ਲੱਭਣ ਇਹ ਤੂੰ ਮੈਨੂੰ ਅਗਰ ਪਹਿਲੇ ਦੱਸ ਦਿੰਦਾ ਤੇ ਮੈਂ ਤਿਆਰ ਕਰਕੇ ਰੱਖ ਲੈਂਦਾ ਵੇਖ ਲਓ ਸਰ ਅਸੀਂ ਤੁਹਾਨੂੰ ਸਰਪ੍ਰਾਈਜ਼ ਹੀ ਦਿੱਤਾ ਮੇਰੇ ਖਿਆਲ ਜ਼ਿਆਦਾ ਹੀ ਬਾਤ ਹੈ ਇਸ ਬਾਰ ਮੈਂ 12 ਮਾਹ ਪੁੱਛ ਰਹੇ ਨੇ ਕਿ ਹਾਂ ਪੁੱਛ ਰਹੇ ਨੇ ਕਿ ਵਿੱਚ ਪੁਆਇੰਟ ਖੇਡਦੀ ਹੈ ਤੇਨੇ ਨੈਣ ਸਲਾਮਤ ਜ਼ੁਬੈਰ ਸਾਹਿਬ ਤੁਸੀਂ ਸਾਡੀ ਸਮੱਸਿਆ ਹੱਲ ਕਰਵਾਓ ਹੁਣ ਨਹੀਂ ਇੱਥੇ ਲੱਭ ਜਾਏਗੀ ਇਹਨੇ ਪੀਡੀਐਫ ਅਗਰ ਜ਼ੁਬੈਰ ਕੋਲ ਪਈ ਹੈ 12 ਮਾਹ ਦੀ ਪਹਿਲੀ ਮੈਨੂੰ ਭੇਜ ਦੇਵੇ ਤੇ ਮੈਂ ਹੁਣੇ ਉਸ ਚ ਲੱਭ ਜਾਏਗੀ ਉਹ ਸਰ ਨਹੀਂ ਆਣੀ ਤੁਸੀਂ ਇਥੋਂ ਲੱਭਣ ਦੀ ਕੋਸ਼ਿਸ਼ ਕਰੋ ਸਰ ਅੱਛਾ ਆ ਗਈ ਸਰ ਆ ਗਈ ਇੱਕ ਸੈਕਿੰਡ ਹਾਂ ਚਲੋ ਓਕੇ ਸਰ ਥੈਂਕ ਯੂ
क्विक तरीका एक सेकंड मेनू दे दे यार मैं ਤੁਸੀਂ ਸਰ ਕਰੋ ਅਸੀਂ ਤੁਸੀਂ ਬੈਠੇ ਕਮੈਂਟ ਸਾਰੇ ਕਰੋ ਦੇ ਰਹੇ ਕਮੈਂਟ ਸਰ ਸਾਡੇ ਕੋਲ ਪ੍ਰੋਫੈਸਰ ਮੀਨਾ ਡਾਂਡਾ ਹੋਰਾਂ ਵੀ ਹੈ ਨੇ ਬਲਜੀਤ ਕਾਲੋਂ ਬਲਰਾਜ ਕਾਲੋਂ ਜੀ ਨੇ ਖਲਰਾ ਰਣਜੀਤ ਸਿੰਘ ਜੀ ਨੇ ਹਰਦੀਪ ਕੌਰ ਨੇ ਸੋ ਹਰਦੀਪ ਸਿੰਘ ਜੀ ਤੇ ਕਹਿ ਰਹੇ ਨੇ ਕਿ ਕੋਈ ਮਸਲਾ ਨਹੀਂ ਅਸੀਂ ਇੰਤਜ਼ਾਰ ਕਰ ਲੈਨੇ ਐਡੇ ਖੂਬਸੂਰਤ ਅਸੀਂ ਸੁਣਨ ਵਾਸਤੇ ਹੁਣ ਲੱਭ ਡਾਕਟਰ ਜਾਏਗਾ ਹੁਣ ਮੈਂ ਆਪਣੀ ਟੈਸਟ ਸਰਗਾਨਾ ਕਰ ਸਾਹਿਬ ਬਸ ਠੀਕ ਹੈ ਸਰ ਤੁਸੀਂ ਲੱਭੋ ਅਸੀਂ ਉਨੀ ਦੇਰ ਦੋਸਤਾਨ ਦੇ ਜਿਹੜੇ ਸਾਡੇ ਨਾਲ ਸਨ ਰਾਜਕੁਮਾਰ ਹਾਂਸ ਜੀ ਸੁਰਿੰਦਰ ਸਿੰਘ ਸੇਠੀ ਜੀ ਚਰਨਜੀਤ ਕੌਰ ਮਾਨ ਮਲਕ ਵਿਕਾਸ ਆਜ਼ਮ ਅਵਾਨ ਸਾਡੇ ਨਾਲ ਨੇ ਜੀ ਉਹਨਾਂ ਨੇ ਸਵਾਲ ਵੀ ਇੱਕ ਕੀਤਾ ਹੈ ਉਹ ਤੁਸੀਂ ਫਿਰ ਬਾਅਦ ਚ ਵੇਖ ਲੈਣਾ ਉਹਨਾਂ ਨੇ ਪੁੱਛਿਆ ਕੁਝ ਜੀ ਜ਼ੁਬੈਰ ਸਾਹਿਬ ਚਲੋ ਲੱਭ ਗਈ ਜੀ ਹੁਣ ਜੀ ਸਰ ਸਰ ਅੱਛਾ ਹੁਣ ਮੈਂ ਸੋਚ ਵਿੱਚ ਵੀ ਆ ਜਾ ਐਗਜ਼ੈਕਟਲੀ ਮਾਫੀ ਯਾਰ ਸਾਰਿਆਂ ਕੋਲੋਂ ਇਹ ਅਗਰ ਹਾਂਜੀ ਇਹ ਹੁਣ ਦੁਬਾਰਾ ਤੋਂ ਸ਼ੁਰੂ ਕਰਾਂਗੇ नजर आ रहा है तौहीद आवाज आ रही मेरी जी सर बिल्कुल आवाज आ रही है सर ਤੁਸੀਂ ਕਰੋ ਸਟਾਰਟ ਇਹ ਨਜ਼ਮ ਦਾ ਟਾਈਟਲ ਹੈ ਜੀ ਦੂਰ ਮੁਹਾੜੀ ਹੰਝ ਇਹ ਮੁਹਾੜ ਪਧਰਾੜ ਦੇ ਨਾਲ ਸਾਡੇ ਪਹਾੜ ਅਨੁਸਾਰ ਉਹਨਾਂ ਅਸੀਂ ਮੁਹਾੜਾ ਦੇ ਖੇਡ ਦੀਏ ਤੰਡੇ ਨੈਣ ਸਲਾਮਤ हस हस चाड़न जन दूर मुहाड़ी हन खेड दिए तंडे पैर सलामत झांझर झांझर दिल झुमर बन के मिल खेड दिए तंडे पैर सलामत झांझर झांझर दिल झुमर बन के मिल खेड दिए तंडी दीद सलामत मुश्की अख बेरी बूर अलख बेरी ते वखरे रंग दे बूर लगे ने खेड दिए तंडा इश्क सलामत अथरी छां चीची चढ़िया ना खेड दिए तंडा इश्क सलामत अथरी छां चीची चढ़े आना खेड दिए तंडी लहक सलामत सप कर देसा लको लक हवा खेड दिए तांडी खेड सलामत
मीठी मीठी धूप दूर हनेरे घुप खेद दिए तड़े नैन सलामत। चट्टा साहब जनाब अली सर बहुत बहुत जबरदस्त बहुत मेहरबानी ਤੁਸੀਂ ਇੰਨੀ ਦੇਰ मेहरबानी ਸਾਡੀ ਵਜ੍ਹਾ ਤੋਂ नहीं ਇੰਨਾ मेरा ਲੱਭਾ माफी मंगना ਲੱਭ बात ਲੁੱਭ ਕੇ नहीं 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 मैं सर माफी बहुत मंगना शुक्रिया मैंने पहले पता होता तो मेरा नहीं नहीं सर बहुत शुक्रिया ਔਰ ਅੱਜ ਦਾ ਇੱਕ ਬਹੁਤ ਖੂਬਸੂਰਤ ਲੈਕਚਰ ਬੜਾ ਖੂਬਸੂਰਤ ਇਜ਼ਾਫਾ ਸਰ ਸਾਡੇ ਨਾਲ ਹੋਇਆ ਔਰ ਅੱਜ ਅਸੀਂ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਇੰਨਾ ਟਾਈਮ ਦਿੱਤਾ ਔਰ ਸਾਡੇ ਲਈ ਇੰਨੀ ਖੂਬਸੂਰਤ ਗੱਲਬਾਤ ਲੈ ਕੇ ਬਹੁਤ ਸ਼ੁਕਰੀਆ ਸਰ बड़ी मेहरबानी सारे की मेहरबानी जी सारे जिन्होंने ज्वाइन किया सर ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਅੱਜ ਮੌਜੂਦ ਸਨ ਔਰ ਉਹਨਾਂ ਦੇ ਕਮੈਂਟਸ ਜਿਹੜੇ ਨੇ ਉਹਨਾਂ ਦੇ ਜਿਹੜੇ ਸਵਾਲ ਨੇ ਉਹ ਮਹਿਮੂਦ ਅਵਾਨ ਸਾਹਿਬ ਸਰ ਵੇਖ ਲੈਣਗੇ ਔਰ ਉਹਨਾਂ ਦਾ ਆਨਸਰ ਵੀ ਕਰ ਦੇਣਗੇ ਤੁਹਾਡੀ ਅੱਜ ਦੀ ਇਸ ਗੱਲਬਾਤ ਵਿੱਚ ਆਉਣ ਦਾ ਬਹੁਤ ਬਹੁਤ ਸ਼ੁਕਰੀਆ ਮੈਂ ਸਾਰੇ ਦੋਸਤਾਂ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਔਰ ਅੱਜ ਦੀ ਗੱਲਬਾਤ ਦੇ ਹਵਾਲੇ ਨਾਲ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਤੁਸੀਂ ਆਪਣਾ ਇਨਪੁਟ ਦੇ ਸਕਦੇ ਹੋ ਉਹ ਜ਼ਰੂਰ ਦੇਣਾ ਮਿਲਣੀ ਅਗਲੀ ਗੱਲਬਾਤ ਦੇ ਨਾਲ ਮੈਂ ਦੱਸਦਾ ਜਾਵਾਂ ਕਿ ਇਸ ਵਾਰੀ ਐਤਵਾਰ ਨੂੰ ਸਾਡਾ ਜਿਹੜਾ ਬੁੱਕ ਆਫ ਦਾ ਵੀਕ ਹੈ ਉਹਦਾ ਇਵੈਂਟ ਅਸੀਂ ਲਾ ਦਿੱਤਾ ਹੋਇਆ ਉਸ ਇਵੈਂਟ ਤੇ ਜਾ ਕੇ ਸਾਰੇ ਦੋਸਤ ਜਿਹੜੇ ਨੇ ਉਹਨੂੰ ਉਹਦੇ 'ਚ ਜਾ ਕੇ ਉਹਦੇ ਤੇ ਇੰਟਰਸਟਿਡ ਦੇ ਜਾਂ ਗੋਇੰਗ ਦੇ ਵਿੱਚ ਕਲਿੱਕ ਕਰੋ ਔਰ ਉਹਦੇ ਵਿੱਚ ਜਿਹੜੇ ਉਹਦੇ ਬੁੱਕ ਪ੍ਰੀਤਮ ਸਿੰਘ ਹੋਰਾਂ ਦੀ ਸਾਡੇ ਨਾਲ ਜਿਹੜੀ ਇਸ ਹਫਤੇ ਅਸੀਂ ਡਿਸਕਸ ਕਰਾਂਗੇ ਉਹਦੇ ਵਿੱਚ ਸਾਡੇ ਕੋਲ ਬਹੁਤ ਸੀਨੀਅਰ ਸਕਾਲਰ ਆ ਰਹੇ ਨੇ ਉਸ ਇਵੈਂਟ ਦੇ ਵਿੱਚ ਅਸੀਂ ਬੁੱਕ ਦੇ ਹਵਾਲੇ ਉਹਨਾਂ ਦੇ ਕੰਟੈਂਟ ਵਗੈਰਾ ਸ਼ੇਅਰ ਕੀਤੇ ਨੇ ਤੁਸੀਂ ਉਹ ਵੇਖ ਲਵੋ ਔਰ ਉਹਦੇ 'ਚ ਉਸ ਇਵੈਂਟ ਨੂੰ ਵੀ ਸ਼ੇਅਰ ਕਰੋ ਉਹਦੇ 'ਚ ਵੀ ਜਾਓ ਤਾਂ ਕਿ ਅਸੀਂ ਇੱਕ ਸੰਡੇ ਨੂੰ ਜਿਹੜਾ ਇੱਕ ਖੂਬ ਸੈਸ਼ਨ ਹੋ ਸਕੇ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਰੱਬ ਰੱਖ